ਕਹਾਣੀ ਧੁਆਂਖੀ ਧੁੰਦ। ਆਪਣੇ 3.5 ਕੁ ਦਹਾਕਿਆਂ ਦੇ ਪ੍ਰਵਾਸ ਦੌਰਾਨ ਇਸ ਵਿਦੇਸ਼ ਦੀ ਧਰਤੀ ਨੇ ਮੈਨੂੰ ਪੌਂਡ, ਅਪਾਰਟਮੈਂਟ, ਕਾਰ, ਬੀਵੀ ਬੱਚੇ, ਸ਼ੋਹਰਤ ਅਤੇ ਸੁੱਖ ਸਹੂਲਤਾਂ ਤਾਂ ਦਿੱਤੀਆਂ, ਪਰ ਮੇਰੇ ਪਰਿਵਾਰ ਨੇ ਮੇਰੇ ਕੋਲੋਂ ਮਾਣ ਮਰਿਆਦਾ, ਰਿਸ਼ਤੇ ਦੀ ਆਨ ਸ਼ਾਨ ਤੇ ਮੇਰਾ ਨਿੱਜੀ ਸਕੂਨ ਖੋਹ ਲਿਆ। ਜਦੋਂ ਮੇਰੀ ਆਪਣੀ ਹੀ ਬੇਟੀ ਨੇ ਆਪਣੇ ਕਾਲੇ ਬॉयਫ੍ਰੈਂਡ ਨਾਲ ਕੋਰਟ ਮੈਰਿਜ ਕਰਨ ਦੇ ਲਈ ਫੈਸਲੇ ਕਾਰਨ ਆਪਣੇ ਡੈਡ ਤੋਂ ਹੀ ਖਤਰਾ ਮਹਿਸੂਸ ਕਰਦਿਆਂ ਪੁਲਿਸ ਬੁਲਾ ਲਈ ਸੀ, ਤਾਂ ਉਹਦੀ ਮੌਮ ਨੇ ਆਪਣੀ ਲਾਡਲੀ ਧੀ ਦਾ ਸਾਥ ਦਿੱਤਾ ਸੀ। ਇਸ ਤੋਂ ਪਹਿਲਾਂ ਸਾਡੀ ਬੇਟੀ ਆਪਣੇ ਦੋਸਤ ਤੇ ਛੋਟੇ ਭਰਾ ਨਾਲ ਨਸ਼ੀਲੇ ਪਦਾਰਥਾਂ ਦੇ ਧੰਦੇ 'ਚ ਸ਼ਾਮਲ ਹੋਣ ਤੇ ਡਰੱਗਸ ਲੈਣ ਦੇ ਜੁਰਮ ਵਿੱਚ ਨਾ ਸਿਰਫ ਪੁਲਿਸ ਵੱਲੋਂ ਹਿਰਾਸਤ 'ਚ ਲਏ ਸਨ, ਸਗੋਂ ਮੈਨੂੰ ਵੀ ਪੁਲਿਸ ਸਟੇਸ਼ਨ ਬੁਲਾ ਕੇ ਵਾਰਨਿੰਗ ਦਿੱਤੀ ਸੀ। ਇਸ ਮਾਨਸਿਕ ਟਾਰਚਰ ਤੇ ਬੇਇੱਜ਼ਤੀ ਨੇ ਮੈਨੂੰ ਕੱਖੋਂ ਹੌਲਾ ਕਰ ਦਿੱਤਾ। ਮੈਂ ਕਿਸੇ ਨੂੰ ਵੀ ਮੂੰਹ ਵਿਖਾਉਣ ਜੋਗਾ ਨਾ ਰਿਹਾ। ਇਸ ਮਾਈਂਡ ਯੋਰ ਓਨ ਬਿਜ਼ਨਸ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼ ਵਿੱਚ ਤਾਂ ਪਹਿਲਾਂ ਹੀ ਕਿਸੇ ਦੇ ਦੁੱਖ ਤਕਲੀਫ ਨਾਲ ਮਾੜਾ ਮੋਟਾ ਵੀ ਸਰੋਕਾਰ ਨਹੀਂ, ਫਿਰ ਕਿਸੇ ਦੀ ਅਜਿਹੀ ਪਰੇਸ਼ਾਨੀ ਤੇ ਪੀੜਾ ਨਾਲ ਇਸ ਪੌਂਡਾਂ ਦੇ ਦੇਸ਼ 'ਚ ਪੌਂਡਾਂ ਲਈ ਦਿਨ ਰਾਤ ਮਾਰੋ ਮਾਰ ਕਰ ਰਹੇ ਮਸ਼ੀਨੀ ਮਨੁੱਖਾਂ ਦਾ ਤੁਹਾਡੇ ਨਾਲ ਕੀ ਮਤਲਬ ਹੋ ਸਕਦਾ ਹੈ। ਡਰੱਗਸ ਆਦਿ ਦੇ ਮਾਮਲੇ ਵਿੱਚ ਬੇਟੀ ਬੇਟਾ ਬਹੁਤ ਅੱਗੇ ਜਾ ਚੁੱਕੇ ਸਨ। ਸਾਫ਼ ਤੇ ਸਪਸ਼ਟ ਹੈ ਕਿ ਮੇਰੇ ਤੇ ਮੇਰੇ ਵਰਗੇ ਆਪਣੀ ਅਗਲੀ ਪੀੜ੍ਹੀ ਨੂੰ ਚੰਗੇ ਸੰਸਕਾਰਾਂ ਦੇ ਰੂਪ ਵਿੱਚ ਆਪਣੇ ਸੱਭਿਆਚਾਰ, ਅਮੀਰ ਵਿਰਸੇ ਤੇ ਮਾਂ ਬੋਲੀ ਦਾ ਤੋਹਫ਼ਾ ਨਹੀਂ ਦੇ ਸਕੇ, ਜਿਸ ਦੇ ਫਲਸਰੂਪ ਵਿਦੇਸ਼ 'ਚ ਜੰਮੇ ਪਲੇ ਜ਼ਿਆਦਾਤਰ ਸਾਡੇ ਬੱਚੇ ਸਾਡੇ ਨਹੀਂ ਰਹੇ। ਸੋ ਮੈਂ ਆਪਣਾ ਬੁਢਾਪਾ ਕਿਸੇ ਵੀਰਾਨ ਪਾਰਕ ਵਿੱਚ ਗੁਜ਼ਾਰਨ ਦੀ ਥਾਂ ਆਪਣੇ ਦੇਸ਼, ਆਪਣੀ ਮਾਂ ਮਿੱਟੀ ਦੀ ਮਹਿਕ ਸੰਗ ਆਪਣੇ ਪਿੰਡ ਪਰਤਣ ਦਾ ਫੈਸਲਾ ਕਰ ਲਿਆ ਸੀ। ਇਸ ਦੌਰਾਨ ਮੈਨੂੰ ਮੇਰੇ ਬਚਪਨ ਦੇ ਦੋਸਤ ਸਰਦੂਲ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਦੀ ਖੁਸ਼ੀ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ। ਸਰਗੀ ਦੀ ਲੋ ਲੱਗ ਰਹੀ ਸੀ। ਬੜੀ ਸਰਦੀ ਸੀ ਜਦੋਂ ਮੈਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਅੰਮ੍ਰਿਤਸਰ ਉਤਰਿਆ। ਸੰਘਣੀ ਧੁੰਦ, ਠੰਡ ਤੇ ਲਾਡਲੀ ਧੀ ਦੇ ਵਿਆਹ ਦੇ ਰੁਝੇਵਿਆਂ ਦੇ ਬਾਵਜੂਦ ਮੇਰਾ ਦੋਸਤ ਸਰਦੂਲ ਸਿੰਘ ਤੇ ਮੇਰਾ ਭਤੀਜਾ ਪਰਮਪਾਲ ਮੈਨੂੰ ਰਿਸੀਵ ਕਰਨ ਲਈ ਪਹੁੰਚੇ ਹੋਏ ਸਨ। ਕਲੀਅਰਿੰਗ ਕਰਵਾ, ਸਮਾਨ ਆਦਿ ਲੈ ਬਾਹਰ ਨਿਕਲ ਮੈਂ ਆਪਣੇ ਮਿੱਤਰ ਦੀਆਂ ਬਾਹਾਂ ਵਿੱਚ ਸਾਂ। ਪਰਮਪਾਲ ਨੂੰ ਪਿਆਰ ਦਿੰਦਿਆਂ ਭਾਬੀ ਜੀ ਤੇ ਹੋਰ ਪਰਿਵਾਰ ਦੀ ਸੁੱਖ ਸਾਂਦ ਪੁੱਛੀ। ਭਤੀਜੇ ਨੇ ਸਮਾਨ ਕਾਰ ਦੀ ਡਿੱਗੀ 'ਚ ਰੱਖਿਆ ਤੇ ਅਸੀਂ ਹਵਾਈ ਅੱਡੇ 'ਚੋਂ ਨਿਕਲੇ। ਸਾਹਮਣੇ ਅਜਨਾਲੇ ਰਾਜਾ ਸਾਂਸੀ ਵਾਲੀ ਸੜਕ ਕੰਢੇ ਬਹੁ ਮੰਜ਼ਲੀਆਂ ਇਮਾਰਤਾਂ ਦੀ ਭਰਮਾਰ ਹੋ ਗਈ ਸੀ। ਮਾਲਜ਼, ਹੋਟਲ, ਕਦੇ ਛੋਟੀ ਜਿਹੀ ਸੜਕ ਹੁੰਦੀ ਸੀ। ਅਸੀਂ ਪਿੰਡੋਂ ਨਹਿਰ ਲਾਹੌਰ ਬ੍ਰਾਂਚ ਦੀ ਪਟੜੀਏ ਸਾਈਕਲ ਭਜਾਉਂਦੇ ਇਸੇ ਸੜਕ ਕੇ ਕਦੇ ਕੁੱਕੜਾਂ ਵਾਲਾ, ਕਦੀ ਅਜਨਾਲਾ ਦੋਸਤਾਨਾ ਫੁੱਟਬਾਲ ਦੇ ਮੈਚ ਖੇਡਣ ਤੇ ਕਦੇ ਸਕੂਲੋਂ ਛੁੱਟੀ ਤੋਂ ਪਹਿਲਾਂ ਦੌੜ ਕੇ ਅੰਮ੍ਰਿਤਸਰ ਚੋਰੀ ਫਿਲਮ ਵੇਖਣ ਜਾਂਦੇ ਹੁੰਦੇ ਸੀ। ਬਚਪਨ ਕਿੰਨਾ ਨਟਖਟ ਹੁੰਦਾ। ਅਸੀਂ ਜਗਦਿਆਂ ਤੋਂ ਸਾਈਕਲ ਡੰਡੀਓ ਡੰਡੀ, ਮੱਲੂ ਨੰਗਲ, ਫਿਰ ਛਿਛਰਿਆਂ ਦਾ ਜੰਗਲ ਲੰਘ ਰਾਣੇ ਵਾਲੀ ਛੋਟੀ ਨਹਿਰ ਦੇ ਕੰਢੇ ਬਲ ਸਚੰਦਰ ਲੰਘ ਇਹ ਸੜਕ ਪਾਰ ਕਰ ਧੌਲੀ ਪਹੁੰਚਦੇ ਸੀ, ਜਿੱਥੇ ਭੂਆ ਘਰੋਂ ਰੋਟੀ ਪਾਣੀ ਖਾ ਸਾਈਕਲ ਉੱਥੇ ਰੱਖ ਤੇ ਖੇਸ ਚੁੱਕੀ ਦੌੜਦੇ ਰਾਮ ਤੀਰਥ ਦੇ ਮੇਲੇ ਜਾ ਵੜਦੇ ਸੀ। ਅੱਜ ਅਜਨਾਲੇ ਵਾਲੀ ਸੜਕ ਦਾ ਨਾਮ ਏਅਰਪੋਰਟ ਰੋਡ ਹੋ ਗਿਆ ਹੈ ਤੇ ਇਹਦੇ ਕੰਢੇ ਬਾਗਾਂ ਦੀ ਥਾਂ ਕੰਕਰੀਟ ਦੇ ਜੰਗਲ, ਮਾਲਜ਼, ਰਿਜ਼ੋਰਟ ਆਦਿ ਕਈ ਰੂਪਾਂ 'ਚ ਉਗਾਏ ਸਨ। ਸਾਡੀ ਕਾਰ ਹੇਰ ਗੁਮਟਾਲਾ ਜੇਲ੍ਹ ਲੰਘ ਨਵੇਂ ਬਣੇ ਫਲਾਈਓਵਰ ਦੇ ਹੇਠਾਂ ਦੀ ਲੰਘ ਬਾਈਪਾਸ ਪੈ ਗਈ ਸੀ। ਗੰਦੇ ਨਾਲੇ ਕੰਢੇ ਪੌਸ਼ ਕਲੋਨੀਆਂ ਉਸਰ ਚੁੱਕੀਆਂ ਸਨ। ਹੁਣ ਨਾ ਇੱਥੇ ਗੰਦਾ ਨਾਲਾ, ਨਾ ਪ੍ਰਦੂਸ਼ਿਤ ਪਾਣੀ ਰਿਹਾ, ਨਾ ਹੀ ਬਦਬੂ। ਮਾਲ ਮੋੜ ਤੋਂ ਰਾਣੀਆਂ ਬਾਰਡਰ ਰੋਡ ਤੇ ਪੈ ਰਾਮ ਤੀਰਥ ਲੰਘ ਨਹਿਰ ਲਾਹੌਰ ਬ੍ਰਾਂਚ ਦੇ ਕੋਹਾਲੀ ਵਾਲੇ ਪੁਲ ਤੇ ਆ ਪਹੁੰਚੇ। ਇੱਥੋਂ ਸਰਦੂਲ ਭਾ ਨੇ ਕਿੰਨੂ ਤੇ ਅਮਰੂਦ ਖਰੀਦੇ ਤੇ ਮੈਂ ਆਪਣੀ ਨਹਿਰ ਲਾਹੌਰ ਬ੍ਰਾਂਚ ਦੇ ਸੁੰਗੜ ਕੇ ਵੱਡਾ ਸੂਆ ਬਣ ਜਾਣ ਤੇ ਘਰਾਟਾਂ ਦੇ ਖੰਡਰਾਤ ਵੇਖ ਉਦਾਸ ਹੋ ਗਿਆ। ਚੌਗਾਵਾਂ ਬਲਾਕ 'ਚ ਬਤੌਰ ਅਧਿਆਪਕ ਮੈਨੂੰ ਪਹਿਲੀ ਨੌਕਰੀ ਮਿਲੀ ਸੀ। ਆਸ-ਪਾਸ ਛੱਪੜ ਹੀ ਛੱਪੜ, ਡੌਜ ਇੰਜਣਾਂ ਵਾਲੀਆਂ ਸਟੇਸ਼ਨ ਵੈਗਨਾਂ ਤੇ ਚੌਂਕ 'ਚ ਖੂਹੀ ਨਾਲ ਲੱਗਦੀ ਚਾਹ ਦੀ ਦੁਕਾਨ ਹੁੰਦੀ ਸੀ। ਦਫ਼ਤਰ, ਪੰਚਾਇਤ ਸਮਤੀ, ਪੁਲਿਸ ਥਾਣੇ ਲੰਘ ਸੱਜੇ ਹੱਥ ਟਪਿਆਲੇ ਵੱਲ ਜਿੱਥੇ ਕਦੇ ਸ਼ੋਰ ਕਲਰ ਹੁੰਦਾ ਸੀ, ਉੱਥੇ ਫਸਲਾਂ ਲਹਿਰਾ ਰਹੀਆਂ ਸਨ ਤੇ
ਸੈਕਰਡ ਹਾਰਟ ਸਕੂਲ ਦੀ ਇਮਾਰਤ ਸੀ। ਅੱਡੇ ਤੋਂ ਸੱਜੇ ਮੁੜ ਮੈਂ ਪ੍ਰੀਤਨਗਰ ਸਕੂਲ ਦੇ ਸਾਹਮਣੇ ਸੀ। ਮਿੱਤਰ ਸਰਦੂਲ ਨੂੰ ਆਖ ਮੈਂ ਗੱਡੀ ਰੁਕਵਾ ਲਈ। ਖੁੱਲ੍ਹੇ ਗੇਟ ਰਾਹੀਂ ਅੰਦਰ ਗਿਆ। ਚਾਰ ਦੀਵਾਰੀ ਦੇ ਬਾਵਜੂਦ ਸਾਰੇ ਕੰਪਲੈਕਸ 'ਚ ਵੀਰਾਨਾ ਸੀ, ਜਿੱਥੇ ਫੁੱਲਾਂ ਲੱਦੀਆਂ ਕਿਆਰੀਆਂ ਤੇ ਹਰੇ ਭਰੇ ਛਾਂਦਾਰ ਬੂਟੇ ਹੁੰਦੇ ਸਨ। ਮੈਨੂੰ ਸਕੂਲ ਮੁਖੀ ਘਈ ਸਾਹਿਬ ਦੀ ਯਾਦ ਆਈ, ਜਿਨ੍ਹਾਂ ਇਸ ਸਕੂਲ ਨੂੰ ਕਦੇ ਮਾਡਲ ਸਕੂਲ ਬਣਾਇਆ ਸੀ, ਸਾਫ਼ ਸੁਥਰਾ ਤੇ ਹਰਾ ਭਰਾ। ਸਕੂਲ ਦੀ ਹਾਲਤ ਵੇਖ ਦੁੱਖ ਹੋਇਆ। ਬਾਊ ਜੀ ਦੀ ਸਮਾਧ ਵਾਲੇ ਪਾਰਕ, ਪ੍ਰੀਤ ਭਵਨ ਵੇਖ ਤਲਾਬ ਦੇ ਪੌੜਾਂ ਤੇ ਆ ਬੈਠਾ। ਮੈਂ ਲੇਖਕਾਂ ਦੀ ਧਰਤੀ, ਆਪਣੀ ਠਹਿਰ ਦੌਰਾਨ ਬਣਾਏ ਰਿਸ਼ਤਿਆਂ ਦੀ ਪਰਿਕਰਮਾ ਕਰਨ ਲੱਗਾ ਸੀ ਕਿ ਮਿੱਤਰ ਦੇ ਜ਼ੋਰ ਦੇਣ ਤੇ ਮੈਂ ਗੱਡੀ 'ਚ ਜਾ ਬੈਠਾ। ਜਹਾਂਗੀਰ ਦੀ ਆਰਾਮਗਾਹ ਦੀ ਬੜੀ ਖਸਤਾ ਹਾਲਤ ਸੀ। ਸਾਈਂ ਸ਼ਾਹ ਬਖਤਿਆਰ ਦੀ ਦਰਗਾਹ ਤੇ ਨਜ਼ਰ ਪਈ, ਜਿੱਥੇ ਕਦੀ ਨੂਰਜਹਾਂ ਸਿਜਦੇ ਲਈ ਨੰਗੇ ਪੈਰੀਂ ਆਉਂਦੀ ਸੀ। ਭਤੀਜੇ ਨੇ ਗੱਡੀ ਆਪਣੇ ਪਿੰਡ ਵੱਲ ਮੋੜ ਲਈ। ਮਿੰਟਾਂ 'ਚ ਅਸੀਂ ਹਵੇਲੀ ਨੂੰਮਾਂ ਘਰ 'ਚ ਦਾਖਲ ਹੋ ਗਏ। ਭਾਬੀ ਜੀ ਤੇ ਪਰਿਵਾਰ ਬੜੇ ਮੋਹ ਨਾਲ ਮਿਲਿਆ। ਵਿਦੇਸ਼ ਜਾਣ ਤੋਂ ਪਹਿਲਾਂ ਆਪਣੀ 5 ਕੁ ਸਾਲ ਦੀ ਨੌਕਰੀ ਦੌਰਾਨ ਮੈਂ ਆਪਣੇ ਸਹਿਕਰਮੀ ਮਾਸਟਰ ਸਰਦੂਲ ਸਿੰਘ ਦੇ ਇਸ ਪਰਿਵਾਰ 'ਚ ਕਾਫੀ ਘੁਲਿਆ ਮਿਲਿਆ ਸੀ। ਅਸੀਂ ਬੜੇ ਸਲੀਕੇ ਨਾਲ ਸਜਾਈ ਬੈਠਕ 'ਚ ਜਾ ਬੈਠੇ। ਕੋਈ ਬਾਪੂ ਜੀ, ਕੋਈ ਤਾਇਆ ਜੀ ਤੇ ਇੱਕ ਬਹੁਤ ਹੀ ਪਿਆਰੀ ਬੱਚੀ ਮੈਨੂੰ ਗ੍ਰੈਂਡਪਾ ਆਖ ਮਾਣ ਸਤਿਕਾਰ ਦੇ ਰਹੇ ਸਨ। ਭਾ ਸਰਦੂਲ ਸਿੰਘ ਦੇ ਛੋਟੇ ਭਰਾ ਮਕਤੂਲ ਸਿੰਘ ਦਾ ਪਰਿਵਾਰ ਬੱਚਿਆਂ ਸਮੇਤ ਆ ਬੈਠਾ ਸੀ। ਸੁੱਖ ਸਾਂਦ ਪੁੱਛ ਦੱਸ ਰਹੇ ਸਨ ਕਿ ਖੂੰਡੀ ਸਹਾਰੇ ਬਜ਼ੁਰਗ ਮਾਤਾ ਨੇ ਵੀ ਆ ਮੈਨੂੰ ਜੱਫੀ 'ਚ ਲੈ ਮੇਰਾ ਮੱਥਾ ਚੁੰਮਿਆ। ਅਸੀਂ ਤੁਰ ਗਏ। ਬਾਪੂ ਜੀ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਯਾਦ ਕੀਤਾ। ਭਾ ਜੀ, ਯਾਦ ਜੇ ਸ਼ਾਇਦ ਮੈਂ 9ਵੀਂ ਪੜ੍ਹਦਾ ਸੀ, ਤੁਸੀਂ ਉਸ ਦਿਨ ਇੱਥੇ ਰਹੇ ਸੀ ਤਾਂ ਬਾਪੂ ਜੀ ਨੇ ਤੁਹਾਨੂੰ ਘਰ ਦੀ ਕੱਢੀ ਪਹਿਲੇ ਤੋੜਦੀ ਦਾਰੂ ਦਾ ਪੈਗ ਪਿਲਾ ਦਿੱਤਾ ਸੀ। ਪਹਿਲੀ ਵਾਰ ਪੀਣ ਕਰਕੇ ਤੁਹਾਡਾ ਬੁਰਾ ਹਾਲ ਹੋਇਆ ਸੀ। ਬੇਜੀ ਨੇ ਬਾਪੂ ਜੀ ਨੂੰ ਘੂਰਿਆ ਸੀ। ਮਾਤਾ ਜੀ ਨੇ ਇੱਕ ਵਾਰ ਫੇਰ ਮੇਰਾ ਮੂੰਹ ਮੱਥਾ ਚੁੰਮਦਿਆਂ ਆਪਣੇ ਛੋਟੇ ਪੁੱਤਰ ਮਕਤੂਲ ਸਿੰਘ ਵੱਲ ਬੜੇ ਮੋਹ ਨਾਲ ਵੇਖਿਆ। ਮੈਂ ਪਦਾਰਥਵਾਦ ਸਦਕਾ ਟੁੱਟ ਰਹੇ ਸਾਂਝੇ ਪਰਿਵਾਰਾਂ ਬਾਰੇ ਸੋਚ ਇਸ ਮਿੱਤਰ ਦੇ ਪਰਿਵਾਰ ਨੂੰ ਮੂੰਹ ਦੀਆਂ ਪੀੜੀਆਂ ਤੰਦਾਂ 'ਚ ਬੱਝਾ ਵੇਖ ਖੁਸ਼ ਹੋ ਰਿਹਾ ਸੀ। ਬੜੇ ਪੁਰਸਕੂਨ ਮਾਹੌਲ ਅਸਾਂ ਸਾਰੇ ਪਰਿਵਾਰ ਨੇ ਚਾਹ ਪਾਣੀ ਛਕਿਆ। ਬੜੀ ਦੇਰ ਬਾਅਦ ਸੁੱਖ ਚੈਨ ਪ੍ਰਾਪਤ ਹੋਇਆ ਸੀ। ਨਵਜੀਤ ਸਿੰਘ, ਤੂੰ ਸ਼ਾਮ ਤੱਕ ਮੇਰੇ ਵਾਲੇ ਚੁਬਾਰੇ 'ਚ ਆਰਾਮ ਕਰ। ਹਵਾਈ ਜਹਾਜ਼ ਦੇ ਸਫ਼ਰ ਦੀ ਥਕਾਵਟ ਲਾ। ਉੱਥੇ ਰੇਡੀਓ, LG ਡਿਸ਼ ਆਦਿ ਕੁਝ ਕਿਤਾਬਾਂ ਵੀ ਹਨ। ਉਦੋਂ ਤੱਕ ਮੈਂ ਤੇਰੀ ਭਾਬੀ ਨਾਲ ਅੱਡੇ ਦੇ ਸੁਨਿਆਰੇ ਤੋਂ ਜਿਊਲਰੀ ਪਸੰਦ ਕਰ ਹੋਰ ਖਰੀਦਦਾਰੀ ਕਰ ਆਵਾਂਗੇ। ਤੇਰੀ ਭਤੀਜੀ ਦੇ ਵਿਆਹ 'ਚ ਦਿਨ ਵੀ ਤਾਂ ਗਿਣਤੀ ਦੇ ਰਹਿ ਗਏ ਹਨ। ਦਿਨ ਛੋਟੇ ਹੋਣ ਕਰਕੇ ਸ਼ਾਮ ਨੂੰ ਠੰਡ ਵੀ ਛੇਤੀ ਉਤਰ ਆਉਂਦੀ ਹੈ। ਫਿਰ ਵੀ ਇੱਕ ਗੇੜਾ ਅੱਡੇ ਦਾ ਤੇ ਤਰਕਾਲਾਂ ਨੂੰ ਪਿੰਡ ਦੀ ਗੇੜੀ ਕੱਢਾਂਗੇ। ਭਾ ਸਰਦੂਲ ਦਾ ਹੁਕਮ ਮੰਨ ਮੈਂ ਉੱਪਰਲੀਆਂ ਪੌੜੀਆਂ ਚੜ੍ਹ ਚੁਬਾਰੇ 'ਚ ਜਾ ਵੜਿਆ। ਬਾਥਰੂਮ ਜਾ ਕੰਬਲ ਉੱਤੇ ਲੈ ਬੈੱਡ ਤੇ ਪੈਂਦਿਆਂ ਹੀ ਮੈਨੂੰ ਨੀਂਦ ਨੇ ਆਪਣੀ ਬੁੱਕਲ 'ਚ ਲੈ ਲਿਆ। ਬੜੀ ਗੂੜੀ ਨੀਂਦ ਆਈ। ਉੱਠੋ ਦੇਵਰ ਜੀ, ਬੜੀਆਂ ਲੰਮੀਆਂ ਤਾਣ ਕੇ ਸੁੱਤੇ ਜੇ। ਮੈਂ ਤੇ ਤੁਹਾਡਾ ਭਰਾ ਕਦੋਂ ਦੇ ਅੱਡਿਓਂ ਆ ਗਏ ਹਾਂ। ਉਹ ਤਿਆਰ ਹੋ ਕੇ ਤੈਨੂੰ ਉਡੀਕੀ ਜਾ ਰਹੇ ਹਨ। ਵੇ ਵੀਰਾ ਨਵਜੀਤ ਸਿੰਘ, ਉੱਠ, ਲੋਡਾ ਵੇਲਾ ਹੋ ਗਿਆ। ਸਤਿ ਸ਼੍ਰੀ ਅਕਾਲ ਭਾਬੀ ਜੀ। ਥਕਾਵਟ ਕਰਕੇ ਚੰਗੀ ਨੀਂਦ ਆਈ। ਹਵਾਈ ਸਫ਼ਰ ਬੜਾ ਬੋਝਲ, ਭਾਰਾ, ਬੇਸੁਆਦ ਦੀ ਤੇ ਅਪੱਚ ਖਾਣਾ, ਉੱਪਰੋਂ ਪਹਿਲਾਂ ਏਅਰ ਹੋਸਟੈਸ ਹੱਥੋਂ ਫੜੇ ਵਾਈਨ ਦੇ ਪੈਗਾਂ ਕਰਕੇ ਹੋਈ ਟੁੱਟ ਭੱਜ ਨੂੰ ਨਾਰਮਲ ਹੋਣ 'ਚ ਇੰਨੀ ਕੁ ਦੇਰ ਤੇ ਲੱਗਣੀ ਸੀ ਨਾ ਭਾਬੀ ਜਾਨ। ਮੈਂ ਇੱਕ ਕਿਸਮ ਦੀ ਸਫਾਈ ਦਿੱਤੀ। ਠੀਕ ਹੈ, ਚਲੋ ਹੇਠਾਂ ਆਓ, ਦਿਨ ਢਲ ਚੱਲਿਆ, ਹੁਣ ਦੇਰ ਨਾ ਕਰਿਓ। ਗੀਜ਼ਰ ਚੱਲਦਾ, ਗਰਮ ਪਾਣੀ ਨਾਲ ਨਹਾ ਧੋ ਤਿਆਰ ਹੋ ਅੱਡੇ ਦਾ ਗੇੜਾ ਲਾਓ ਤੇ ਡਿਨਰ 'ਚ ਡਿਸ਼ ਲਈ ਮਨਪਸੰਦ ਚੀਜ਼ ਵਸਤ ਲੈ ਆਇਓ। ਮੈਂ ਚਾਹ ਤਿਆਰ ਕਰਵਾਉਂਦੀ ਹਾਂ। ਮੈਨੂੰ ਹੁਕਮ ਦੇ ਭਾਬੀ ਜੀ ਹੇਠਾਂ ਚਲੇ ਗਏ। ਮੈਂ ਤਿਆਰ ਹੋ ਗਿਆ। ਚਾਹ ਤੇ ਹਲਕਾ ਜਿਹਾ ਨਾਸ਼ਤਾ ਲਿਆ, ਜਿਸ ਕਰਕੇ ਤਰੋ ਤਾਜ਼ਾ ਮਹਿਸੂਸ ਕਰ ਰਿਹਾ ਸੀ। ਨਵਜੀਤ, ਗੱਡੀ ਲੈ ਚੱਲੀਏ ਕਿ ਮੋਟਰਸਾਈਕਲ ਤੇ ਘੁੰਮਣ ਜਾਣਾ? ਭਾ ਸਰਦੂਲ ਨੇ ਪੁੱਛਿਆ। 5 ਕੁ ਕਿਲੋਮੀਟਰ ਦਾ ਅੱਡਾ, ਬਾਈਕ ਤੇ ਚੱਲਦੇ ਹਾਂ। ਪਿੰਡ ਤੋਂ 2-2.5 ਕਿਲੋਮੀਟਰ ਟੁੱਟੀ ਖਸਤਾ ਹਾਲ ਸੜਕ ਦੇ ਟੋਟਿਆਂ ਦੀਆਂ ਹੁੱਜਾਂ ਖਾਂਦੇ ਅੱਡੇ ਪਹੁੰਚੇ। ਇੱਥੇ ਕੁ ਜਾਨਕੀ ਦਾਸ ਦੀ ਚਾਹ ਵਾਲੀ ਦੁਕਾਨ ਹੁੰਦੀ ਸੀ। ਉਹਦੀ ਸ਼ਕਲ ਫਿਲਮ ਵਾਲੇ ਜਾਨਕੀ ਦਾਸ ਨਾਲ ਕਿੰਨੀ ਮਿਲਦੀ ਹੁੰਦੀ। ਉਹਦੇ ਖੋਖੇ 'ਚ ਬੈਠ ਅਜੀਤ ਵਾਲੇ ਬਰਜਿੰਦਰ ਤੇ ਪਰਮਿੰਦਰਜੀਤ ਨਾਲ ਪੀਤੀ ਕੜਕ ਚਾਹ ਵਾਲੀ ਮਹਿਫਿਲ ਕਿਵੇਂ ਭੁਲਾਈ ਜਾ ਸਕਦੀ ਹੈ। ਸਾਈਕਲਾਂ, ਮੁਨਿਆਰੀ ਤੇ ਕਰਿਆਨੇ ਵਾਲੀ ਦੁਕਾਨ ਨੂੰ ਢਾਹ ਉੱਪਰ ਇੱਕ ਨਿੱਜੀ ਹਸਪਤਾਲ ਦੀ ਆਲੀਸ਼ਾਨ ਇਮਾਰਤ ਹੋਂਦ 'ਚ ਆ ਚੁੱਕੀ ਸੀ। ਨਾਮਧਾਰੀਆਂ ਦੀਆਂ ਦੁਕਾਨਾਂ 'ਚ ਸਵਰਨ ਦੀ ਦੁੱਧ ਸੋਡੇ ਦੀ ਦੁਕਾਨ ਹੁੰਦੀ ਸੀ, ਜਿੱਥੋਂ ਅਸੀਂ ਦੁੱਧ ਸੋਡਾ ਪੀਂਦੇ ਸੀ। 1971 ਦੀ
ਭਾਰਤ ਪਾਕ ਜੰਗ ਦੇ ਦਿਨੀ ਜਦੋਂ ਅਸੀਂ ਸੌਦਾ ਖਰੀਦ ਪਰਤ ਰਹੇ ਸੀ ਤਾਂ ਉਸ ਚੁਬਾਰੇ 'ਚੋਂ ਡਿੱਗੇ ਬੰਬ ਦੇ ਫਟਣ ਤੇ ਉਹਦੇ ਉੱਡੇ ਸ਼ੈੱਲ ਦਾ ਇੱਕ ਟੁਕੜਾ ਸਾਡੇ ਅੱਗੇ ਜਾ ਰਹੇ ਭਰਾ ਜੀ ਦਰਸ਼ਨ ਸਿੰਘ ਹੋਰਾਂ ਦੇ ਮੋਢੇ 'ਚ ਜਾ ਲੱਗਾ ਸੀ। ਗਿੱਲ ਭਰਾ ਜੀ ਮੇਰੇ ਵੱਡੇ ਖੈਰ-ਖਾਹ ਸਨ। ਉਹਨਾਂ ਦੀ ਯਾਦ 'ਚ ਸਿਰ ਝੁਕਾਇਆ। ਭਾ ਸਮਾਨ ਲੈ ਆਏ, ਸੌਦਾ ਬਾਈਕ ਨਾਲ ਟਾਂਗੋ ਨਿੰਬੂ ਲੈਣ ਚਲੇ ਗਏ। ਅਚਾਨਕ ਮੈਨੂੰ ਮੇਰਾ ਸਹਿਕਰਮੀ ਹੈੱਡ ਟੀਚਰ ਆ ਮਿਲਿਆ। ਬਗਲਗੀਰ ਹੁੰਦਿਆਂ ਹੀ ਉਹਦਾ BBC ਨਿਊਜ਼ ਬੁਲੇਟਿਨ ਚੱਲ ਪਿਆ। ਮਾਸਟਰ ਬਲਦੇਵ ਸੜਕ ਹਾਦਸੇ 'ਚ ਮਾਰਿਆ ਗਿਆ। ਸੁਰਜੀਤ ਪੀਤੀ 'ਚ ਡਿੱਗ ਮਰਿਆ। ਰਘੁਬੀਰ ਵੀ ਨਹੀਂ ਰਿਹਾ। ਤੇਰਾ ਮਿੱਤਰ ਸਕੱਤਰ ਪ੍ਰਧਾਨ ਗੁਰਪ੍ਰਤਾਪ ਰੰਧਾਵਾ, ਪੂਰਨ ਤੇ ਮਾਸਟਰ ਹਰਭਜਨ ਵੀ ਗੁਆਚ ਗਏ ਹਨ। ਤੇਰਾ ਯਾਰ ਉੱਥੇ ਬੈਠਦਾ। ਮੁੱਚੀ ਮੋਹਨ ਵੀ ਚੱਲ ਵਸਿਆ। ਲੀਡਰਾ ਕੋਈ ਚੰਗੀ ਖਬਰ ਸੁਣਾ। ਇਹ ਤਾਂ ਮੈਨੂੰ ਉੱਥੇ ਮਿਲਦੀਆਂ ਰਹੀਆਂ। ਆਪਣੇ ਬਾਲ ਬੱਚੇ ਦੀ ਸੁਣਾ। ਔਲਾਦ ਨਹੀਂ ਚੰਗੀ ਨਿਕਲੀ। ਸਭ ਕੁਝ ਖੋਹ ਲਿਆ, ਖਾ ਪੀ ਗਏ। ਇੱਕ ਬੇਟੀ ਜਿਹਨੇ ਲੁਧਿਆਣੇ ਦੀ ਲੋਕ ਗੀਤ ਗਾਇਕਾ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਸੀ, ਉਹ ਸਾਫ਼ ਸੁਥਰੀ ਗਾਇਕੀ ਨੂੰ ਸਮਰਪਿਤ ਹੈ। ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਇੰਗਲੈਂਡ ਆਦਿ ਦਾ ਟੂਰ ਕਰ ਆਈਆਂ। ਮੈਂ ਉਸੇ ਦੀ ਕੋਠੀ ਰਹਿੰਦਾ। ਇੱਥੇ ਹੀ ਆ ਕੁਝ ਦਿਨ, ਆਵੀਂ। ਭਾ ਸਰਦੂਲ ਸਿੰਘ ਨੇ ਮਾਸਟਰ ਲੀਡਰ ਦਾ ਹਾਲ ਚਾਲ ਪੁੱਛਿਆ। ਲੀਡਰ ਮਾਸਟਰ ਨੂੰ ਚੰਗਾ ਫਿਰ ਮਿਲਾਂਗੇ ਆਖ ਵਿਦਾ ਲੈ। ਮੈਂ ਸਮਾਨ ਵਾਲੇ ਲਿਫਾਫੇ ਫੜ ਬਾਈਕ ਦੇ ਪਿੱਛੇ ਬੈਠ ਗਿਆ। ਮੋਟਰਸਾਈਕਲ ਉਸ ਪਿੰਡ ਵੱਲ ਤੋਰ ਲਿਆ। ਪਿੰਡ ਦੇ ਬਾਹਰ ਮਾਲ ਡੰਗਰ ਖੁਰਾਂ ਨਾਲ ਧੂੜ ਉਡਾਉਂਦਾ ਗਲਾਂ 'ਚ ਪਈਆਂ ਟੱਲੀਆਂ ਨੂੰ ਟੁਣ ਟੁਣਕਾਉਂਦਾ ਸੰਗੀਤ ਬਖੇੜਦਾ ਹਵੇਲੀਆਂ ਨੂੰ ਜਾ ਰਿਹਾ ਸੀ। ਕੁਝ ਪਸ਼ੂ ਪਾਲਕ ਪੰਚਾਇਤ ਵੱਲੋਂ ਸਾਫ਼ ਸੁਥਰੇ ਰੱਖੇ ਛੱਪੜ ਵਿੱਚੋਂ ਮਾਲ ਡੰਗਰ ਨੂੰ ਪਾਣੀ ਡਹਾ ਰਹੇ ਸਨ। ਗੁਰਦੁਆਰਾ ਸਾਹਿਬ ਰਹਿਰਾਸ ਦਾ ਪਾਠ ਚੱਲ ਰਿਹਾ ਸੀ। ਸ਼ਮਸ਼ਾਨ ਘਾਟ ਦੇ ਵਰਾਂਡੇ 'ਚ ਬੈਠੇ ਤੇ ਕੁਝ ਲੰਮੇ ਪਏ ਮੁੰਡੇ ਨਸ਼ੇ ਆਦਿ 'ਚ ਗੁੱਟ ਇੱਕ ਦੂਸਰੇ ਨੂੰ ਗਾਲੀ ਗਲੋਚ ਕਰ ਰਹੇ ਸਨ। ਕਿਵੇਂ ਨਵਜੀਤ? ਸਾਡੇ ਵੇਲੇ ਤਾਂ ਅਜਿਹੇ ਮੰਜ਼ਰ ਘੱਟ ਹੀ ਵਿਖਾਈ ਦਿੰਦੇ ਸਨ। ਭਾ ਸਰਦੂਲ ਨੇ ਕਿਹਾ। ਮੈਂ ਹੁੰਗਾਰਾ ਭਰਿਆ। ਉਹ ਸਮੇਂ ਹੀ ਹੋਰ ਸਨ ਨਵਜੀਤ। ਉਹਨਾਂ ਸਮਿਆਂ 'ਚ ਨੌਜਵਾਨ ਚੰਗੀ ਖੁਰਾਕ ਖਾਂਦੇ ਸਨ। ਅਖਾੜਿਆਂ 'ਚ ਡੰਡ ਬੈਠਕਾਂ ਮਾਰਦੇ, ਜ਼ੋਰ ਕਰਦੇ ਸਨ। ਕਬੱਡੀ ਖੇਡਦੇ, ਕੁਸ਼ਤੀਆਂ ਲੜਦੇ ਸਨ। ਛੋਟੇ ਖਿੱਦੋ ਖੂੰਡੀ, ਖੋ ਆਦਿ ਖੇਡਦੇ ਸਨ। ਹੁਣ ਤਾਂ ਦੁੱਧ ਸਵੇਰੇ ਸ਼ਹਿਰਾਂ ਨੂੰ ਟੈਂਕਰ ਭਰ ਭੇਜ ਦਿੱਤਾ ਜਾਂਦਾ ਹੈ। ਘਰਾਂ 'ਚ ਮਸਾਂ ਚਾਹ ਹੀ ਬਚਦਾ। ਦੁੱਧ, ਦਹੀਂ, ਮੱਖਣ, ਲੱਸੀ ਆਦਿ ਨਿਆਮਤਾਂ ਤਾਂ ਪਿੰਡਾਂ 'ਚੋਂ ਲੋਪ ਹੋ ਚੁੱਕੀਆਂ। 10 ਰੁਪਏ ਦਾ ਸੜੀ ਜਿਹੀ ਚਾਹ ਦਾ ਕੱਪ ਮਿਲਦਾ ਹੈ ਤੇ ਗੰਨੇ ਦਾ ਰਸ 20 ਰੁਪਏ ਗਲਾਸ ਰੇਹੜੀ ਤੇ ਲਗਾਏ ਵੇਲਣੇ ਵਾਲਾ ਵੇਚਦਾ। ਸਰਦੂਲ ਮੈਨੂੰ ਦੱਸ ਰਿਹਾ ਸੀ। ਮੜੀਆਂ ਵਾਲੀ ਗਲੀ ਦੀ ਨੁੱਕਰੀ ਇੱਕ ਖੋਲੇ ਜਿਹੇ ਦੀ ਓਟ ਵਿੱਚ ਬੈਠਾ ਇੱਕ ਅਧਖੜ ਜਿਹਾ ਬੰਦਾ ਆਪਣੇ ਅੱਗੇ ਕੈਨ ਰੱਖੀ ਰੂੜੀ ਮਾਰਕਾ ਸ਼ਰਾਬ ਵੇਚ ਰਿਹਾ ਸੀ। 10 ਰੁਪਏ 'ਚ ਗਲਾਸੀ, ਕੋਲ ਪਏ ਪਲਾਸਟਿਕ ਦੇ ਡੱਬੇ 'ਚ ਨਮਕੀਨ ਰੱਖਿਆ ਸੀ। ਸੁੱਚੇ ਭਾ ਪਹਿਲਾਂ ਮੈਨੂੰ ਪਾ ਦੇ, ਘਰ ਪ੍ਰਾਹੁਣੇ ਆਏ ਆ। ਉਸ 100 ਦਾ ਨੋਟ ਤੇ ਡੋਲੂ ਅੱਗੇ ਕਰਦਿਆਂ ਕਿਹਾ। ਦੋ ਸ਼ਰਾਬੀ ਪਰਾਂ ਕੰਧ ਨਾਲ ਢੋ ਲਾਈ ਟੇਢੇ ਹੋਏ ਪਏ ਸਨ। ਮੈਂ ਸੋਚਿਆ ਪਹਿਲਾਂ ਇਸ ਤਰ੍ਹਾਂ ਸ਼ਰੇਆਮ ਨਸ਼ਾ ਨਹੀਂ ਸੀ ਵਿਕਦਾ। ਅਸੀਂ ਅੱਗੇ ਗਏ। ਮਾਸਟਰ ਜੀ ਸਤਿ ਸ੍ਰੀ ਅਕਾਲ। 5-7 ਨੌਜਵਾਨਾਂ ਦੇ ਜੱਥੇ ਦੇ ਆਗੂ ਨੇ ਬੜੇ ਉਤਸ਼ਾਹ ਨਾਲ ਦੱਸਿਆ। ਅਸੀਂ ਪਹਿਲੇ ਵੀਰਵਾਰ ਸਾਈਂ ਲੱਖ ਦਾਤੇ ਦੀ ਦਰਗਾਹ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾ ਰਹੇ ਹਾਂ। ਅਸੀਂ ਬਠਿੰਡੇ ਦੀ ਪ੍ਰਸਿੱਧ ਗਾਇਕ ਜੋੜੀ ਵੀ ਬੁੱਕ ਕਰਵਾ ਆਏ ਹਾਂ। ਭਾ ਸਰਦੂਲ ਸਿੰਘ ਨੇ ਉਹਨੂੰ ਵਿੱਚੋਂ ਹੀ ਟੋਕਦਿਆਂ ਕਿਹਾ। ਉਹ ਯਾਰ, ਤੁਸੀਂ ਜਵਾਨੀ ਨੂੰ ਨਸ਼ੇ ਦੇ ਹੜ੍ਹ 'ਚ ਡੁੱਬਣ ਤੋਂ ਬਚਾਉਣ ਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਕੋਈ ਚੰਗਾ ਨਾਟਕ ਆਦਿ ਪ੍ਰੋਗਰਾਮ ਕਰਵਾਇਆ ਕਰੋ। ਘੋਲ ਕਬੱਡੀ ਕਰਾਓ ਤਾਂ ਕਿ ਉਹਨਾਂ ਦੀ ਸੋਚ ਬਦਲੇ, ਉਹ ਨਰੋਏ ਸਮਾਜ ਦਾ ਅੰਗ ਬਣਨ, ਮਜ਼ਦੂਰਾਂ ਕਿਸਾਨਾਂ ਦੀ ਚੰਗੀ ਜ਼ਿੰਦਗੀ ਲਈ ਸੰਘਰਸ਼ੀਲ ਹੋਣ। ਮਾਸਟਰ ਜੀ 2 ਵਾਰ ਅਸੀਂ ਤੁਹਾਡੀ ਪ੍ਰੇਰਨਾ ਨਾਲ ਭਾਈ ਮੰਨਾ ਸਿੰਘ ਦੇ ਡਰਾਮੇ ਕਰਵਾਏ ਸੀ, ਪਰ ਉਹਨਾਂ ਦੀਆਂ ਚੋਭਾਂ ਤੋਂ ਸਾਡੀ ਹੁਕਮਰਾਨ ਪਾਰਟੀ ਦੇ ਮੁੱਖ ਮਹਿਮਾਨ ਨਾਰਾਜ਼ ਹੋ ਗਏ। ਸਾਡੀ ਕਲੱਬ ਨੂੰ ਨਾ ਉਹਨਾਂ ਗ੍ਰਾਂਟ ਦਿੱਤੀ ਤੇ ਲੋਕ ਵੀ ਘੱਟ ਗਿਣਤੀ 'ਚ ਪ੍ਰੋਗਰਾਮ ਵੇਖਣ ਆਉਂਦੇ ਸਨ। ਹੁਣ ਗਾਉਣ ਵਾਲਿਆਂ ਦੇ ਨਾਂ ਤੇ ਜਗ੍ਹਾ ਤੇ ਭੀੜਾਂ ਵੇਖਿਓ ਤੇ ਉਗਰਾਹੀ ਵੀ ਵਾਧੂ ਹੋ ਰਹੀ ਹੈ। ਕਲੱਬ ਦੇ ਇੱਕ ਮੈਂਬਰ ਨੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਮਾਸਟਰ ਜੀ ਨੂੰ ਲੋਕਾਂ ਦੀ ਮਾਨਸਿਕ ਪੱਧਰ ਦੇ ਨਿਘਾਰ ਬਾਰੇ ਦੱਸਿਆ। ਉਗਰਾਹੀ ਦੀ ਆਸ ਨਾਲ ਆਗੂ ਨੇ ਕਿਹਾ। ਮਾਸਟਰ ਜੀ ਅਖਾੜੇ ਤੋਂ ਬਾਅਦ ਕਬੱਡੀ ਵੀ ਕਰਵਾ ਦਿਆਂਗੇ। ਠੀਕ ਆ ਭਾਈ ਜਵਾਨੋ। ਬਾਹਰੋਂ ਛੋਟਾ ਭਾਈ ਆਇਆ। ਇਹਨੂੰ ਪਿੰਡ ਦਾ ਗੇੜਾ ਲਵਾਉਣ ਨਿਕਲਿਆ। ਸਵੇਰੇ ਬਣਦਾ ਸਰ ਦਾ ਹਿੱਸਾ ਭੇਜ ਦਿਆਂਗਾ। ਸਰਦੂਲ ਭਾ ਦੇ ਇਕਰਾਰ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਅੱਗੇ ਤੁਰ ਗਏ। ਨਵਜੀਤ ਸਿੰਘ ਹੁਣ ਤਾਂ ਮਾਝੇ ਦੇ ਹਰ ਪਿੰਡ 'ਚ ਮੁਸਲਮਾਨ ਸਾਈਂ ਫਕੀਰਾਂ ਦੀਆਂ ਦਰਗਾਹਾਂ ਹੋਂਦ 'ਚ ਆ ਗਈਆਂ। ਸਾਲਾਨਾ ਉਰਸ ਦੇ ਨਾਂ ਤੇ ਕਰਵਾਏ ਜਾਂਦੇ ਮੇਲੇ ਦੇ ਅਖਾੜੇ ਲਈ ਲੁਧਿਆਣੇ ਦੀ ਮੰਡੀ ਤੋਂ ਗਾਇਕ ਕਲਾਕਾਰ ਬੁਲਾਏ ਜਾਂਦੇ ਹਨ। ਸਾਡੀ ਮਾਣਮੱਤੀ ਲੋਕ ਗੀਤ ਗਾਇਕੀ ਤੇ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਬਰਬਾਦ ਕਰਨ ਵਾਲੀ ਲੱਚਰ ਗਾਇਕੀ ਨੂੰ ਨਵੀਂ ਪੀੜ੍ਹੀ ਪਸੰਦ ਕਰ ਰਹੀ ਹੈ।
ਟਰੈਕਟਰਾਂ 'ਚ ਫਿੱਟ ਕੀਤੇ ਸਪੀਕਰਾਂ ਤੋਂ ਕੰਨ ਖਾਊ ਗਾਣਿਆਂ ਦਾ ਸ਼ੋਰ, ਕੰਨਾਂ 'ਚ ਟੂਟੀਆਂ ਲਾਈ ਮੋਟਰਸਾਈਕਲਾਂ 'ਤੇ ਘੁੰਮਦੀ ਮੰਡੀਰ ਤੇ ਸੱਚੀ ਸੁੱਚੀ ਕਿਰਤ ਤੋਂ ਦੂਰ ਹੋ ਰਹੀ ਜਵਾਨੀ ਸਾਡੇ ਚੰਗੇ ਸਮਾਜ ਦੀ ਸਿਰਜਣਾ ਵਾਲੇ ਸੁਪਨੇ ਨੂੰ ਢਾਹ ਲਾ ਰਹੀ ਹੈ। ਕਰਜ਼ੇ ਸਿਰ ਚੜ੍ਹ ਰਹੇ ਹਨ, ਭਾਈਚਾਰਕ ਸਾਂਝਾਂ ਨਹੀਂ ਰਹੀਆਂ, ਰਿਸ਼ਤਿਆਂ 'ਚ ਨਿੱਘ ਨਹੀਂ ਰਿਹਾ, ਸਾਂਝੇ ਘਰ ਟੁੱਟ ਰਹੇ ਹਨ, ਘਰਾਂ ਦੀ ਆਨ ਤੇ ਸ਼ਾਨ ਬਜ਼ੁਰਗ ਫਾਲਤੂ ਜਿਹੇ ਹੋ ਗਏ ਹਨ। ਹਾਂ, ਵੱਡੇ ਭਾਅ ਬਦਲਾਅ ਦੇ ਨਾਲ ਸਾਡਾ ਮੁੱਲਵਾਨ ਵਿਰਸਾ ਤੇ ਸੱਭਿਆਚਾਰ ਵੀ ਗਾਇਬ ਹੋ ਗਿਆ। ਮੈਂ ਵੀ ਸਮਾਜਿਕ ਕਦਰਾਂ ਕੀਮਤਾਂ 'ਚ ਆਈ ਗਿਰਾਵਟ ਬਾਰੇ ਤੌਖਲਾ ਪ੍ਰਗਟ ਕੀਤਾ। ਬਿਲਕੁਲ ਨਵਜੀਤ, ਠੀਕ 3, 3.5 ਜਾਂ 4-5 ਦਹਾਕੇ ਪਹਿਲਾਂ ਵਾਲੇ ਪਿੰਡ ਕਿੱਥੇ ਹਨ? ਹੱਟੀਆਂ ਭੱਠੀਆਂ, ਹਲਟੀ ਵਾਲੀਆਂ ਖੂਹੀਆਂ, ਰੁੱਖਾਂ ਦੀ ਸੰਘਣੀ ਛਾਂ ਹੇਠ ਬਣਾਏ ਤਖਤਪੋਸ਼ ਉੱਤੇ ਬੈਠ ਦੁਪਹਿਰਾਂ ਤੋਂ ਲੋਢੇ ਵੇਲੇ ਤੱਕ ਅੱਧਖੜ ਬਾਬੇ ਤਾਸ਼ ਖੇਡਦੇ ਗੱਪ-ਸ਼ੱਪ ਮਾਰਦੇ ਸਨ। ਛੱਪੜ, ਟੋਭੇ, ਰੱਖਾਂ, ਝਿੜੀਆਂ, ਛੰਭ, ਨਹਿਰੀ ਸੂਏ, ਖਾਲ ਤੇ ਜਵਾਨੀ 'ਚ ਪੈਰ ਰੱਖਣ ਵਾਲੇ ਚੋਬਰਾਂ ਦੇ ਜ਼ੋਰ ਆਦਿ ਕਸਰਤਾਂ, ਡੰਡ ਬੈਠਕਾਂ ਮਾਰਨੀਆਂ ਲਈ ਬਣਾਏ ਅਖਾੜੇ ਲੋਪ ਹੋ ਗਏ ਹਨ। ਘੋਲ ਕਬੱਡੀ ਦੀ ਨਰਸਰੀ ਖਤਮ। ਤੀਆਂ ਸਾਵੇਂ, ਖੇਡਾਂ, ਖੀਰਾਂ, ਪੂੜੇ ਸਭ ਨੂੰ ਮਹਿੰਗਾਈ ਖਾ ਗਈ। ਪੀਰਾਂ ਫਕੀਰਾਂ ਦੀ ਧਰਤੀ ਨੂੰ ਕਿਹਦੀ ਨਜ਼ਰ ਲੱਗ ਗਈ? ਮੈਂ ਆਪਣੇ ਹੁੰਗਾਰੇ ਨੁਮਾ ਹੌਕਾ ਭਾਅ ਸਰਦੂਲ ਹੋਰਾਂ ਨਾਲ ਸਾਂਝਾ ਕੀਤਾ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਵੀ ਉਹਦੇ ਨਾਲ ਡੂੰਘੇ ਅਤੀਤ 'ਚ ਲੱਥ ਚੁੱਕਾ ਹੋਵਾਂ। ਚੜ੍ਹਦੇ ਵਾਲੇ ਪਾਸਿਓਂ ਹੌਕਰਾਂ ਤੇ ਬੁਲਬੁਲੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਿਛਲੇ ਦਿਨੀਂ ਆਪਣੇ ਪਸੰਦੀਦੇ ਲੇਖਕ ਦੀਆਂ ਕੁਝ ਰਚਨਾਵਾਂ, ਇੱਕ ਪਿੰਡ ਦੀਆਂ ਤਰਕਾਲਾਂ, ਸ਼ੋਰ ਪ੍ਰਦੂਸ਼ਣ ਦਾ ਕਹਿਰ ਤੇ ਹੁਣ ਮੇਰੇ ਪਿੰਡ 'ਚ ਰੱਬ ਨਹੀਂ ਵਸਦਾ ਆਦਿ ਸਾਕਾਰ ਰੂਪ 'ਚ ਸਾਹਮਣੇ ਸਨ। ਹਨੇਰਾ ਉਤਰ ਆਇਆ ਸੀ, ਠੰਡ ਵੱਧ ਰਹੀ ਸੀ। ਬੈਠਕ 'ਚ 2 ਮੰਜਿਆਂ ਵਿਚਕਾਰ ਹੀਟਰ, ਨੇੜਲੇ ਮੰਜੇ 'ਤੇ ਰੱਖੇ ਖਾਣ ਪੀਣ ਦੇ ਸਮਾਨ 'ਚ ਆਪਣੀ ਮਨਪਸੰਦ ਮਝੈਲਣ ਦਾਰੂ ਵੇਖ ਮੈਂ ਇੱਕ ਤਰ੍ਹਾਂ ਚੰਬਲ ਗਿਆ। ਬੀਤੇ ਦੀਆਂ ਅਭੁੱਲ ਯਾਦਾਂ ਤੇ ਸਮੁੰਦਰ 'ਚ ਡੁਬਕੀਆਂ ਲੈਂਦੇ ਨੀਮ ਗੁਲਾਬੀ ਜਿਹੇ ਸਰੂਰ 'ਚ ਖਾ ਪੀ ਉਹਨਾਂ ਹੀ ਮੰਜਿਆਂ ਤੇ ਰਜਾਈਆਂ 'ਚ ਪੈ ਗਏ। ਲੰਮੇ ਅਰਸੇ ਬਾਅਦ ਚੰਨ ਚਾਨਣੀ ਤੇ ਤਾਰਿਆਂ ਦੀ ਚਾਨਣੀ ਵੇਖੀ ਸੀ। ਵਿਦੇਸ਼ 'ਚ ਇਹੋ ਉਦਰੇਵਾਂ ਮੈਨੂੰ ਸਤਾਉਂਦਾ ਰਿਹਾ ਸੀ। ਸਵੇਰੇ ਸਰਦੂਲ ਭਾ ਨੇ ਉਠਾਇਆ। ਕੁਦਰਤ ਦੀ ਗੋਚ ਹਰੇ ਭਰੇ ਖੇਤਾਂ ਵਿਚਕਾਰ ਬੈਠਿਆਂ ਖੂਬਸੂਰਤ ਸੱਜਰੀ ਸੂਹੀ ਸਵੇਰ, ਭਾਂਤ ਭਾਂਤ ਦੇ ਪੰਖ ਪੰਖੇਰੂਆਂ ਤੇ ਫੁੱਲਾਂ ਨੇ ਖੁਸ਼ ਆਮਦੀਦ ਕਿਹਾ। ਕੁਦਰਤ ਦੇ ਨਤਮਸਤਕ ਹੋ ਸਰਦੂਲ ਨਾਲ ਸੈਰ ਲਈ ਤੁਰ ਪਿਆ। ਸਕੂਲ ਨੇੜਿਓਂ ਸੜਕੇ ਚੜ੍ਹੇ ਤਾਂ ਪੁਰਾਣੀਆਂ ਜਿਹੀਆਂ ਚਾਦਰਾਂ ਲੋਈਆਂ ਦੀਆਂ ਬੁੱਕਲਾਂ ਮਾਰੀ ਪਛੜੀ ਬਸਤੀ ਦੇ ਵਸਨੀਕਾਂ ਨੂੰ ਸੜਕ ਤੇ ਸਕੂਲ ਦੀ ਇਮਾਰਤ ਦੇ ਪਿਛਵਾੜੇ ਸ਼ਰੇਆਮ ਹਾਜਤ ਲਈ ਬੈਠਿਆਂ ਵੇਖ ਬੜਾ ਮਨ ਖਰਾਬ ਹੋਇਆ। ਸਰਕਾਰ ਦੇ ਸਵੱਛ ਭਾਰਤ ਅਭਿਆਨ ਵਾਲਾ ਨਾਅਰਾ ਇੱਧਰ ਨਹੀਂ ਸੀ ਪਹੁੰਚਿਆ। ਭਾ ਦੱਸ ਰਿਹਾ ਸੀ, ਫਿਰਨੀ ਦੇ ਨਾਲ ਰੂੜੀਆਂ ਲਈ ਕੱਟੇ ਥਾਵਾਂ ਤੇ ਬਹੁ ਬਲੀਆਂ ਤੇ ਸਰਪੰਚਾਂ ਦੇ ਹਮਾਇਤੀਆਂ ਨਾਜਾਇਜ਼ ਕਬਜ਼ੇ ਕਰ ਲਏ ਹਨ। ਛੱਪੜ ਵੀ ਨਹੀਂ ਬਖਸ਼ੇ। ਘਰਾਂ ਦਾ ਗੰਦ ਛੱਪੜ 'ਚ, ਗੰਦਾ ਤੇ ਦੂਸ਼ਿਤ ਪਾਣੀ ਨਾਲੀਆਂ 'ਚ ਉਛਲ ਕੇ ਗਲੀਆਂ ਦੇ ਦੋਵੇਂ ਪਾਸੇ। ਵੱਡੀ ਸੜਕੇ ਪੈ ਅਜੇ ਥੋੜ੍ਹੀ ਦੂਰ ਹੀ ਗਏ ਸੀ ਕਿ ਮੈਨੂੰ ਸ਼ੋਰ, ਆਵਾਜ਼ ਤੇ ਸਾਹ ਘੋਟੂ ਵਾਯੂ ਪ੍ਰਦੂਸ਼ਣ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਵੀ ਕਰ ਦਿੱਤਾ। ਸਰਦੂਲ ਹੋਰੀਂ ਦੱਸ ਰਹੇ ਸਨ, ਨਵੇਂ ਲੱਗੇ ਭੱਠਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੇ ਕਾਲੇ ਧੂੰਏਂ 'ਚੋਂ ਕੋਇਲੇ ਨਾਲ ਬਾਲੇ ਟਾਇਰਾਂ ਤੇ ਪਲਾਸਟਿਕ ਦੀ ਰਹਿੰਦ ਖੂੰਹਦ ਦੇ ਜ਼ਹਿਰੀਲੇ ਕਣਾਂ ਤੇ ਖੇਤਾਂ 'ਚ ਸਾੜੀ ਜਾਂਦੀ ਪਰਾਲੀ ਦੇ ਧੂੰਏਂ ਨੇ ਤਾਂ ਹੁਣ ਪਿੰਡਾਂ ਵਿੱਚ ਵੀ ਸਾਹ ਲੈਣਾ ਮੁਹਾਲ ਕੀਤਾ ਹੋਇਆ। ਕੰਡਮ ਟਰੱਕਾਂ, ਸਕੂਲੀ ਬੱਸਾਂ, ਰੇਤੇ ਵਾਲੇ ਟਰਾਲੇ, ਘੜੁੱਕੇ ਤੇ ਆਟੋਆਂ ਦੇ ਸੰਘਣੇ ਜ਼ਹਿਰੀਲੇ ਕਾਲੇ ਧੂੰਏਂ ਨੇ ਸ਼ਹਿਰਾਂ ਵਾਂਗ ਪੇਂਡੂ ਵਾਤਾਵਰਨ ਨੂੰ ਪਲੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੀਆਂ ਸਰਦੀਆਂ 'ਚ ਦਿੱਲੀ ਵਿੱਚ ਧੁੰਦ, ਜਲਕਣ ਤੇ ਜ਼ਹਿਰੀ ਕਾਲੇ ਧੂੰਏਂ ਦੇ ਮੇਲ ਦਾ ਰੂਪ ਸਮੋਗ ਬਾਰੇ ਪੜ੍ਹਿਆ ਸੀ। ਸਵੇਰ ਦੀ ਸੈਰ ਵੇਲੇ ਆਪਣੀ ਚਹਿਚਹਾਟ ਨਾਲ ਮਾਹੌਲ ਨੂੰ ਸੰਗੀਤਮਈ ਬਣਾਉਣ ਵਾਲੇ ਪੰਖ ਪੰਖੇਰੂ ਵੀ ਹੁਣ ਲੋਪ ਹੋ ਗਏ ਲੱਗਦੇ। ਕੁਦਰਤ ਨਾਲ ਕੀਤੀ ਗਈ ਛੇੜਛਾੜ ਦੀ ਬਦੌਲਤ ਹਵਾ ਪ੍ਰਦੂਸ਼ਿਤ ਹੋ ਚੁੱਕੀ ਸੀ। ਚੌਗਿਰਦੇ ਦਾ ਗੰਧਲਾ ਹੋਣਾ ਯਕੀਨੀ ਸੀ। ਫਿਜ਼ਾ 'ਚ ਜ਼ਹਿਰ ਭਰ ਚੁੱਕਾ ਸੀ। ਆਪਣੇ ਪਿੰਡ ਰਹਿਣ ਵਾਲੇ ਮੇਰੇ ਫੈਸਲੇ ਨੂੰ ਪਿੰਡਾਂ ਦੇ ਵਾਤਾਵਰਨ ਵਿਚਲੇ ਘੱਟੇ ਮਿੱਟੀ ਦੇ ਗੁਬਾਰ, ਪ੍ਰਦੂਸ਼ਿਤ ਹਵਾ ਪਾਣੀ, ਲੋਪ ਹੋ ਗਈਆਂ ਸਾਡੀਆਂ ਵਿਰਾਸਤੀ ਰਵਾਇਤਾਂ, ਅਮੀਰ ਪਰੰਪਰਾਵਾਂ, ਸੱਭਿਆਚਾਰ, ਦਿਨ ਤਿਉਹਾਰ ਤੇ ਭਾਈਚਾਰਕ ਸਾਂਝ ਦੇ ਖਾਤਮੇ ਨੇ ਤਾਰ-ਤਾਰ ਕਰ ਦਿੱਤਾ ਸੀ। ਪਿੰਡ ਦੀ ਸਾਫ਼ ਤੇ ਸਵੱਛ ਆਬੋ ਹਵਾ ਵਿੱਚ ਵਸਣ ਦੇ ਸੁਪਨੇ ਨੂੰ ਜ਼ਹਿਰੀਲੀ ਹਵਾ, ਜਲ ਕਣਾਂ ਤੇ ਕਾਲੇ ਧੂੰਏਂ ਦੇ ਸੁਮੇਲ ਸਮੋਗ ਨੇ ਡੂੰਘੀ ਠੇਸ ਪਹੁੰਚਾਈ।
ਇਹ ਤਾਂ ਮੈਂ ਵਿਦੇਸ਼ 'ਚ ਬੈਠੇ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਹਵਾ, ਸ਼ੋਰ ਪ੍ਰਦੂਸ਼ਣ ਤੇ ਧੁਆਂਖੀ ਧੁੰਦ ਸਾਡੇ ਪੰਜਾਬ ਦੇ ਪਿੰਡਾਂ ਦਾ ਵੀ ਨਸੀਬਾ ਬਣ ਚੁੱਕੀ ਹੋਏਗੀ। ਧੰਨਵਾਦ। ਕਹਾਣੀ ਬੇਗਾਨਾ ਪਿੰਡ। ਵਿਦੇਸ਼ ਦੀ ਧਰਤੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਅੰਮ੍ਰਿਤਸਰ ਤੱਕ ਦੇ ਲੰਮੇ ਹਵਾਈ ਸਫ਼ਰ ਦੀ ਥਕਾਵਟ, ਉਨੀਂਦਰੇ, ਜ਼ਿਆਦਾ ਡਰਿੰਕ ਤੇ ਖਾਧੇ ਭਾਰੇ ਖਾਣੇ ਕਰਕੇ ਖਸਤਾ ਹਾਲ ਸਰੀਰ ਦਾ ਬੁੱਝ ਚੁੱਕੀ। ਪਰਿਵਾਰਕ ਜੀਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਤੇ ਹਾਲ ਚਾਲ ਪੁੱਛ ਛੋਟੇ ਭਰਾ ਨੂੰ ਆਪਣੇ ਠਹਿਰਨ ਵਾਲੇ ਕਮਰੇ ਬਾਰੇ ਪੁੱਛ ਬੈੱਡ ਤੇ ਡਿੱਗ ਹੀ ਪਿਆ। ਬੜੀ ਗੂੜੀ ਨੀਂਦ ਆਈ। ਸਵੇਰੇ ਸ਼ੋਰ ਪ੍ਰਦੂਸ਼ਣ ਨੇ ਬੜਾ ਪਰੇਸ਼ਾਨ ਕੀਤਾ। ਮੈਂ ਬਾਹਰ ਨਿਕਲਿਆ, ਚਾਰੇ ਪਾਸੇ ਧਾਰਮਿਕ ਸਥਾਨਾਂ ਦੇ ਸਪੀਕਰਾਂ ਦਾ ਰੌਲਾ ਸੀ। 20 ਕੁ ਸਾਲ ਪਹਿਲਾਂ ਸਾਡੇ ਪਿੰਡ 5 ਗੁਰਦੁਆਰੇ, ਜੱਟ ਸਿੱਖਾਂ ਦੇ, 2 ਰਾਮਗੜੀਆਂ ਦੇ, 2 ਮਜ਼੍ਹਬੀ ਸਿੱਖਾਂ ਦੇ ਤੇ 1 ਛੀਂਬਿਆਂ ਦੇ, ਭਾਵ 10 ਗੁਰਦੁਆਰੇ ਤੇ 1 ਠਾਕੁਰਦੁਆਰਾ ਹੁੰਦਾ ਸੀ। 2 ਦਹਾਕਿਆਂ 'ਚ 2-4 ਧਾਰਮਿਕ ਸਥਾਨ, ਡੇਰੇ ਜਾਂ ਸਾਈਂ ਫਕੀਰਾਂ ਦੀਆਂ ਦਰਗਾਹਾਂ 'ਚ ਵਾਧਾ ਵੀ ਜ਼ਰੂਰ ਹੋਇਆ ਹੋਏਗਾ। ਬੜੀ ਆਵਾਜ਼ਾਰੀ 'ਚ ਫੇਰ ਬੈੱਡ ਤੇ ਜਾ ਪਿਆ। ਪਾਸੇ ਪਰਤਦਿਆਂ ਬੜੀ ਬੇਚੈਨੀ 'ਚ ਸਵੇਰ ਦੀ ਉਡੀਕ ਕਰਨ ਲੱਗਾ। ਕੁਝ ਸਮੇਂ ਬਾਅਦ ਸਰਗੀ ਦੀ ਲੋ ਲੱਗਣੀ ਸ਼ੁਰੂ ਹੋ ਗਈ ਸੀ। ਆਪਣੀ ਆਦਤ ਦੇ ਉਲਟ ਉੱਠ ਬੈਠਾ, ਚੁਬਾਰੇ 'ਚੋਂ ਨਿਕਲਿਆ, ਛੱਤ ਤੇ ਚੱਕਰ ਲਾਇਆ। ਆਸੇ ਪਾਸੇ ਹਰੇ ਭਰੇ ਖੇਤ ਸਨ। ਪਾਲਤੂ ਕੁੱਤੇ ਨੇ ਘੂਰਿਆ, ਫਿਰ ਮੇਰੇ ਪੁਚਕਾਰਨ ਤੇ ਪੂਛ ਹਿਲਾਉਂਦਾ ਮੇਰੇ ਮਗਰ ਤੁਰ ਪਿਆ। ਮੈਂ ਦੁਬੁਰਜੀ ਵਾਲੀ ਸੰਪਰਕ ਸੜਕੇ ਪੈ ਅੰਮ੍ਰਿਤਸਰ ਵਾਲੀ ਸੜਕ ਦੇ ਦੋਵੇਂ ਪਾਸਿਆਂ ਵਿਕਸਤ ਹੋ ਚੁੱਕੇ ਅੱਡੇ 'ਚ ਪਹੁੰਚ ਗਿਆ। ਪਹਿਲਾਂ P&ਸਿੰਧ ਬੈਂਕ ਤੇ ਕੋਆਪਰੇਟਿਵ ਬੈਂਕ ਦੀਆਂ ਬ੍ਰਾਂਚਾਂ ਹੁੰਦੀਆਂ ਸਨ। ਹੁਣ PNB ਤੇ ਗ੍ਰਾਮੀਣ ਬੈਂਕ ਦੀਆਂ ਸ਼ਾਖਾਵਾਂ ਖੁੱਲ੍ਹ ਚੁੱਕੀਆਂ ਸਨ। ਕਿਸਾਨ ਖੇਤੀ ਸਟੋਰ, ਸੀਮੈਂਟ, ਸਰੀਏ, ਰੇਤਾ ਬਜਰੀ, ਕੱਪੜੇ, ਸਵੀਟਸ, ਮੈਡੀਕਲ ਸਟੋਰ, ਇਲੈਕਟ੍ਰੋਨਿਕਸ, ਮੋਬਾਈਲ, ਮੋਨਿਆਰੀ, ਫੋਟੋਗ੍ਰਾਫੀ, ਬਜਾਜ, ਹੀਰੋ TVS ਦੀਆਂ ਏਜੰਸੀਆਂ, ਨਿੱਜੀ ਹਸਪਤਾਲ, ਪੈਟਰੋਲ ਪੰਪ, 2 ਮੈਰਿਜ ਪੈਲੇਸ, ਨਿੱਜੀ ਸਕੂਲ, ਬੱਸ ਅੱਡਾ ਆਦਿ ਕਾਰੋਬਾਰੀ ਅਦਾਰੇ ਹੋਂਦ 'ਚ ਆ ਚੁੱਕੇ ਸਨ। ਸੱਜੇ ਮਹਿਲ ਜੰਡਿਆਲੇ, ਚੇਤਨਪੁਰੇ ਤੇ ਖੱਬੇ ਸਹਿੰਸਰੇ ਨੇੜੇ ਗੁਰੂ ਕੇ ਬਾਗ ਵਾਲੀ ਸੜਕ ਤੱਕ ਸੰਪਰਕ ਸੜਕਾਂ ਬਣ ਚੁੱਕੀਆਂ ਸਨ। ਸੱਜਰੀ ਤੇ ਖੂਬਸੂਰਤ ਸਵੇਰ, ਪੰਛੀ ਤੇ ਪਰਿੰਦੇ ਗਾਇਬ ਜਾਂ ਘਟ ਗਏ ਸਨ। ਇੱਧਰ ਖੱਬੇ ਹੱਡੋ ਰੋੜਾ ਹੁੰਦਾ ਸੀ, ਪਰ ਹੁਣ ਤਾਂ ਉਹਨੂੰ 4 ਦੀਵਾਰੀ ਕਰਕੇ ਢੱਕ ਦਿੱਤਾ ਗਿਆ। ਇਹ ਤੋਂ ਅੱਗੇ ਨਹਿਰ ਵੱਲ ਖੂਹ ਹੁੰਦਾ ਸੀ, ਜਿਹਦੇ ਆਲੇ ਦੁਆਲੇ ਸੰਘਣੇ ਰੁੱਖਾਂ ਦੀ ਝਿੜੀ ਜਿਹੀ ਹੁੰਦੀ ਸੀ। ਇਹ ਜਗ੍ਹਾ ਸਕੂਲੋਂ ਛੁੱਟੀ ਤੋਂ ਪਹਿਲਾਂ ਭੱਜਿਆਂ ਜਾਂ ਸਕੂਲ ਤੋਂ ਗੈਰ ਹਾਜ਼ਰ ਰਹਿਣ ਕਰਕੇ ਸਾਰੀ ਛੁੱਟੀ ਤੱਕ ਮੇਰੀ ਤੇ ਮੇਰੇ ਸਹਿਪਾਠੀਆਂ ਦੀ ਛੁਪਣਗਾਹ ਹੁੰਦੀ ਸੀ। ਖੂਹ ਵਾਲਿਆਂ ਜਾਂ ਖੇਤ ਕਾਮਿਆਂ ਵਿੱਚੋਂ ਕਿਸੇ ਵੱਲੋਂ ਸਾਡੇ ਘਨੀ ਦੱਸਣ ਕਰਕੇ ਸਾਨੂੰ ਛਿੱਤਰ ਪਰੇਡ ਵੀ ਇੱਥੇ ਹੀ ਹੁੰਦੀ ਸੀ। ਮੈਂ ਅੱਗੇ ਜਾਂਦਾ ਹਾਂ, ਇੱਥੇ ਕਿਸੇ ਨੇ ਇੱਟਾਂ ਦਾ ਭੱਠਾ ਲਾਇਆ ਸੀ, ਪਰ ਨਹਿਰ ਨੇੜੇ ਹੋਣ ਕਰਕੇ ਸਿਲ ਸਲਾਬੇ ਸਦਕਾ ਇੱਟਾਂ ਚੰਗੀ ਤਰ੍ਹਾਂ ਨਹੀਂ ਸਨ ਪੱਕਦੀਆਂ, ਜਿਸ ਕਰਕੇ ਭੱਠਾ ਬੰਦ ਕਰ ਦਿੱਤਾ ਸੀ। ਭੱਠੇ ਦੇ ਨੇੜੇ ਨਹਿਰ ਦੇ ਪੁਲ ਵਾਲੀ ਟਾਹਲੀ ਦੇ ਤੇ ਬਰਨੇ ਦੇ ਰੁੱਖਾਂ ਵਿਚਕਾਰ ਹਲਟੀ ਵਾਲੀ ਖੂਹੀ ਹੁੰਦੀ ਸੀ। ਨਹਿਰ ਕਰਕੇ ਖੂਹੀ ਦਾ ਪਾਣੀ ਬੜਾ ਠੰਡਾ ਹੁੰਦਾ ਸੀ। ਇਹਦੀ ਛਾਂ ਹੇਠਾਂ ਰਾਹੀ ਆਰਾਮ ਕਰਦੇ ਸਨ। ਠੰਡਾ ਪਾਣੀ ਪੀ ਆਪਣੇ ਪੰਧ ਪੈ ਜਾਂਦੇ ਸਨ। ਖੂਹੀ ਤੇ ਭੱਠੇ ਵਾਲੀ ਜਗ੍ਹਾ ਬੇਘਰੇ ਦਲਿਤਾਂ ਲਈ ਕਲੋਨੀ ਤੇ ਬਿਜਲੀ ਘਰ ਬਣਾ ਦਿੱਤਾ ਗਿਆ ਸੀ। ਅੰਗਰੇਜ਼ਾਂ ਦੇ ਵੇਲੇ ਦਾ ਖਸਤਾ ਹਾਲ ਨਹਿਰ ਦਾ ਪੁਲ ਅਜੇ ਖੜਾ ਸੀ ਤੇ ਸੱਜੇ ਪਾਸੇ ਨਹਿਰੀ ਵਿਭਾਗ ਦੇ ਮੁਲਾਜ਼ਮ ਦਾ ਕੁਆਟਰ ਹੁੰਦਾ ਸੀ, ਜਿਹਦਾ ਨਾਮੋ ਨਿਸ਼ਾਨ ਮਿਟ ਚੁੱਕਾ ਸੀ। ਉਹ ਪਾਰਲੇ ਡੁੰਮ ਵਾਲੇ ਸੂਏ 'ਚ ਪਾਣੀ ਛੱਡਦਾ ਹੁੰਦਾ ਸੀ ਜਾਂ ਨਹਿਰ ਦੀ ਪਟੜੀ ਤੇ ਲਗਾਏ ਦੋਵਾਂ ਫਾਟਕਾਂ ਨੂੰ ਬੰਦ ਕਰਨ ਜਾਂ ਕਿਸੇ ਅਫਸਰ ਦੀ ਗੱਡੀ ਲੰਘਾਉਣ ਲਈ ਖੋਲ੍ਹਦਾ ਹੁੰਦਾ ਸੀ। ਨਹਿਰ ਦੀ ਪਟੜੀ ਬੜੀ ਸਾਫ਼ ਸੁਥਰੀ ਹੁੰਦੀ ਸੀ। ਵੇਲਦਾਰ ਰੋਜ਼ ਵੱਡੇ ਝਾੜੂ ਮਾਰ-ਮਾਰ ਛਿੜਕਾਅ ਕਰਦੇ ਸਨ। ਬਜ਼ੁਰਗ ਵੇਲਦਾਰ ਦੱਸਦੇ ਹੁੰਦੇ ਸਨ ਕਿ ਅੰਗਰੇਜ਼ ਅਫਸਰ ਚਿੱਟੇ ਘੋੜੇ ਤੇ ਜਦੋਂ ਦੌਰੇ ਤੇ ਇਸ ਨਹਿਰ ਦੀ ਪਟੜੀ ਤੇ ਨਿਕਲਦੇ ਸਨ ਤਾਂ ਸਫਾਈ ਵੇਖ ਸਾਨੂੰ ਇਨਾਮ ਦਿੰਦੇ ਹੁੰਦੇ ਸਨ, ਪਰ ਉਹਨਾਂ ਦੇ ਪਿੱਛੇ ਹਿਫਾਜ਼ਤ ਲਈ ਚੱਲ ਰਹੇ ਹਿੰਦੁਸਤਾਨੀ ਸਿਪਾਹੀ ਬੇਲਦਾਰਾਂ ਨੂੰ ਦਬਕੇ ਮਾਰਦੇ ਸਨ। ਨਹਿਰੀ ਗਾਰਡ ਦਾ ਵਾਗੀਆਂ 'ਚ ਬੜਾ ਡਰ ਹੁੰਦਾ ਸੀ। ਉਹ ਨਹਿਰ ਦੀ ਬੁਰਜੀ 'ਚ ਘਾਹ ਪੱਠਾ ਚਰਨ ਲਈ ਚੋਰੀ ਪਸ਼ੂ ਵਾੜਦੇ ਸਨ, ਪਰ ਦੂਰੋਂ ਖਾਕੀ ਵਰਦੀ ਤੇ ਤੁਰਲੇ ਵਾਲੀ ਪੱਗ ਵਾਲੇ ਸਾਈਕਲ ਤੇ ਆ ਰਹੇ ਗਾਰਡ ਨੂੰ ਵੇਖ ਰੌਲਾ ਪਾ ਦਿੰਦੇ ਸਨ ਕਿ ਗਾਰਡ ਆ ਗਿਆ, ਗਾਰਡ ਆ ਗਿਆ। ਵਾਗੀ ਆਪਣਾ ਮਾਲ ਡੰਗਰ ਕੱਢ ਕਲਰ ਵੱਲ ਭਜਾ ਲੈ ਜਾਂਦੇ ਸਨ। ਪੁਲ ਤੇ ਸੌਖੇ ਮਿਸਤਰੀ ਦੀ ਸਾਈਕਲ ਮੁਰੰਮਤ ਕਰਨ ਦੀ ਦੁਕਾਨ ਖੋਖਾ ਹੁੰਦੀ ਸੀ। ਇਸੇ ਪਟੜੀ ਤੇ ਮੈਂ ਸਾਈਕਲ ਚਲਾਉਣ ਦੀ ਜਾਚ ਸਿੱਖੀ ਸੀ। ਸਾਈਕਲ ਦੀ ਜਾਚ ਸਿੱਖਣ ਦੀ ਯਾਦ ਆਉਣ ਕਰਕੇ ਮੈਂ ਮੁਸਕਰਾ ਪਿਆ। ਪਟੜੀਏ ਮੈਂ ਸਹਿੰਸਰੇ ਦੀ ਪੁਲੀ ਵੱਲ ਤੁਰ ਪਿਆ।
ਚੌਥੀ 'ਚ ਬਾਹਰਲੇ ਸਕੂਲੇ ਪੜ੍ਹਦਾ ਸੀ। ਪਹਿਲਾਂ ਅਸੀਂ ਸਾਈਂ ਦੀ ਕੁੱਲੀ ਵਾਲੇ ਸਕੂਲ 'ਚ ਪੜ੍ਹਦੇ ਸੀ, ਫਿਰ ਇੱਧਰ ਨਹਿਰ ਵੱਲ ਸ਼ੋਰ ਕਲਰ 'ਚ 2 ਵੱਡੇ ਕਮਰਿਆਂ, ਬਰਾਂਡਿਆਂ ਤੇ ਦਫ਼ਤਰ ਦੀ ਇਮਾਰਤ ਵਾਲਾ ਨਵਾਂ ਸਕੂਲ ਬਣ ਗਿਆ। ਹੱਟੀ ਵਾਲੀ ਖੂਹੀ ਹੁੰਦੀ ਸੀ। ਅਸੀਂ ਸਕੂਲ ਦੀ ਸਫਾਈ ਕਰ ਪਾਣੀ ਧਰੋਂਕਦੇ ਸਾਂ। ਫਿਰ ਮਾਸਟਰ ਜੀ ਨੇ ਵਰਾਂਡੇ ਦੇ ਬਾਹਰ ਕਿਆਰੀਆਂ ਬਣਵਾ ਕੇ ਫੁੱਲ ਬੂਟੇ ਲਗਵਾ ਦਿੱਤੇ। ਇੱਕ ਦਿਨ ਅੱਧੀ ਛੁੱਟੀ ਵੇਲੇ ਮੈਨੂੰ ਤੇ ਸੇਵੇ ਨੂੰ ਸੋਖੇ ਦੀ ਸਾਈਕਲਾਂ ਵਾਲੀ ਦੁਕਾਨ ਤੇ ਮਾਸਟਰ ਜੀ ਨੇ ਸਾਈਕਲ ਨੂੰ ਪੈਂਚਰ ਲਵਾਉਣ ਲਈ ਭੇਜਿਆ। ਸਕੂਲ ਤੋਂ ਸਾਈਕਲ ਨੂੰ ਰੇੜਦੇ ਅਸੀਂ ਇਸ ਪਟੜੀ ਤੇ ਆ ਚੜ੍ਹੇ ਸੀ ਕਿ ਅਚਾਨਕ ਮੈਨੂੰ ਫੁਰਨਾ ਫੁਰਿਆ। ਸੇਵਿਆ, ਸਾਈਕਲ ਚਲਾਉਣ ਦੀ ਜਾਚ ਨਾ ਸਿੱਖੀਏ? ਤੂੰ ਸਾਈਕਲ ਦੀ ਪਿਛਲੀ ਕਾਠੀ ਫੜੀ ਰੱਖੀ ਤਾਂ ਕਿ ਸਾਈਕਲ ਇੱਧਰ ਉੱਧਰ ਨਾ ਡਿੱਗੇ। ਮੈਂ ਫਰੇਮ ਵਿੱਚ ਉਹਦੀ ਇੱਕ ਲੱਤ ਦੂਸਰੇ ਪਾਸੇ ਕਰ ਪੈਰ ਪੈਡਲ ਤੇ ਰੱਖ ਜ਼ੋਰ ਲਾ ਗੇੜਨ ਲੱਗਾ। 2-3 ਵਾਰ ਡਿੱਗਾ। ਅਰਕਾਂ ਤੇ ਗੋਡੇ ਛਿੱਲੇ ਗਏ। ਜਦੋਂ ਜਗਦਿਆਂ ਵਾਲੇ ਪੁਲ ਤੇ ਸੋਖੇ ਦੀ ਸਾਈਕਲਾਂ ਵਾਲੀ ਦੁਕਾਨ ਤੇ ਗਏ ਤਾਂ ਉਹਨੇ ਅਗਲੇ ਪਹੀਏ ਦਾ ਟਾਇਰ ਖੋਲ ਟਿਊਬ ਕੱਢੀ ਤਾਂ ਇੰਨੇ ਟੁੱਕ ਵੇਖ ਸੋਖਾ ਕਹਿਣ ਲੱਗਾ, ਪਤੰਦਰੋ, ਪੈਂਚਰ ਕਿੱਥੇ ਲਾਵਾਂ? ਤੁਸੀਂ ਤਾਂ ਸਾਰੀ ਟਿਊਬ ਟੁੱਕ ਲਿਆਏ ਜੇ, ਨਵੀਂ ਪਊ। ਮੈਂ ਕਿਹਾ, ਭਾ ਤੂੰ ਨਵੀਂ ਟਿਊਬ ਪਾ ਦੇ, ਮੈਂ ਘਰੋਂ ਪੈਸੇ ਲੈ ਆਉਣਾ। ਆਪਣੇ ਜ਼ਖਮੀ ਅਰਕਾਂ ਗੋਡਿਆਂ ਤੇ ਸਾਈਕਲ ਚਲਾਉਣ ਦੀ ਜਾਚ ਸਿੱਖਣ 'ਚ ਨਾਕਾਮ ਰਹਿਣ ਦੀ ਕਹਾਣੀ ਮੇਰੇ ਬਚਪਨ ਦੀ ਨਾ ਭੁੱਲਣ ਵਾਲੀ ਯਾਦ ਬਣ ਗਈ। ਨਹਿਰ ਦੀ ਪਟੜੀ ਤੋਂ ਹੇਠਾਂ ਵਗਦਾ ਸੂਆ ਲੰਘ ਬਾਹਰਲੇ ਸਕੂਲ ਵੱਲ ਆਇਆ। ਗਿੱਲ ਸਪੋਰਟਸ ਐਸੋਸੀਏਸ਼ਨ ਹੋਂਦ 'ਚ ਆ ਚੁੱਕੀ ਸੀ। ਪੇਂਡੂ ਖੇਡ ਸਟੇਡੀਅਮ ਬਣ ਚੁੱਕਾ ਸੀ। ਇਸੇ ਸਟੇਡੀਅਮ 'ਚ ਸ਼ਾਹਿਦ ਕਪੂਰ ਤੇ ਰਾਣੀ ਮੁਖਰਜੀ ਦੀ ਟੀਮ ਨਾਲ ਪਾਕਿਸਤਾਨੀ ਕ੍ਰਿਕਟ ਟੀਮ ਦਰਮਿਆਨ ਖੇਡਿਆ ਮੈਚ ਫਿਲਮਾਇਆ ਗਿਆ ਸੀ, ਜਿਹਦੀ ਵੀਡੀਓ ਮੇਰੇ ਕਜ਼ਨ ਨੇ ਭੇਜੀ ਸੀ। ਬੁੱਢੇ ਖੂਹ ਦੇ ਕੋਲੋਂ ਦੀ ਲੰਘ ਢੱਕੀਆਂ ਚੋਂਦੀ ਹੁੰਦਾ ਹੋਇਆ ਨਵੀਂ ਬਣੀ ਸੜਕ ਪੈ ਫਿਰ ਅੱਡੇ ਵੱਲ ਤੁਰ ਪਿਆ। ਇੱਥੇ ਛੱਪੜ ਕੰਢੇ ਬਰਨੇ ਹੇਠਾਂ ਤਖਤਪੋਸ਼ ਡੱਠਾ ਹੁੰਦਾ ਸੀ। ਤਖਤਪੋਸ਼ ਤੇ ਬੈਠ ਬਜ਼ੁਰਗ ਬਰਨੇ ਦੀ ਛਾਂ ਹੇਠ ਦੁਪਹਿਰਾ ਕੱਟ ਲੈਂਦੇ, ਤਾਸ਼ ਖੇਡਦੇ ਤੇ ਕਦੀ ਦੋਧੀ ਦੀ ਲਿਆਂਦੀ ਅਖਬਾਰ ਵਿੱਚੋਂ ਮੈਨੂੰ ਖਬਰਾਂ ਪੜ੍ਹਨ ਸੁਣਾਉਣ ਲਈ ਆਖਦੇ ਸਨ। ਛੱਪੜ ਦੇ ਪਾਰ ਮਾਲੋ ਕੋਟੀਆਂ ਦੇ ਗੁਰਦੁਆਰੇ ਦਾ ਉਹ ਕਮਰਾ ਬਰਕਰਾਰ ਸੀ ਜਿੱਥੇ ਮੈਂ, ਸੇਵਾ, ਸੋਖੀ, ਤਾਰੀ ਤੇ ਬਾਬਾ ਜੀ ਦਾ ਬੇਟਾ ਸਤਨਾਮ ਰਾਤ ਨੂੰ ਪੜ੍ਹਦੇ ਹੁੰਦੇ ਸੀ। ਕਮਰੇ ਦੀ ਨੁੱਕਰੇ ਬਾਹਰ ਛਿੰਬਿਆਂ ਦੀ ਖੁੰਬ ਹੁੰਦੀ ਸੀ, ਜਿੱਥੇ ਉਹ ਅਮਰੇ ਠੇਕਣ ਲਈ ਰੰਗ ਚਾੜ੍ਹਦੇ ਹੁੰਦੇ ਸਨ ਤੇ ਰਾਤ ਨੂੰ ਚੋਬਰ ਤੇ ਬੁੱਢੇ ਠੇਰੇ ਭੱਠੀ ਦੀ ਭੁੱਬਲ ਨੂੰ ਫੋਲ ਨਿੱਘੇ ਹੁੰਦੇ ਲੁੱਚੀਆਂ ਗੱਲਾਂ ਮਾਰਦੇ ਹੁੰਦੇ ਸਨ। ਸਾਡੇ ਵੇਲੇ ਤੇ ਮਿਡਲ ਸਕੂਲ ਦੇ ਗੇਟ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਖਿਆ ਵੇ। ਖੁਸ਼ੀ ਹੋਈ ਸੀ। ਮੈਂ ਇਸੇ ਸਕੂਲ ਤੋਂ 8ਵੀਂ ਪਾਸ ਕੀਤੀ ਸੀ। ਗੇਟ ਨੇੜੇ ਖੜਾ ਸਾਂ ਕਿ ਸਾਹਮਣੇ ਆ ਰਿਹਾ ਮੇਰਾ ਮਿੱਤਰ ਮਨਜੀਤ ਮੈਨੂੰ ਪਛਾਣਨ ਦੀ ਕੋਸ਼ਿਸ਼ 'ਚ ਆ ਮਿਲਿਆ। ਮਨਜੀਤ ਮੇਰੇ ਨਾਲ 1 ਤੋਂ 8ਵੀਂ ਤੱਕ ਪੜ੍ਹਦਾ ਰਿਹਾ ਸੀ। ਹੋਰ ਫਿਰ ਮੁਖਵੰਤ ਸਿਆਂ, ਕਦੋਂ ਆਇਆ ਬਾਹਰੋਂ? ਮਨਜੀਤ ਨੇ ਬਗਲਗੀਰ ਹੁੰਦਿਆਂ ਪੁੱਛਿਆ। ਕੱਲ੍ਹ ਹੀ ਸ਼ਾਮੀ ਆਇਆ, ਸਵੇਰੇ ਸੈਰ ਲਈ ਨਿਕਲ ਆਇਆ ਸੀ। ਤੂੰ ਸੁਣਾ, ਕਿੱਥੇ ਹੁੰਨਾ? ਮੈਂ ਉਹਨੂੰ ਪੁੱਛਿਆ। ਸਕੂਲ ਸਾਹਮਣੇ ਸਾਡੀ ਪੈਲੀ ਹੁੰਦੀ ਸੀ। ਸਕੂਲ ਵੱਡਾ ਤੇ ਸੜਕ ਬਣ ਜਾਣ ਕਰਕੇ ਮੈਂ ਸਾਹਮਣੇ ਵਾਲੀਆਂ 5 ਦੁਕਾਨਾਂ ਪਾ ਦਿੱਤੀਆਂ। ਇੱਕ 'ਚ ਮੈਂ ਆਪ ਕਰਿਆਣਾ ਪਾਈ ਬੈਠਾ, ਪਿੱਛੇ ਘਰ ਬਣਾ ਲਿਆ ਸੀ। ਆ ਘਰ ਚੱਲਦੇ ਆਂ? ਨਹੀਂ, ਹੁਣ ਚੱਲਦਾ, ਸਾਰੇ ਨਾਸ਼ਤੇ ਤੇ ਉਡੀਕਦੇ ਹੋਣਗੇ, ਦੁਪਹਿਰੇ ਆਵਾਂਗਾ। ਮਨਜੀਤ ਨੂੰ ਕਹਿ ਡੇਰੇ ਵੱਲ ਆ ਗਿਆ। ਮੇਰਾ ਵਿਦੇਸ਼ੋਂ ਆਉਣਾ ਸੁਣ ਕੇ ਸਭ ਦੂਰ ਨੇੜੇ ਦੇ ਸਕੇ ਸੰਬੰਧੀ ਰਿਸ਼ਤੇਦਾਰ ਹੁਮਾ ਕੇ ਪਹੁੰਚੇ ਸਨ। ਪਰਿਵਾਰ ਨਾਲ ਨੇੜੇ ਦਾ ਸੰਬੰਧ ਰੱਖਣ ਵਾਲੇ ਸ਼ਰੀਕੇ ਬਰਾਦਰੀ ਦੇ ਤੇ ਮੇਰੇ ਸੱਜਣ ਮਿੱਤਰ ਮੈਨੂੰ ਪਿਆਰ ਦੇਣ ਆਏ। ਚਾਹ ਪਾਣੀ ਛਕ ਰਹੇ ਸਨ, ਪਕੌੜੇ ਤਲੇ ਜਾ ਰਹੇ ਸਨ ਤੇ ਸ਼ਾਇਦ ਦੁਪਹਿਰ ਦੀ ਰੋਟੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਮੈਂ ਉਹਨਾਂ ਤੋਂ ਆਸ਼ੀਰਵਾਦ ਪਿਆਰ ਲਿਆ ਤੇ ਉਹਨਾਂ ਨੂੰ ਆਪਣਾ ਸਨੇਹ ਦਿੱਤਾ। ਮੇਰੇ ਨਾਲ ਮੇਲ ਮਿਲਾਪ ਦੀ ਘਰੇਲੂ ਜਿਹੀ ਰਸਮ ਪੂਰੀ ਕਰ ਚਾਚੀਆਂ, ਤਾਈਆਂ, ਭੂਆ, ਭਰਜਾਈਆਂ ਕੁਰਸੀਆਂ ਮੱਲੀ ਗੱਲੀਂ ਰੁੱਝ ਗਈਆਂ ਸਨ ਤੇ ਚਾਚੇ ਤਾਏ, ਭਰਾ ਭਤੀਜੇ ਰੋਟੀ ਤੋਂ ਪਹਿਲਾਂ ਰੋਟੀ ਖਾਣ ਜੋਗੇ ਹੋਣ ਲਈ ਪਰਾਂ ਬੰਬੀ ਨੇੜੇ ਮੰਜਿਆਂ ਦੇ ਪਸਰ ਗਏ। ਮੈਂ ਵੀ ਆਪਣੇ ਇੱਕ ਭਣੇਵੇਂ ਨੂੰ ਭੇਜ ਕੇ ਆਪਣੇ ਦੋਸਤਾਂ ਨੂੰ ਬੁਲਾ ਲਿਆ। ਮੁੱਦਤਾਂ ਬਾਅਦ ਮਸਾਲਿਆਂ ਵਾਲੀ ਘਰ ਦੀ ਦਾਰੂ ਦਾ ਜ਼ਾਇਕਾ ਲਿਆ। ਮਹਿਫਿਲ ਸ਼ਾਮ ਤੱਕ ਆਪਣੇ ਰੰਗ ਬਿਖੇਰਦੀ ਰਹੀ। ਦੋਸਤ, ਰਿਸ਼ਤੇਦਾਰ ਤੇ ਆਪਣੇ ਭਰਾ ਆਦਿ ਨੇੜੇ ਦੇ ਸੰਬੰਧੀ ਆਪੋ ਆਪਣੇ ਪੁੱਤ ਭਤੀਜਿਆਂ ਨੂੰ ਬਾਹਰ ਵਿਦੇਸ਼ ਭਿਜਵਾਉਣ ਦਾ ਜੁਗਾੜ ਕਰਨ ਲਈ ਭਾਵੁਕ ਦਬਾਅ ਪਾਉਂਦੇ ਰਹੇ। ਪਤਾ ਹੀ ਨਾ ਲੱਗਾ ਰਾਤ ਦੀ ਰੋਟੀ ਖਾਧੀ ਕਿ ਨਹੀਂ। ਮੈਨੂੰ ਕੌਣ ਇਸ ਸੌਣ ਕਮਰੇ 'ਚ ਪਹੁੰਚਾ ਗਿਆ। ਮਹਿਫਿਲ 'ਚ ਸ਼ਾਮਲ ਮੇਰੇ ਮਿੱਤਰ ਤੇ ਮਹਿਮਾਨ ਕਦੋਂ ਤੇ ਕਿਵੇਂ ਗਏ, ਮੈਨੂੰ ਇਹ ਵੀ ਯਾਦ ਨਹੀਂ ਸੀ ਆ ਰਿਹਾ। ਆਸ-ਪਾਸ ਦੇ ਗੁਰਦੁਆਰਿਆਂ 12 ਬਾਬਿਆਂ ਦੀ ਮਿਹਰਬਾਨੀ ਨਾਲ ਸਵੇਰੇ ਫਿਰ ਨੀਂਦ ਟੁੱਟ ਗਈ। ਉੱਠ ਬੈਠਾ, ਜੱਗ 'ਚੋਂ ਪਾਣੀ ਦਾ ਗਲਾਸ ਪੀਤਾ, ਖੁੱਲ੍ਹੀ ਡੁੱਲੀ ਛੱਤ ਤੇ ਇੱਕ ਚੱਕਰ ਲਾਇਆ, ਬਾਥਰੂਮ ਜਾਂ ਮੂੰਹ ਹੱਥ ਧੋਤਾ, ਕੁਝ ਤਰੋ ਤਾਜ਼ਾ ਹੋਇਆ, ਲੋ ਲੱਗ ਰਹੀ ਸੀ, ਫਿਰ ਸੈਰ ਨੂੰ ਨਿਕਲ ਤੁਰਿਆ। ਅੱਜ ਅੱਡੇ ਦੇ ਦੂਜੇ ਪਾਸੇ ਭਾਵ ਅੰਮ੍ਰਿਤਸਰ ਵੱਲ ਸੜਕੇ ਪੈ ਤੁਰਿਆ।
ਇੱਥੇ ਸੂਏ ਦਾ ਪੁਲ ਬਗੀਚੀ ਤੇ ਖੂਹੀ ਹੁੰਦੀ ਸੀ। ਖੱਬੇ ਅੰਬਾਂ ਦਾ ਵੱਡਾ ਸਾਰਾ ਬਾਗ ਹੁੰਦਾ ਸੀ, ਪਰ ਹੁਣ ਸਾਬ ਰੋਲ ਜਿਹਾ ਸੂਆ ਸੀ। ਬਾਕੀ ਸਭ ਕੁਝ ਉੱਜੜ ਪੁੱਜੜ ਗਿਆ ਸੀ। ਹਾਸ਼ਮ ਸ਼ਾਹ ਟਰੱਸਟ ਦੇ ਗਠਨ ਬਾਰੇ ਪੜ੍ਹਿਆ ਸੀ। ਟਰੱਸਟ ਵੱਲੋਂ ਕਰਵਾਏ ਸੱਭਿਆਚਾਰਕ ਮੇਲਿਆਂ ਬਾਰੇ ਵੀ ਵੀਡੀਓ ਕਲਿੱਪ ਵੇਖੇ ਸਨ, ਪਰ ਹਾਸ਼ਮ ਸ਼ਾਹ ਪਬਲਿਕ ਸਕੂਲ ਦੀ ਆਲੀਸ਼ਾਨ ਇਮਾਰਤ ਵੇਖ ਮਨ ਬੜਾ ਖੁਸ਼ ਹੋਇਆ। ਮੈਂ ਚਾਚੇ ਕੈਪਟਨ ਜਰਨੈਲ ਸਿੰਘ ਸਮੇਤ ਉਹਨਾਂ ਕਰਮਯੋਗੀਆਂ ਦੇ ਨਤਮਸਤਕ ਹੋਇਆ, ਜਿਨ੍ਹਾਂ ਸਾਡੇ ਸੁਪਨੇ ਪੰਜਾਬੀ ਸਾਹਿਤ ਸਭਾ, ਜਗਦੇਵ ਕਲਾਂ, ਹਾਸ਼ਮ ਬਾਰੇ ਸੈਮੀਨਾਰ ਕਰਵਾਉਣ ਤੇ ਉਹਦੀ ਯਾਦ 'ਚ ਅਜਿਹਾ ਅਦਾਰਾ ਬਣਾਉਣ 'ਚ ਨਾਕਾਮ ਰਹਿਣ ਆਦਿ ਨੂੰ ਆਪਣੀਆਂ ਘਾਲਣਾ ਰਾਹੀਂ ਸਾਕਾਰ ਕੀਤਾ ਹੋਇਆ ਸੀ। ਫਿਰ ਪਿੰਡ ਦੇ ਬਾਰ-ਬਾਰ ਚੱਕਰ ਲਾਉਂਦਾ ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਗੁਰਦਾਸ ਮਾਨ ਦੇ ਗੀਤ ਮੇਰੇ ਹੇਰਵੇ ਮੇਰੇ ਉਦਰੇਵੇਂ ਦਾ ਸਾਥੀ ਰਿਹਾ ਸੀ। ਇਹ ਗੀਤ ਸੁਣਦਾ ਮੈਂ ਆਪਣੇ ਪਿੰਡ ਦੀਆਂ ਗਲੀਆਂ, ਵਿਆਹ ਸ਼ਾਦੀਆਂ 'ਚ ਵੱਜਦੇ ਸਰਦਾਰੀ ਮਹਿਲਾਂ ਵਾਲੇ ਦੇ ਸਪੀਕਰ, ਛੱਪੜ 'ਚ ਨਹਾਉਣ ਆਦਿ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ, ਜਿਹੜੇ ਵਾਜੇ ਵੱਜ ਮੁੜ ਕੇ ਵੱਜਣੇ ਨਹੀਂ। ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ ਕੌਣ ਭੁਲਾਵੇ ਗੱਲਾਂ ਯਾਰੀ ਲਾਉਣ ਦੀਆਂ। ਪਿੰਡ ਦੇ ਆਸੇ-ਪਾਸੇ ਕਿੰਨੇ ਹੀ ਛੱਪੜ ਹੁੰਦੇ ਸਨ। ਕੁਝ ਗਰਕ ਗਏ ਤੇ ਰਹਿੰਦੇ ਲੋਪ ਹੋ ਜਾਣ ਦੀ ਤਿਆਰੀ 'ਚ ਲੱਗਦੇ ਸਨ। ਫਿਰਦਾ ਫਿਰਦਾ ਸਕੂਲ ਸਾਹਮਣੇ ਆ ਨਿਕਲਿਆ। ਮਾਲੋਕੋਟੀਆਂ ਦੇ ਗੁਰਦੁਆਰੇ ਪਿਛਵਾੜਿਓਂ ਛੱਪੜ ਕੰਢੇ ਦੇ ਨਾਲ-ਨਾਲ ਪੁਰਾਣੇ ਤਲਾਬ, ਸਾਈਂ ਦੀ ਕੁੱਲੀ ਨੇੜਿਓਂ ਨਹਿਰ ਦੇ ਪੁਲ ਨੂੰ ਜਾਂਦਾ ਪਿਆ ਪੱਕਾ ਹੋ ਗਿਆ ਸੀ। ਪੁਰਾਣੇ ਤਲਾਬ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦਾ ਸੀ, ਜਿਹੜਾ ਇਸ ਪਿੰਡ ਜੰਝ ਲੈ ਗੁਲਾਬ ਕੌਰ ਨੂੰ ਵਿਆਹੁਣ ਆਇਆ ਸੀ। ਮੈਂ ਸਕੂਲ ਸਾਹਮਣੇ ਵਾਲੀ ਦੁਕਾਨ 'ਚੋਂ ਕਰਿਆਨੇ ਵਾਲੀ ਦੁਕਾਨ ਲੱਭ ਮਨਜੀਤ ਕੋਲ ਜਾ ਬੈਠਾ। ਉਸ ਚਾਹ ਮੰਗਵਾ ਲਈ। ਅਧਿਆਪਕ ਕਾਰਾਂ ਤੇ ਮੋਟਰਸਾਈਕਲਾਂ ਤੇ ਆ ਰਹੇ ਸਨ। ਕਾਰਾਂ 'ਚ ਉਤਰਦੇ ਕਲਾਸ ਜਾਂ ਦਫ਼ਤਰ ਵੱਲ ਹਾਜ਼ਰੀ ਲਗਾਉਣ ਦੀ ਥਾਂ ਮੋਬਾਈਲ ਕੰਨ ਨੂੰ ਲਾਈ ਰੁੱਖਾਂ ਵੱਲ ਤੁਰ ਜਾਂਦੇ। ਵਿਦਿਆਰਥੀ ਵੀ ਮੋਟਰਸਾਈਕਲਾਂ ਤੇ ਹੱਥਾਂ 'ਚ ਮੋਬਾਈਲ ਫੜੀ ਆ ਰਹੇ ਸਨ। ਕੋਈ ਮਾਤੜ ਸਾਥੀ ਸਾਈਕਲ ਦੀ ਟੋਕਰੀ 'ਚ ਇੱਕ ਅੱਧ ਕਾਪੀ ਕਿਤਾਬ ਰੱਖੀ, ਕੰਨਾਂ 'ਚ ਟੂਟੀਆਂ ਜਿਹੀਆਂ ਲਾਈ ਮਸਤ ਪੜ੍ਹਨ ਆ ਰਿਹਾ ਸੀ। ਮੈਂ ਨੋਟ ਕੀਤਾ, ਸਕੂਲ ਜਾਣ ਤੋਂ ਪਹਿਲਾਂ ਕੁਝ ਬੌਸ ਕਿਸਮ ਦੇ ਵਿਦਿਆਰਥੀ ਰੇਸ਼ਮ ਹੇਅਰ ਡਰੈਸਰ, ਬੱਬਲ ਟੈਲੀਕਾਮ, ਹਰਜੀਤ ਡੀਜੇ, DVD ਆਦਿ ਚੰਦਨ ਟੀ ਸਟਾਲ ਦਾ ਗੇੜਾ ਜ਼ਰੂਰ ਲਾ ਆਏ ਸਨ। ਢਿੱਲੋਂ ਮੈਡੀਕਲ ਸਟੋਰ ਅੱਜ ਬੰਦ ਸੀ। ਮਨਜੀਤ ਦੱਸ ਰਿਹਾ ਸੀ, ਅੱਧੀ ਛੁੱਟੀ ਵੇਲੇ ਤਾਂ ਖੂਬ ਰੌਣਕਾਂ ਹੁੰਦੀਆਂ। ਫਾਸਟ ਫੂਡ, ਜੰਕ ਫੂਡ, ਨੂਡਲ ਤੇ ਆਈਸਕ੍ਰੀਮ ਦੇ ਤਾਂ ਸਟਾਲ ਲੱਗਦੇ ਹੀ ਹਨ। ਮਨਜੀਤ ਸਾਡੇ ਵੇਲੇ ਇੱਕ ਛਾਬੜੀ ਵਾਲਾ ਮੂੰਗਫਲੀ, ਗੱਚਕ, ਮਰੂੰਡਾ ਲੈ ਕੇ ਬੈਠਾ ਹੁੰਦਾ ਸੀ, ਪਰ ਸਾਡੇ ਕੋਲ ਪੈਸੇ ਵੀ ਕਿੱਥੇ ਹੁੰਦੇ ਸੀ। ਮੈਂ ਕਿਹਾ, ਵਿਚਾਰੇ ਇਹਨਾਂ ਮੁੰਡਿਆਂ ਦੇ ਮਾਪੇ। ਮਨਜੀਤ ਦੇ ਚਿਹਰੇ ਤੇ ਪਸਰੀ ਉਦਾਸੀ ਮੈਂ ਮਹਿਸੂਸ ਕੀਤੀ। ਉਹ ਸੌਦਾ ਦੇਣ ਤੁਰ ਗਿਆ। ਮੈਂ ਫਿਰ ਆਪਣੀ ਬਾਹਰਲੇ ਸਕੂਲ 'ਚ ਜਾ ਪਹੁੰਚਿਆ। ਮੈਨੂੰ ਉਹਨਾਂ ਵੇਲਿਆਂ ਦੀ ਕੀਤੀ ਕਰਵਾਈ ਪੜ੍ਹਾਈ ਚੇਤੇ ਆਈ। ਸਾਡੇ ਚੌਥੀ ਵਾਲੇ ਮਾਸਟਰ ਜੀ ਪ੍ਰਾਰਥਨਾ ਕਰਵਾ ਥੋੜ੍ਹਾ ਕੁ ਸਮਾਂ PT ਕਰਵਾਉਂਦੇ ਸਨ। ਹਾਜ਼ਰੀ ਲਾਉਂਦੇ, ਫਿਰ ਅੱਧੀ ਛੁੱਟੀ ਤੱਕ ਪੜ੍ਹਾਈ ਚੱਲ ਸੋ ਚੱਲ। ਸਭ ਤੋਂ ਪਹਿਲਾਂ ਹਿਸਾਬ ਦੇ ਸਵਾਲ ਕਢਵਾਉਂਦੇ ਸਨ, ਫਿਰ ਪੰਜਾਬੀ ਦੀ ਪਾਠ ਪੁਸਤਕ 'ਚੋਂ ਪਾਠ ਪੜ੍ਹਾਉਂਦੇ, ਸਬਕ ਯਾਦ ਕਰਵਾਉਂਦੇ। ਅੱਧੀ ਛੁੱਟੀ ਤੋਂ ਬਾਅਦ ਮਾਸਟਰ ਜੀ ਇੱਕ ਪਾਸੇ ਇਮਲਾ ਲਿਖਾਉਂਦੇ ਸਨ, ਸੁੰਦਰ ਲਿਖਾਈ ਲਈ ਕਲਮਾਂ ਘੜ ਦਿੰਦੇ ਸਨ। ਫੱਟੀ ਦੇ ਦੂਸਰੇ ਪਾਸੇ ਅਸੀਂ ਬੋਲ ਪਹਾੜੇ ਲਿਖਦੇ ਸੀ। ਬਾਅਦ ਸਧਾਰਨ 'ਚ ਵਿਗਿਆਨ, ਸਮਾਜਿਕ ਅਧਿਐਨ, ਮਨੋਰੰਜਨ, ਕਿਰਿਆਵਾਂ ਤੇ ਹਿੰਦੀ ਆਦਿ ਪੜ੍ਹਾਉਂਦੇ ਸਨ। ਅਸੀਂ ਸਾਰੇ ਛੁੱਟੀ ਤੱਕ ਉੱਚੀ ਪਹਾੜੇ ਬੋਲਣ ਦਾ ਮੁਕਾਬਲਾ ਕਰਦੇ ਸੀ। ਦੇਵਤਾ ਸਰੂਪ ਸਨ ਸਾਡੇ ਅਧਿਆਪਕ। ਉਹਨਾਂ ਦੇ ਸਤਿਕਾਰ 'ਚ ਸਿਰ ਝੁਕਦਾ। ਜਦੋਂ ਮੈਂ ਇਸ ਮਿਡਲ ਸਕੂਲ 'ਚ ਦਾਖਲ ਹੋਇਆ ਤਾਂ ਹਿਸਾਬ 'ਚੋਂ ਮੈਂ ਪਹਿਲਾਂ ਹੀ ਕਮਜ਼ੋਰ ਸੀ, ਪਰ ਫਿਰ ਅੰਗਰੇਜ਼ੀ ਵੀ ਮੇਰੇ ਲਈ ਮੁਸੀਬਤ ਬਣ ਗਈ। ਮੈਂ ਨਾਲ ਦੀ ਕੁਰਸੀ ਤੇ ਆ ਬੈਠੇ ਮਨਜੀਤ ਨੂੰ ਸੰਬੋਧਨ ਕਰਦਿਆਂ ਕਿਹਾ, ਬੋਰਡ ਦੀ 8ਵੀਂ ਦੀ ਪ੍ਰੀਖਿਆ ਦੀ ਤਿਆਰੀ ਲਈ ਪਹਿਲਾਂ ਸਾਡੇ ਸ਼ਹਿਰ ਵਾਲੇ ਅਧਿਆਪਕ ਸਾਰੀ ਛੁੱਟੀ ਤੋਂ 1 ਘੰਟਾ ਬਾਅਦ ਵੀ ਪੜ੍ਹਾਉਂਦੇ ਸਨ। ਯਾਦ ਹੀ ਮਨਜੀਤ? ਸਿਆਲ ਦੇ 2 ਮਹੀਨੇ ਤਾਂ ਪੇਪਰਾਂ ਦੀ ਤਿਆਰੀ ਲਈ ਅਧਿਆਪਕ ਸਕੂਲ ਰੁਕਦੇ ਸਨ। ਸਾਨੂੰ ਰਾਤ ਤੇ ਤੜਕਸਾਰ ਫਿਰ ਉੱਠ ਕੇ ਪੜ੍ਹਾਉਂਦੇ ਸਨ। ਅਧਿਆਪਕ ਸਹਿਬਾਨ ਅਧਿਆਪਨ ਨੂੰ ਸਮਰਪਿਤ ਹੁੰਦੇ ਸਨ, ਅੱਜ ਵਰਗੇ ਨਹੀਂ। ਚੰਗਾ ਮਨਜੀਤ, ਫੇਰ ਮਿਲਾਂਗੇ, ਆਖ ਮੈਂ ਅੱਡੇ ਨੂੰ ਤੁਰਿਆ। ਨਵੇਂ ਬਣੇ ਪਟਵਾਰਖਾਨੇ, ਜਲ ਘਰ, ਪੰਚਾਇਤ ਘਰ ਦੇ ਅੱਗੋਂ ਦੀ ਲੰਘਦਾ ਡੇਰੇ ਨੂੰ ਤੁਰ ਗਿਆ। ਫਿਰਨੀ ਦੇ ਆਸ-ਪਾਸ ਫਾਰਮ ਹਾਊਸ 'ਚ ਆਲੀਸ਼ਾਨ ਕੋਠੀਆਂ, ਪੋਰਚਾਂ 'ਚ ਖੜੀਆਂ ਕਾਰਾਂ, ਜੀਪਾਂ, ਟਰੈਕਟਰਾਂ, ਕੰਬਾਈਨਾਂ, ਰੀਪਰ, ਡਿਸ਼ਾਂ ਆਦਿ ਮੇਰੇ ਪਿੰਡ ਦੀ ਖੁਸ਼ਹਾਲੀ ਤੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਸਨ। ਸਾਹਮਣੇ ਕਲੋਨੀ ਵੱਲੋਂ ਰੇਹੜੀ ਤੇ ਲੱਦੀ ਸਰੋਂ ਦਾ ਸਾਗ, ਪਾਲਕ, ਮੂਲੀਆਂ, ਗਾਜਰਾਂ, ਮਟਰ, ਹਰੀ ਮਿਰਚ, ਅਦਰਕ, ਟਮਾਟਰ ਤੇ ਧਨੀਆ ਆਦਿ ਵੇਚਣ ਲਈ ਮੇਰਾ ਜਮਾਤੀ ਦਿਆਲ ਆ ਰਿਹਾ ਸੀ। ਮੈਂ ਜਦੋਂ 5ਵੀਂ 'ਚ ਪੜ੍ਹਦਾ ਸੀ, ਦਿਆਲ 8ਵੀਂ 'ਚ ਸੀ। ਸਕੂਲ ਦੀ ਕਬੱਡੀ ਟੀਮ ਦਾ ਕੈਪਟਨ ਸੀ।
ਸਤਿ ਸ੍ਰੀ ਅਕਾਲ ਭਾਦਿਆਲ। ਮੇਰੇ ਬੁਲਾਉਣ ਤੇ ਉਸ ਪਛਾਣਨ ਦੀ ਕੋਸ਼ਿਸ਼ ਕੀਤੀ। ਓਏ ਮੁਖੀਆ, ਤੂੰ ਕਦੋਂ ਆਇਆ? ਉਸ ਮੇਰੀ ਸੁੱਖ ਸਾਂਦ ਪੁੱਛੀ। ਦਿਆਲ ਪਿੰਡ ਦੇ ਸਾਵਿਆਂ ਤੇ ਮੱਸਿਆ ਦੇ ਮੌਕੇ ਕਬੱਡੀ ਖੇਡਦਾ ਸੀ, ਛਿੰਝਾਂ 'ਚ ਘੁਲਦਾ ਸੀ। ਪਿੰਡ ਦੀ ਸ਼ਾਨ ਸੀ ਦਿਆਲ। ਕੀ ਹਾਲ ਤੇਰੀ ਕਬੱਡੀ ਤੇ ਭਲਵਾਨੀ ਦਾ? ਹਾਲਾਤ ਪ੍ਰਤੱਖ ਸਨ, ਫਿਰ ਵੀ ਪੁੱਛ ਬੈਠਾ। ਛੋਟੇ ਵੀਰ, ਉਹ ਸਮੇਂ ਨਹੀਂ ਰਹੇ। ਨਾ ਸਾਵੇਂ, ਨਾ ਤੀਆਂ, ਨਾ ਅਖਾੜੇ ਤੇ ਨਾ ਹੀ ਛਿੰਝਾਂ। ਕਬੱਡੀ ਘੋਲਾਂ ਦੀ ਥਾਂ ਸੱਭਿਆਚਾਰਕ ਮੇਲੇ ਤੇ ਲੱਚਰ ਗਾਇਕੀ। ਉਹਦੀ ਕੁਝ ਮਦਦ ਕਰਨ ਦੀ ਸੋਚ। ਆਵੀਂ ਕਿਸੇ ਦਿਨ ਡੇਰੇ, ਮੈਂ ਸੱਦਾ ਦੇ ਅੱਗੇ ਤੇ ਉਹ ਅੱਡੇ ਵੱਲ ਤੁਰ ਗਿਆ। ਭਾਵੇਂ ਮੈਂ ਬਾਹਰ ਰਹਿੰਦਾ ਵੀ ਦੋਸਤਾਂ ਦੇ ਸੰਪਰਕ 'ਚ ਪਿੰਡ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਸੀ। ਮੀਡੀਆ ਰਾਹੀਂ ਆਪਣੇ ਪੰਜਾਬ ਦੇ ਅਜੋਕੇ ਹਾਲਾਤਾਂ ਬਾਰੇ ਵਾਕਫ ਸੀ। ਪਰ ਇੱਥੇ ਆ ਕੇ ਕੁਝ ਘੰਟਿਆਂ 'ਚ ਮੈਂ ਮਹਿਸੂਸ ਕਰ ਲਿਆ ਕਿ ਨੌਜਵਾਨਾਂ 'ਚ ਨਾ ਜਵਾਨੀ ਦਾ ਜੋਸ਼ ਤੇ ਨਾ ਹੀ ਕੁਝ ਕਰਨ ਦਾ ਜਜ਼ਬਾ ਹੈ। ਮੈਂ ਸੈਰ ਦੌਰਾਨ ਵੇਖ ਹੀ ਲਿਆ ਸੀ ਕਿ ਮੈਨੂੰ ਖੇਤਾਂ ਵਿੱਚ ਮੋਢੇ ਕਹੀ ਰੱਖੀ ਨਾ ਕੋਈ ਕਿਸਾਨ ਮਿਲਿਆ, ਨਾ ਕਿਸਾਨ ਪੁੱਤ। ਖੇਤੀ ਤੇ ਘਰ ਦਾ ਕੰਮ ਪ੍ਰਵਾਸੀ ਕਾਮਿਆਂ ਦੇ ਮੋਢੇ ਪੈ ਚੁੱਕਾ ਸੀ। ਜਵਾਨੀ ਮੋਟਰਸਾਈਕਲਾਂ ਤੇ ਅੱਡਿਆਂ ਦੇ ਗੇੜੇ ਕੱਢਣ ਜੋਗੀ ਰਹਿ ਗਈ ਸੀ। ਆਲਸ ਤੇ ਕੰਮ ਚੋਰੀ ਦਾ ਪ੍ਰਤੱਖ ਅਹਿਸਾਸ ਹੁੰਦਾ ਸੀ। ਛੋਟੇ ਨੇ ਡੇਰਾ ਗਿੱਲ ਫਾਰਮ ਹਾਊਸ ਸੋਹਣਾ ਬਣਾ ਲਿਆ। ਨੂੰਹਾਂ ਪੁੱਤ ਤੇ ਬੱਚਿਆਂ ਦੀ ਰੌਣਕ ਕਰਕੇ ਘਰ ਭਰਿਆ ਸੀ। ਨਾਸ਼ਤੇ ਦਾ ਟਾਈਮ ਲੰਘ ਚੁੱਕਾ ਸੀ ਤੇ ਨਾ ਹੀ ਦੁਪਹਿਰ ਦੇ ਖਾਣੇ ਦਾ ਸਮਾਂ ਹੋਇਆ ਸੀ। ਪਰ ਫਿਰ ਵੀ ਪਰਾਂਠੇ, ਮੱਖਣ ਤੇ ਦਹੀਂ ਵੇਖ ਹਰ ਪੰਜਾਬੀ ਵਾਂਗ ਆਪਣੀ ਕਮਜ਼ੋਰੀ ਨਾ ਲੁਕਾ ਸਕਿਆ। ਆਲੂ, ਮੂਲੀ, ਗੋਭੀ ਦੇ ਪਰੌਂਠਿਆਂ ਤੇ ਟੁੱਟ ਪਿਆ। ਤਾਇਆ ਜੀ, ਅੱਜ ਤੁਹਾਨੂੰ ਵਿਆਹ ਵਿਖਾਉਣਾ ਹੈ। ਆਪਣੇ ਸੂਬੇਦਾਰ ਚਾਚਾ ਜੀ ਦੇ ਮੁੰਡੇ ਦਾ ਵਿਆਹ ਹੈ। ਭਤੀਜੇ ਦੇ ਚਾਅ ਨਾਲ ਦੱਸਣ ਤੇ ਮੈਂ ਕਿਹਾ, ਉਹ ਤਾਂ ਸਾਡੇ ਚਾਚਾ ਜੀ ਹਨ, ਤੇਰੇ ਕਿਵੇਂ ਹੋ ਗਏ? ਭਤੀਜੇ ਤੋਂ ਪਹਿਲਾਂ ਛੋਟਾ ਬੋਲ ਪਿਆ। ਉਹਨਾਂ ਨੂੰ ਸਾਰੇ ਪਿੰਡ ਦਾ ਵੱਡਾ ਛੋਟਾ ਸੂਬੇਦਾਰ ਚਾਚਾ ਹੀ ਸੱਦਦਾ ਹੈ। ਮਹਾਂਵੀਰ, ਵਿਆਹ ਜਾਵਾਂਗੇ। ਮੁੱਦਤ ਬਾਅਦ ਪਿੰਡ ਦਾ ਵਿਆਹ ਵੇਖਣ ਦਾ ਮੌਕਾ ਕਿਵੇਂ ਗਵਾ ਸਕਦਾ। ਉੱਥੇ ਸਭ ਨੂੰ ਮਿਲ ਵੀ ਲਵਾਂਗਾ। ਮੇਰੇ ਵਿਆਹ 'ਚ ਸ਼ਾਮਲ ਹੋਣ ਦੀ ਹਾਮੀ ਭਰਨ ਕਰਕੇ ਸਭ ਖੁਸ਼ ਹੋ ਗਏ। ਸਾਰਾ ਪਰਿਵਾਰ ਸੱਜ ਧੱਜ ਜਸ਼ਨ ਰਿਜ਼ੋਰਟ ਪਹੁੰਚ ਗਿਆ। ਪੈਲੇਸ ਹਰਿਆ ਭਰਿਆ, ਸਾਫ਼ ਸੁਥਰਾ। ਗੇਟ ਤੋਂ ਫੁੱਲਾਂ ਦੀਆਂ ਕਿਆਰੀਆਂ ਵਿੱਚੋਂ ਦੀ ਮੈਟ ਨਾਲ ਢਕੀ ਏਸੀ ਹਾਲ ਤੱਕ ਸੜਕ, ਦੋਵੇਂ ਪਾਸੇ ਦੇ ਪਾਰਕਾਂ ਦੇ ਸਬਜ਼ੀ ਮਖਮਲੀ ਘਾਹ ਉੱਪਰ ਰੰਗ ਬਿਰੰਗੀਆਂ ਛਤਰੀਆਂ ਹੇਠ ਚਿੱਟੇ ਮੇਜ਼ਪੋਸ਼ਾਂ ਨਾਲ ਢਕੇ ਗੋਲ ਟੇਬਲ ਤੇ ਆਲੇ ਦੁਆਲੇ ਜੋੜ ਕੇ ਰੱਖੀਆਂ ਕੁਰਸੀਆਂ। ਸੋਹਣੀਆਂ ਵਰਦੀਆਂ ਵਾਲੇ ਚੁਸਤ ਚਲਾਕ ਵੇਟਰ ਵੀ ਤਿਆਰ ਬਰ ਤਿਆਰ ਫੌਜ। ਖਾਣ ਪੀਣ ਦੀਆਂ ਵਸਤੂਆਂ ਦੇ ਸਟਾਲ, ਜੂਸ ਬਾਰ, ਕੋਲਡ ਡਰਿੰਕਸ। ਟਿਪੀਕਲ ਪੰਜਾਬੀ ਡਰੈਸ 'ਚ ਇੱਕ ਔਰਤ ਚਾਟੀ 'ਚ ਮਧਾਣੀ ਪਾਈ ਦੁੱਧ ਰਿੜਕ ਰਹੀ ਸੀ। ਇੱਕ ਹਲਵਾਈ ਕੇਸਰ ਬਦਾਮਾਂ ਵਾਲਾ ਦੁੱਧ ਕਾੜੀ ਬੈਠਾ ਸੀ। ਅੱਗੇ ਢਾਬਾ, ਤੰਦੂਰ, ਤੜਕਾ, ਦਾਲ ਮੱਖਣੀ, ਸਾਗ ਮੱਖਣ, ਮੱਕੀ ਤੇ ਮਿੱਸੀ ਰੋਟੀ, ਰਾਜਮਾਂਹ ਚਾਵਲ। ਅੱਗੇ ਏਸੀ ਹਾਲ 'ਚ ਇੱਕ ਪਾਸੇ ਨਾਸ਼ਤਾ, ਦੂਜੇ ਪਾਸੇ ਸਟੇਜ, ਸ਼ਗਨ ਲਈ ਲਾੜੇ ਲਾੜੀ ਦੀਆਂ ਕੁਰਸੀਆਂ, ਆਰਕੈਸਟਰਾ। ਨਾਸ਼ਤੇ ਵਾਲੇ ਟੇਬਲਾਂ ਤੇ ਫਿਸ਼, ਚਿਕਨ, ਮਟਨ, ਆਮਲੇਟ, ਵਾਈਟ ਬ੍ਰੈਡ, ਪਕੌੜੇ, ਪਨੀਰ, ਸਮੋਸੇ, ਸਵੀਟਸ, ਚਾਹ, ਕਾਫੀ ਆਦਿ ਅਨੇਕ ਆਈਟਮਾਂ। ਨਾਸ਼ਤਾ ਘਰ। ਬਾਹਰ ਆਈ ਬਰਾਤ ਅਜੇ ਨਹੀਂ ਸੀ ਆਈ, ਨਾ ਬਰਾਤੀ ਨਾ ਲਾੜਾ। ਬਾਹਰ ਖੁੱਲ੍ਹੇ 'ਚ ਬਾਰ, ਦੇਸੀ ਵਿਦੇਸ਼ੀ ਸ਼ਰਾਬ। ਪੈਗ ਬਣਾ ਰਹੀਆਂ ਦੋ ਬਹੁਤ ਹੀ ਹੁਸੀਨ ਬਾਰ ਗਰਲਸ। ਬੱਚਿਆਂ ਲਈ ਫਰੂਟੀ, ਆਲੂ ਟਿੱਕੀ, ਮਸਾਲਾ ਡੋਸਾ, ਗੋਲ ਗੱਪੇ, ਜੰਕ ਫੂਡਸ। ਪੈਲੇਸ ਵਿੱਚ ਕੜਮੱਸ ਹੋ ਗਈ ਸੀ। ਇਹ ਸਭ ਕੁਝ ਵੇਖ ਕੇ ਮੈਨੂੰ ਇਹ ਵਿਆਹ ਘੱਟ ਤੇ ਇੱਕ ਮੇਲਾ ਜ਼ਿਆਦਾ ਲੱਗਿਆ। ਵਿਆਹ ਵਾਲਾ ਜੋੜਾ ਗੁਰਦੁਆਰੇ ਲਾਵਾਂ ਲਈ ਗਿਆ। ਮੇਰੇ ਮਨ 'ਚ ਆਇਆ ਕਿ ਵਿਆਹ ਤਾਂ ਗੁਰਦੁਆਰੇ 'ਚ ਹੋ ਰਿਹਾ ਤੇ ਅਸੀਂ ਇੱਥੇ ਕੀ ਕਰ ਰਹੇ ਹਾਂ? ਵਿਆਹ ਦੀ ਤਾਂ ਅਸਲੀ ਰਸਮ ਲਾਵਾਂ ਨੂੰ ਮੰਨਿਆ ਜਾਂਦਾ। ਜੇ ਲਾਵਾਂ 'ਚ ਹੀ ਸ਼ਾਮਲ ਨਹੀਂ ਤਾਂ ਕਾਹਦਾ ਵਿਆਹ ਵੇਖਿਆ? ਵਿਆਹ ਵਾਲੀ ਜੋੜੀ ਕਦੋਂ ਸਟੇਜ ਤੇ ਜਾ ਬੈਠੀ, ਕਦੋਂ ਸ਼ਗਨ ਪਏ ਉਤਰ ਗਏ, ਕਿਸੇ ਨੂੰ ਪਤਾ ਹੀ ਨਾ ਲੱਗਾ। ਮੈਨੂੰ ਵਿਦੇਸ਼ਾਂ 'ਚ ਹੁੰਦੇ ਵਿਆਹ ਯਾਦ ਆਏ। ਵਿਆਹ ਕਿਸੇ ਬੁੱਕ ਕੀਤੇ ਹਾਲ 'ਚ ਨਹੀਂ, ਗੁਰਦੁਆਰੇ ਹੁੰਦੇ ਹਨ। ਸਾਰੀਆਂ ਰਸਮਾਂ ਉੱਥੇ ਹੁੰਦੀਆਂ। ਵਿਆਹ 'ਚ ਸਾਰੇ ਰਿਸ਼ਤੇਦਾਰ, ਸੱਜਣ ਮਿੱਤਰ ਸ਼ਾਮਲ ਹੁੰਦੇ ਹਨ। ਬਰਾਤ ਸਿੱਧੀ ਉੱਥੇ ਜਾਂਦੀ ਹੈ। ਮਿਲਣੀ ਤੋਂ ਚਾਹ ਨਾਸ਼ਤੇ ਤੱਕ ਸਭ ਉੱਥੇ ਹੀ ਹੁੰਦਾ। ਲਾਵਾਂ ਦੇ ਸਮਾਗਮ ਵਿੱਚ ਵੀ ਸਾਰੇ ਸ਼ਾਮਲ ਹੁੰਦੇ ਹਨ। ਫਿਰ ਸਭ ਸ਼ਗਨ ਵੀ ਉੱਥੇ, ਦੁਪਹਿਰ ਦਾ ਲੰਗਰ ਵੀ ਉੱਥੇ ਹੀ ਹੁੰਦਾ। ਡੋਲੀ ਸ਼ਾਮ ਨੂੰ ਕੁੜੀ ਦੇ ਘਰੋਂ ਵਿਦਾ ਹੁੰਦੀ ਹੈ। ਅਗਲੇ ਦਿਨ ਰਿਸੈਪਸ਼ਨ। ਪਰ ਮੈਨੂੰ ਪੈਲੇਸ ਵਿੱਚ ਚਾਚਾ, ਤਾਇਆ, ਚਾਚੀ, ਤਾਈ, ਭੂਆ, ਫੁੱਫੜ, ਮਾਸੀ, ਮਾਸੜ, ਮਾਮਾ, ਮਾਮੀ, ਨਾਨਾ, ਨਾਨੀ, ਦਾਦਾ, ਦਾਦੀ ਤੇ ਭਰਾ ਭਾਬੀ ਆਦਿ ਰਿਸ਼ਤਿਆਂ ਦੀ ਹੋਂਦ ਹੀ ਖਤਮ ਹੋ ਗਈ ਮਹਿਸੂਸ ਹੋਈ। ਮੈਨੂੰ ਮਿਲੇ ਲਿਫਾਫਿਆਂ ਵਾਲੇ ਅੰਕਲ, ਮਹਿੰਗੇ ਕੱਪੜਿਆਂ ਗਹਿਣਿਆਂ ਦਾ ਪ੍ਰਦਰਸ਼ਨ ਕਰਨ ਵਾਲੀਆਂ ਆਂਟੀਆਂ। ਖਾਧਾ ਪੀਤਾ ਸ਼ਗਨ ਵਾਲਾ ਲਿਫਾਫਾ ਫੜਾਇਆ ਤੇ ਨਿਕਲ ਗਏ। ਮੈਨੂੰ ਬਚਪਨ 'ਚ ਵੇਖੇ ਪੈਂਦੇ ਛੁਹਾਰੇ, ਅੱਜ ਕੱਲ੍ਹ ਸ਼ਗਨ। ਪਿੰਡ ਦੀ ਧੀ ਭੈਣ ਦੇ ਕਾਰਜ, ਮਰਨੇ ਪਰਨੇ ਦੇ ਇਕੱਠ, ਅੱਜ ਕੱਲ੍ਹ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਆਦਿ ਅਜਿਹੇ ਖੁਸ਼ੀ ਗਮੀ ਦੇ ਮੌਕੇ ਭਾਈਚਾਰਕ ਸਾਂਝ ਦੀਆਂ
ਮਜ਼ਬੂਤ ਤੰਦਾਂ ਵੇਖਣ ਨੂੰ ਮਿਲਦੀਆਂ ਸਨ। ਮੈਨੂੰ ਯਾਦ ਹੈ 7ਵੇਂ ਦਹਾਕੇ ਦੇ ਸ਼ੁਰੂ 'ਚ ਜਦੋਂ ਮੈਂ ਹਾਈ ਸਕੂਲ ਦੀ 10ਵੀਂ ਕਲਾਸ 'ਚ ਪੜ੍ਹਦਾ ਸੀ, ਬਰਾਦਰੀ 'ਚੋਂ ਲੱਗਦੇ ਤਾਏ ਦੀ ਧੀ ਸਿਮਰੋ ਦਾ ਵਿਆਹ ਸੀ। ਉਹਦੇ ਘਰ ਅੱਗੋਂ ਦੀ ਲੰਘਦਾ ਸੰਗਤਰਿਆਂ ਦਾ ਸੰਗ ਤੱਕਿਆਂ ਦਾ ਬਾਬਾ ਬਖਤੌਰ ਸਿੰਘ ਨੇ ਬੜੀ ਅਪਣੱਤ ਨਾਲ ਪੁੱਛਿਆ ਸੀ, ਬਚਨ ਸਿਆਂ, ਮੈਂ ਸੁਣਿਆ ਧੀ ਰਾਣੀ ਦਾ ਵਿਆਹ ਦੇ ਦਿੱਤਾ। ਹਾਂ ਬਾਬਾ ਜੀ, ਚੰਗਾ ਰਿਸ਼ਤਾ ਮਿਲ ਗਿਆ। ਸੋਚਿਆ ਤੁਹਾਡੀ ਮਿਹਰ ਨਾਲ ਹੱਥ ਪੀਲੇ ਕਰ ਸੁਰਖਰੂ ਹੋ ਜਾਵਾਂ। ਅਜੇ ਕੱਲ ਹੀ ਲਾਗੀ ਸਾਹੇ ਚਿੱਠੀ ਲੈ ਕੇ ਗਿਆ, ਬਚਨ ਸਿੰਘ ਨੇ ਦੱਸਿਆ। ਸ਼ੁਕਰ ਆ। ਆ ਸੱਚ, ਸੂਏ ਨੇੜੇ ਸਾਡੇ ਖੇਤ ਕੰਢੇ ਤੇ ਰੁੱਖ ਸੁੱਕਦੇ ਜਾਂਦੇ, ਸ਼ਾਇਦ ਸਿਉਂਕ ਲੱਗ ਗਈ। ਤੁਸੀਂ ਵਢਾ ਲਿਆਓ, ਵਿਆਹ 'ਚ ਬਾਲਣ ਦਾ ਕੰਮ ਦੇਣਗੇ। ਕੋਈ ਹੋਰ ਲੋੜ ਹੋਵੇ ਤਾਂ ਦੱਸਿਓ, ਆਖਦਾ ਬਾਬਾ ਬਖਤੌਰ ਸਿੰਘ ਡੇਰੀ ਨੂੰ ਤੁਰ ਗਿਆ। ਕੋਈ ਸਾਂਭੀ ਕਣਕ, ਕੋਈ ਸਾਂਭ ਕੇ ਰੱਖੇ ਪੁਰਾਣੀ ਬਾਸਮਤੀ ਦੇ ਚੌਲ, ਕੋਈ ਦੇਸੀ ਘਿਓ ਬਾਰੇ ਆ ਗਿਆ। ਅੱਧਾ ਪਿੰਡ ਆਪਣੇ ਰਾਸ਼ਨ ਕਾਰਡ ਦੇ ਗਿਆ ਸੀ। ਡਿਪੂ ਦੀ ਖੰਡ ਤੇ ਤੇਲ ਆਦਿ ਦਾ ਕੋਟਾ ਲੈ ਲਓ। ਕੋਈ ਸੁੱਕੀਆਂ ਛਿਟੀਆਂ ਦੀਆਂ 5-7 ਪੰਡਾਂ ਤੇ ਕੋਈ ਪਾਥੀਆਂ ਦਾ ਗੱਡਾ ਸੁੱਟ ਗਿਆ। ਰਾਣੀ ਗਾਉਣ ਦਾ ਸੱਦਾ, ਜਿਹਨੂੰ ਅੱਜ ਕੱਲ੍ਹ ਲੇਡੀ ਸੰਗੀਤ ਆਖਦੇ ਹਨ, ਘਰ ਘਰ ਦੇ ਆਈ ਸੀ। ਦੇਰ ਰਾਤ ਤੱਕ ਵਿਆਹ ਵਾਲੇ ਘਰੋਂ ਗਾਉਣ ਦੀ ਆਵਾਜ਼ ਆਉਂਦੀ ਹੁੰਦੀ ਸੀ। ਫਿਰ ਨਾਨਕੇ ਮੇਲ ਦਾ ਸਵਾਗਤ ਤੇ ਸੇਵਾ ਰੀਝ ਨਾਲ ਕੀਤੀ ਜਾਂਦੀ ਸੀ। ਸ਼ਰੀਕੇ ਬਰਾਦਰੀ ਵਾਲੇ ਆਪੇ ਦੁੱਧ ਇਕੱਠਾ ਕਰ ਤੇ ਗੁਰਦੁਆਰਿਓਂ ਪੰਚਾਇਤੀ ਭਾਂਡੇ, ਦੇਗ ਪਰਾਤਾਂ, ਕੜਾਹੀਆਂ, ਦੇਗ ਬਰੇ, ਥਾਲੀਆਂ ਤੇ ਗਲਾਸ ਜੱਗ ਵਿਆਹ ਵਾਲੇ ਘਰ ਪਹੁੰਚਾ ਜਾਂਦੇ। ਕੁਝ ਰਾਜੇ ਲਾਗੀ, ਜੋ ਉਹਨਾਂ ਵੇਲਿਆਂ ਦਾ ਹਲਵਾਈ ਵੀ ਹੁੰਦਾ ਸੀ, ਨੂੰ ਚੌਲ ਸਾਫ਼ ਕਰਨ, ਭੱਠੀਆਂ ਬਾਲਣ, ਦੇਗ ਬਰੇ 'ਚ ਦਾਲ ਰਿੰਨ੍ਹਣ, ਪਾਣੀ ਲਿਆਉਣ, ਗੰਢੇ ਛਿੱਲਣ ਤੇ ਆਏ ਗਏ ਨੂੰ ਚਾਹ ਆਦਿ ਪਿਆਉਣ ਦੇ ਕੰਮ ਸਾਂਭ ਲੈਂਦੇ ਸਨ। ਮੈਂ ਬਰਾਤ ਤੇ ਮੇਲ ਲਈ ਇਕੱਠੇ ਕੀਤੇ ਬਿਸਤਰਿਆਂ ਤੇ ਨੰਬਰ ਲਾਈ ਜਾਂਦਾ ਸੀ। ਚੋਬਰ ਬਰਾਤ ਲਈ ਚੰਗੇ ਬਿਸਤਰੇ ਗੁਰਦੁਆਰੇ ਤੇ ਮੇਲ ਲਈ ਘਰ ਪਹੁੰਚਾਈ ਜਾਂਦੇ ਸਨ। ਜੰਝ ਦਾ ਢੁਕਾ ਹੁੰਦਾ, ਲਾਗੀ ਲਾਗ ਲੈਂਦੇ। ਬਰਾਤ ਗੁਰਦੁਆਰੇ ਡਾਹੇ ਮੰਜਿਆਂ ਤੇ ਵਿਛੇ ਕੋਰੇ ਖੇਸਾਂ ਤੇ ਸੱਜ ਜਾਂਦੀ। ਰਾਜਾ ਡੂਨੇ ਭਰ ਬੂੰਦੀ ਤੇ ਮੱਠੀ ਰੱਖ ਵਰਤਾਈ ਜਾਂਦਾ। ਪਿੱਛੇ ਇੱਕ ਹੋਰ ਵਰਤਾਵਾ, ਗਲਾਸਾਂ 'ਚ ਮੋਟੀਆਂ ਇਲਾਇਚੀਆਂ ਵਾਲੀ ਚਾਹ ਪਾ ਫੜਾਈ ਜਾਂਦਾ ਸੀ। ਇਸੇ ਦੌਰਾਨ ਸਰਦਾਰੀ ਮਹਿਲਾਂ ਵਾਲੀਆ ਸਪੀਕਰ ਫਿੱਟ ਕਰ ਲੈਂਦਾ ਤੇ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਯਮਲਾ ਜੱਟ ਦੀ ਤੂੰਬੀ ਗੂੰਜ ਉੱਠਦੀ। ਫਿਰ ਅੱਧੀ ਰਾਤ ਤੱਕ ਫਿਲਮੀ ਤੇ ਲੋਕ ਗੀਤ, ਨਾਇਬ ਕੋਟੀਏ, ਘੁਮਿਆਰ ਦੇ ਰਿਕਾਰਡ ਚੱਲਦੇ ਸਨ। ਕੁਝ ਸ਼ੌਕੀਨ ਬਰਾਤੀ ਪਿੰਡੋਂ ਲੈ ਕੇ ਆਏ ਤਾਂ ਇੱਧਰੋਂ ਉੱਪਰੋਂ ਫੜੀ ਸ਼ਰਾਬ ਬਜ਼ੁਰਗਾਂ ਦੀਆਂ ਨਜ਼ਰਾਂ ਤੋਂ ਬਚਦੇ ਸਾਊਆਂ ਵਾਂਗ ਪੀਂਦੇ ਸਨ। ਫਿਰ ਘਰੋਂ ਕੁਝ ਮੋਹਤਬਰ ਜੰਝ ਨੂੰ ਰੋਟੀ ਦਾ ਸੱਦਾ ਦੇਣ ਲਈ ਆਉਂਦੇ। ਬਰਾਤ ਨੂੰ ਬੜੇ ਆਦਰ ਨਾਲ ਪੰਗਤਾਂ 'ਚ ਬਿਠਾਇਆ ਜਾਂਦਾ ਸੀ। ਰਾਜਾ ਪਰਨਾ ਮਾਰ ਅੱਗੇ ਥਾਲੀਆਂ ਰੱਖੀ ਜਾਂਦਾ। ਜ਼ਰਦਾ, ਦਹੀਂ, ਪਕੌੜੀਆਂ, ਦਾਲਾਂ ਤੇ ਲੋਹ ਦੇ ਮੰਡੇ, ਸਾਦਾ ਜਿਹਾ ਰਾਤ ਦਾ ਭੋਜਨ ਕਰਕੇ ਬਰਾਤ ਗੁਰਦੁਆਰੇ ਆਰਾਮ ਲਈ ਚਲੀ ਜਾਂਦੀ ਸੀ। ਅਗਲੇ ਦਿਨ ਸਵੇਰੇ ਬਰਾਤੀ ਬਾਹਰ ਜਾ ਦਾਤਣ ਕਰਦੇ ਵਗਦੇ ਖੂਹ ਜਾਂ ਹੱਟੀ ਤੇ ਜਾਂਦੇ, ਜਿੱਥੇ ਪਹਿਲਾਂ ਸਾਬਣ, ਤੇਲ ਤੇ ਸਾਫ਼ ਪਰਨੇ ਟੰਗੇ ਹੁੰਦੇ ਸਨ। ਪਿੰਡ ਦੇ ਗੱਭਰੂ ਵਾਰੀ ਹੱਟੀ ਗੇਰ ਟੂਟੀਆਂ ਭਰੀ ਜਾਂਦੇ ਸਨ। ਬਰਾਤੀ ਗੁਰਦੁਆਰੇ ਜਾ ਨਵੇਂ ਕੱਪੜੇ ਪਾ ਤਿਆਰ ਹੋ ਰਹੇ ਹੁੰਦੇ ਕਿ ਰਾਜਾ ਚਾਹ ਦੀ ਗਾਗਰ ਲੈ ਪਹੁੰਚ ਜਾਂਦਾ ਸੀ। ਬੂੰਦੀ, ਸ਼ੱਕਰਪਾਰੇ ਤੇ ਮੱਠੀਆਂ ਦੇ ਡੂਨੇ ਵਰਤਾਏ ਜਾਂਦੇ। ਚਾਹ ਪੀ ਮੁੰਡੇ ਖੁੰਡੇ ਪਿੰਡ ਵੇਖਣ ਬਹਾਨੇ ਗੇੜਾ ਦੇਣ ਕੁਝ ਵਾਜੇ ਦੁਆਲੇ ਤੇ ਸਿਆਣੇ ਪਹਿਲੀ ਬੰਨਾ ਵੇਖਣ ਖੇਤਾਂ ਵੱਲ ਨਿਕਲ ਜਾਂਦੇ। ਜ਼ਮੀਨਾਂ ਦੇ ਭਾਅ, ਬਾਰਿਸ਼ ਜਾਂ ਨਹਿਰੀ ਪਾਣੀ, ਫਸਲਾਂ ਦੇ ਝਾੜ ਆਦਿ ਬਾਰੇ ਪੁੱਛਦੇ। ਲੱਸੀ ਪਾਣੀ ਪੀਂਦੇ, ਲਾਵਾਂ ਫੇਰੇ ਹੁੰਦੇ। ਸਿਹਰੇ ਸਿੱਖਿਆ ਬਾਅਦ ਗੁਰਦੁਆਰੇ ਬਰਾਤੀਆਂ ਦੇ ਮਨੋਰੰਜਨ ਲਈ ਭੰਡ ਆ ਜਾਂਦੇ। ਰਾਜਾ ਸ਼ੌਕੀਨ ਬਰਾਤੀਆਂ ਨੂੰ ਸ਼ੀਸ਼ਾ ਵਿਖਾ ਲਾਗ ਵਸੂਲ ਕਰਦਾ। ਹੋਰ ਵੀ ਲਾਗੀ ਲਾਗਣਾ ਲਾਗ ਲੈ ਜਾਂਦੀਆਂ। ਰੋਟੀ ਲਈ ਘਰ ਦੇ ਵਿਹੜੇ 'ਚ ਡੱਠੇ ਮੰਜਿਆਂ ਤੇ ਬਰਾਤੀ ਸੱਜ ਜਾਂਦੇ। ਇੱਕ ਜੱਗਾ ਨਾਲ ਸ਼ਰਾਬ ਗਲਾਸਾਂ 'ਚ ਪਾਈ ਜਾਂਦਾ ਤੇ ਦੂਜਾ ਥਾਲੀਆਂ 'ਚ ਮਹਾਂਪ੍ਰਸ਼ਾਦ ਵਰਤਾਈ ਜਾਂਦਾ। ਸਿੱਠਣੀਆਂ, ਜੰਝ ਬੰਨ੍ਹਣੀ, ਲਾੜੇ ਦੀ ਜੁੱਤੀ ਲੁਕਾਉਣੀ ਆਦਿ ਰਸਮਾਂ ਬੜੇ ਸੁਖਾਵੇਂ ਮਾਹੌਲ 'ਚ ਨਿਭਾਈਆਂ ਜਾਂਦੀਆਂ। ਲਾਡੇ ਵੇਲੇ ਡੋਲੀ ਤੁਰਦੀ ਸੀ। ਡੋਲੀ ਘਰ ਪੁੱਜਣ ਤੇ ਮਾਂ ਪਾਣੀ ਵਾਰ ਕੇ ਪੀਂਦੀ ਸੀ। ਲਾਗਣ ਤੇਲ ਚੋ ਲਾਗ ਲੈ ਲਾੜੀ ਲਾੜੇ ਨੂੰ ਅੰਦਰ ਲੰਘਣ ਦਿੰਦੀ ਸੀ। ਅਚਾਨਕ ਹਵਾਈਆਂ, ਪਟਾਕਿਆਂ ਨਾਲ ਪੈਲੇਸ ਉੱਪਰਲਾ ਅਸਮਾਨ ਗੂੰਜ ਉੱਠਿਆ। ਬਰਾਤ ਆ ਗਈ। ਇੱਕ ਸ਼ਿੰਗਾਰੀ ਫਾਰਚੂਨਰ ਕਾਰ ਵਿੱਚ ਲਾੜਾ ਉਤਰਿਆ। ਉਹਦੇ ਪਿੱਛੇ ਆ ਰਹੀ ਖੁੱਲ੍ਹੀ ਜੀਪ 'ਚ 5-7 ਰਾਈਫਲਾਂ ਵਾਲੇ ਲਾੜੇ ਦੇ ਯਾਰ ਬੇਲੀ, ਜਗਦੀਆਂ ਅੱਖਾਂ, ਕੰਨਾਂ 'ਚ ਮੁੰਦਰੀਆਂ, ਡੋਲਿਆਂ ਤੇ ਟੈਟੂ, ਸ਼ਾਲਾਂ ਦੇ ਅਜੀਬ ਜਿਹੇ ਇਜ਼ਤੀਨ ਬਣਾ ਕੇ, ਮੱਥੇ ਉੱਪਰੋਂ ਜੈਲ ਲਾਲਾ ਖੜੇ ਕੀਤੇ ਵਾਲ ਤੇ ਹੱਥਾਂ 'ਚ ਸਮਾਰਟਫੋਨ ਫੜੀ ਦਹਿਸ਼ਤੀ ਨੌਜਵਾਨਾਂ ਵਿੱਚੋਂ ਕਿਸੇ ਨੇ ਪਹਿਲਾ ਫਾਇਰ ਕੱਢਿਆ। ਬਰਾਤ 'ਚ ਇੱਕ MLA ਤੇ ਕੁੜੀ ਵਾਲਿਆਂ ਸਵਾਗਤ ਕੀਤਾ। ਫਿਰ ਹਾਲ ਦੇ ਅੱਗੇ ਸਜਾਏ ਗੇਟ ਅੱਗੇ ਵੈਲਕਮ ਵਾਲਾ ਫੀਤਾ ਫੜੀ ਲੜਕੀਆਂ ਨੇ ਆਪਣਾ ਵੱਧ ਮਾਡਰਨ ਲਾਗ ਵਸੂਲਣ ਲਈ ਜ਼ੋਰ ਦਿੱਤਾ। ਗੋਲੀ ਗੱਟੇ ਨਾਲ ਫੁੱਲ
ਲਾੜੇ ਦੇ ਦੋਸਤਾਂ ਨੇ ਭੱਦੇ ਜਿਹੇ ਇਸ਼ਾਰੇ ਕਰ ਅੱਖਾਂ ਗਰਮ ਕੀਤੀਆਂ। ਬਰਾਤੀਆਂ ਡਟ ਕੇ ਨਾਸ਼ਤਾ ਕੀਤਾ। ਘਰ ਵਾਲੇ ਨੇੜੇ ਦੇ ਰਿਸ਼ਤੇਦਾਰਾਂ ਨਾਲ ਲਾੜੇ ਲਾੜੀ ਨੂੰ ਪੈਲਸ ਨੇੜਲੇ ਗੁਰਦੁਆਰੇ ਲਾਵਾਂ ਲਈ ਲੈ ਗਏ ਤੇ ਬਰਾਤੀ ਬਾਹਰ ਨੇੜਲੀਆਂ ਕੁਰਸੀਆਂ ਮੇਜ਼ਾਂ ਤੇ ਸੱਜ ਗਏ। ਵੇਟਰਾਂ ਦੀ ਫੌਜ ਵੱਲੋਂ ਸਾਰੇ ਮੇਜ਼ਾਂ ਤੇ ਵਿਸਕੀ ਦੀਆਂ ਬੋਤਲਾਂ, ਸੋਡਾ ਤੇ ਬਰਫ਼ ਆਦਿ ਰੱਖੇ ਗਏ। ਫਿਸ਼ ਤੇ ਚਿਕਨ ਸਰਵ ਹੋਣ ਲੱਗੇ। ਬਾਰ ਗਰਲਜ਼ ਬੜੀਆਂ ਮਨਮੋਹਕ ਅਦਾਵਾਂ ਨਾਲ ਪੈਗ ਸਰਵ ਕਰ ਰਹੀਆਂ ਸਨ ਤੇ ਸਟੇਜ ਤੇ ਆਰਕੈਸਟਰੇ ਗਰੁੱਪ ਦੀਆਂ ਡਾਂਸਰਾਂ ਉਕਸਾਊ ਤੇ ਲੱਚਰ ਗੀਤਾਂ ਨਾਲ ਥਿਰਕਣ ਲੱਗੀਆਂ। ਪਹਿਲਾਂ ਪੈਗ ਬਹਾਨੇ ਮਨ ਚਲੇ ਬਾਰ ਗਰਲਜ਼ ਨੂੰ ਬੁਲਾਉਂਦੇ, ਟਿਪ ਦਿੰਦੇ, ਮੋਬਾਈਲ ਨੰਬਰ ਪੁੱਛਦੇ ਤੇ ਮਾੜੀ ਮੋਟੀ ਛੇੜਛਾੜ ਕਰਦੇ ਸਨ, ਜਿਹਦੀਆਂ ਉਹ ਆਦੀ ਜਾਪਦੀਆਂ ਸਨ। ਸਟੇਜ ਦੇ ਅੱਗੇ ਬੇਢਬਾ ਜਿਹਾ ਭੰਗੜਾ ਪਾ ਰਹੇ ਸਨ ਸ਼ਰਾਬੀ ਗੱਭਰੂ। ਕੋਈ 10 ਦੇ ਨੋਟਾਂ ਦੀ ਦੱਥੀ ਲੈ ਡਾਂਸਰਾਂ ਦੇ ਉੱਤੋਂ ਦੀ ਇੱਕ ਨੋਟ ਸੁੱਟ ਰਿਹਾ ਸੀ। ਕੁਝ ਸ਼ਰਾਬੀ ਲਾੜੇ ਦੇ ਨੇੜਲੇ ਮਿੱਤਰ ਸਟੇਜ ਤੇ ਚੜ੍ਹ ਡਾਂਸਰਾਂ ਨਾਲ ਨੱਚਣ ਦੀ ਜ਼ਿੱਦ ਕਰ ਰਹੇ ਸਨ। ਉਹਨਾਂ ਵਿੱਚੋਂ ਕੁਝ ਧੱਕੇ ਨਾਲ ਸਟੇਜ ਤੇ ਨੱਚਣ ਦੇ ਨਾਂ ਤੇ ਡਾਂਸਰਾਂ ਨਾਲ ਛੇੜਛਾੜ ਕਰ ਰਹੇ ਸਨ। ਇੱਕ ਖਾਸ ਡਾਂਸਰ ਨਾਲ ਨੱਚਣ ਨੂੰ ਲੈ ਕੇ ਲਾੜੇ ਦੇ ਯਾਰਾਂ ਤੇ ਉਹਦੇ ਕਜ਼ਨਾਂ, ਮਾਮੇ ਭੂਆ ਪੁੱਤ ਵਿੱਚ ਤਕਰਾਰ ਹੋ ਗਿਆ, ਜੋ ਖਤਰਨਾਕ ਝਗੜੇ ਦਾ ਰੂਪ ਧਾਰਨ ਕਰ ਗਿਆ। ਇਸ ਦੌਰਾਨ ਇੱਕ ਬੌਸ ਕਿਸਮ ਦੇ ਸ਼ਰਾਬੀ ਮੁੰਡੇ ਵੱਲੋਂ ਚਲਾਈ ਗੋਲੀ ਸੱਭਿਆਚਾਰਕ ਗਰੁੱਪ ਦੇ ਇੱਕ ਮੈਂਬਰ ਦੇ ਜਾ ਲੱਗੀ। ਪੈਲੇਸ ਵਾਲਿਆਂ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਰਿਸ਼ਤੇਦਾਰੀ ਤੇ ਸਾਂਝ ਨਿਭਾਉਣ ਆਏ ਵਿਗੜਿਆ ਮਾਹੌਲ ਵੇਖ ਲਿਫਾਫਾ ਫੜਾ ਖਿਸਕ ਗਏ। ਚਲਾਕ ਸ਼ਰਾਬੀ ਵੀ ਇੱਧਰ ਉੱਧਰ ਹੋ ਗਏ ਸਨ। ਬਜ਼ੁਰਗ ਖੂੰਡੇ ਵਾਲੇ ਬਾਬੇ ਵੀ ਤਾਂ ਪਹਿਲਾਂ ਹੀ ਮਨਫੀ ਸਨ, ਉਹਨਾਂ ਦੀ ਪੁੱਛ-ਗਿੱਛ ਵੀ ਤਾਂ ਨਹੀਂ ਰਹੀ। ਬੜੀ ਕਾਹਲੀ 'ਚ ਲੜਕੀ ਨੂੰ ਲੜਕੇ ਨਾਲ ਕਾਰ 'ਚ ਬਿਠਾਇਆ ਤੇ ਬਿਨਾਂ ਕਿਸੇ ਰਸਮ ਦੇ ਡੋਲੀ ਤੋਰ ਦਿੱਤੀ। ਸਾਡੇ ਉਹਨਾਂ ਵੇਲਿਆਂ 'ਚ ਡੋਲੀ ਤੋਰਨ ਵੇਲੇ ਦਾ ਦ੍ਰਿਸ਼ ਇੰਨਾ ਭਾਵਕ ਹੁੰਦਾ ਸੀ ਕਿ ਹਰ ਅੱਖ ਆਪ ਮੁਹਾਰੇ ਨਮ ਹੋ ਜਾਂਦੀ ਸੀ। ਹਰ ਕੋਈ ਆਪੋ ਆਪਣੀ ਧੀ, ਭਣੇਵੀਂ, ਭਤੀਜੀ, ਸਖੀ, ਸਹੇਲੀ ਤੇ ਆਪਣੀ ਭੈਣ ਦੀ ਡੋਲੀ ਤੋਰਨ ਵੇਲੇ ਦੀ ਕਲਪਨਾ ਕਰ ਜਜ਼ਬਾਤੀ ਹੋ ਜਾਂਦਾ ਸੀ। ਹਰ ਕੋਈ ਅੱਖਾਂ 'ਚ ਸਿਮ ਆਏ ਹੰਝੂਆਂ ਨੂੰ ਚੁੰਨੀਆਂ ਜਾਂ ਸਾਫੇ ਨਾਲ ਪੂੰਝ ਰਿਹਾ ਹੁੰਦਾ ਸੀ। ਮਾਮੇ ਦਾ ਲਾਲ ਚੂੜਾ, ਦਾਦੀ ਦੀ ਫੁਲਕਾਰੀ ਤੇ ਮਾਂ ਦੇ ਗਹਿਣਿਆਂ ਨਾਲ ਸਜੀ ਧੀ ਧਿਆਣੀ ਅਥਰੂਆਂ ਨਾਲ ਭਿੱਜੀ ਕਦੇ ਮਾਂ ਦੇ, ਕਦੇ ਚਾਚੀਆਂ ਤਾਈਆਂ ਦੇ, ਕਦੇ ਭਰਾ ਭਰਜਾਈਆਂ ਦੇ ਤੇ ਕਦੇ ਸਖੀਆਂ ਸਹੇਲੀਆਂ ਦੇ ਗਲੇ ਲੱਗਦੀ ਸੀ। ਮਾਹੌਲ 'ਚ ਉਦਾਸੀ ਇੰਨੀ ਭਾਰੂ ਹੋ ਜਾਂਦੀ ਸੀ ਕਿ ਡੋਲੀ ਵਿੱਚੋਂ ਨਿਕਲ ਕੇ ਧੀ ਇੱਕ ਵਾਰ ਫਿਰ ਮਾਂ ਤੇ ਮਾਂ ਜਾਈ ਵੀਰ ਦੇ ਗਾਲਾਂ ਲੱਗਦੀ, ਜਿਵੇਂ ਆਖਰੀ ਹੋਵੇ, ਕੁਹਾਰੋ, ਡੋਲੀ ਨਾ ਜਾਇਓ, ਅਜੇ ਮੇਰਾ ਬਾਬਲ ਆਇਆ ਨਹੀਂ। ਪਰ ਪੈਲੇਸ 'ਚ ਡੋਲੀ ਤੋਰਨ ਮੌਕੇ ਕੋਈ ਵੀ ਨਹੀਂ ਸੀ। ਮੁੰਡੇ ਕੁੜੀ ਦੇ ਮਾਂ ਪਿਓ, ਲਾੜੇ ਦੇ ਯਾਰ ਬੇਲੀਆਂ ਤੇ ਆਰਕੈਸਟਰਾ ਗਰੁੱਪ ਦੇ ਮੁਖੀ ਤੋਂ ਪੁਲਿਸ ਪੁੱਛ ਪੜਤਾਲ ਕਰ ਰਹੀ ਸੀ। ਲੜਕੀ ਦੇ ਚਾਚੇ ਤਾਏ ਪੈਲੇਸ ਵਾਲਿਆਂ ਨਾਲ ਹਿਸਾਬ ਕਰ ਬਚਿਆ ਸਮਾਨ ਆਦਿ ਟਰਾਲੀ 'ਚ ਲਦਵਾ ਰਹੇ ਸਨ। ਉੱਧਰ ਜਦੋਂ ਡੋਲੀ ਚਾਚੇ ਸੂਬੇਦਾਰ ਦੇ ਬੂਹੇ ਪੁੱਜੀ ਹੋਏਗੀ ਤਾਂ ਉੱਥੇ ਪਾਣੀ ਵਾਰ ਕੇ ਪੀਣ ਵਾਲੀ ਮਾਂ ਵੀ ਨਹੀਂ ਹੋਏਗੀ। ਗੋਲੀ ਚਲਾਉਣ ਵਾਲੇ ਤੇ ਉਕਸਾਉਣ ਵਾਲੇ ਕਜ਼ਨ ਨੂੰ ਪੁਲਿਸ ਲੈ ਗਈ ਸੀ। ਮੈਂ ਪਰਿਵਾਰ, ਛੋਟੇ ਭਰਾ ਭਤੀਜਿਆਂ ਨਾਲ ਆਪਣੇ ਪਿੰਡ ਨੂੰ ਜਾਂਦਾ ਕਾਰ ਦੇ ਸ਼ੀਸ਼ੇ 'ਚ ਲੱਗੇ ਸਟਿੱਕਰ ਨਵਜੀਤ ਵੈਡਸ ਅਮਨ ਵੇਖਦਾ ਸੋਚ ਰਿਹਾ ਸੀ ਕਿ ਇਹ ਮੇਰੇ ਪਿੰਡ ਦੀ ਧੀ ਧਿਆਣੀ ਦਾ ਵਿਆਹ ਸੀ। ਨਹੀਂ, ਇਹ ਮੇਰੇ ਪਿੰਡ ਦੀ ਧੀ ਦਾ ਕਾਰਜ ਨਹੀਂ ਸੀ। ਮੈਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਇਹ ਪਿੰਡ ਮੇਰਾ ਨਹੀਂ ਹੋ ਸਕਦਾ। ਨਿਰਸੰਦੇਹ ਇਹ ਕੋਈ ਅਜਨਬੀ ਜਿਹਾ ਬੇਗਾਨਾ ਪਿੰਡ ਹੈ। ਧੰਨਵਾਦ। ਸਰਾਪੇ ਗਰਾਂ ਦੀ ਕਥਾ। ਪਿੰਡ ਮਿਹਰਬਾਨਪੁਰ ਦੇ ਇਸੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ 10 ਸਾਲ ਪਹਿਲਾਂ ਬਤੌਰ ਸੈਂਟਰ ਹੈੱਡ ਟੀਚਰ ਸੇਵਾ ਮੁਕਤੀ ਤੋਂ ਬਾਅਦ ਅੱਜ ਮੈਂ ਆਪਣੇ ਮਿੱਤਰ ਸਰਪੰਚ ਦੇ ਪੋਤਰੇ ਦੀ ਸ਼ਾਦੀ 'ਚ ਸ਼ਾਮਲ ਹੋਣ ਲਈ ਆਇਆ ਸੀ। ਸਕੂਲ ਦੇ 2 ਨਵੇਂ ਕਮਰੇ, ਰਸੋਈ ਤੇ ਬਾਥਰੂਮ ਹੋਣ 'ਚ ਆ ਚੁੱਕੇ ਸਨ। ਸਰਵ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਦੇ ਜ਼ਿਲ੍ਹੇ ਦਾ ਨਕਸ਼ਾ, ਰੁੱਖਾਂ ਤੇ ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਕੰਧਾਂ ਤੇ ਲਿਖੇ ਨਾਅਰੇ, ਮੋਟੋ ਤੇ ਫੁੱਲ ਬੂਟੇ ਵਿਦਿਆ ਮੰਦਰ ਨੂੰ 4 ਚੰਨ ਲਾ ਰਹੇ ਸਨ। ਮੈਂ ਆਪਣੀ ਕਰਮ ਭੂਮੀ ਨੂੰ ਸਜਦਾ ਕਰ ਨਾਲ ਲੱਗਦੇ ਸਰਪੰਚ ਦੇ ਘਰ ਦਾ ਖੁੱਲ੍ਹਾ ਬਾਹਰਲਾ ਗੇਟ ਲੰਘ ਕੰਧ ਨਾਲ ਮੋਟਰਸਾਈਕਲ ਲਾ ਇੱਕ ਨਜ਼ਰ ਖੁੱਲ੍ਹੇ ਵਿਹੜੇ ਵੱਲ ਮਾਰੀ। 2 ਪੱਕੇ ਕਮਰਿਆਂ ਦਾ ਵਾਧਾ ਹੋ ਚੁੱਕਾ ਸੀ ਤੇ ਧਰਮਸ਼ਾਲਾ ਲਈ ਆਈ ਗ੍ਰਾਂਟ ਨਾਲ ਬਣਾਇਆ 2 ਗਾਰਡਰਾਂ ਵਾਲਾ ਕਮਰਾ ਵੀ ਪਲਸਤਰ ਕਰ ਲਿਆ ਗਿਆ ਸੀ। ਰਸੋਈ ਵੀ ਢਾਹ ਕੇ ਵੱਡੀ ਤੇ ਖੁੱਲ੍ਹੀ ਕਰ ਲਈ ਗਈ ਸੀ। ਡੰਗਰਾਂ ਵਾਲੀ ਕੁੜ ਦਾ ਫਰਸ਼ ਵੀ ਲਾ ਲਿਆ ਸੀ ਤੇ ਕੁੜ ਦੇ ਬਾਹਰ ਟਾਹਲੀ ਹੇਠਲੀ ਖੁਰਲੀ ਵਿੱਚੋਂ ਪਸ਼ੂ ਚਾਰੇ ਨੂੰ ਮੂੰਹ ਮਾਰ ਰਹੇ ਸਨ। ਰਸੋਈ ਦੇ ਸਾਹਮਣੇ ਵਾਲੀ ਮੰਜੀ ਤੇ ਬੈਠੀ ਕਮਜ਼ੋਰ ਜਿਹੀ ਜਵਾਨ ਔਰਤ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਸੀ ਤੇ ਉਹਦੇ ਕੋਲ ਖੜਾ ਇੱਕ ਲਿਬੜਿਆ ਤਿਬੜਿਆ ਗੰਦਾ ਜਿਹਾ ਬੱਚਾ ਰੀਂ ਰੀਂ ਕਰ ਰਿਹਾ ਸੀ।
ਮੈਂ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ, ਇੰਨੇ ਨੂੰ ਰਸੋਈ 'ਚੋਂ ਆਵਾਜ਼ ਆਈ, ਬਾਵੀ ਤੇਰੇ ਮਾਸਟਰ ਜੀ ਆਏ ਨੇ, ਉਹਨਾਂ ਨੂੰ ਬੈਠਕ 'ਚ ਬਿਠਾ ਕੇ ਪਾਣੀ ਧਾਣੀ ਪਿਲਾ। ਬਾਵੀ ਸਰਪੰਚ ਦੀ ਛੋਟੀ ਧੀ, ਇਹਨੇ ਸਾਡੇ ਇਸੇ ਸਕੂਲ ਤੋਂ 5ਵੀਂ ਪਾਸ ਕੀਤੀ ਸੀ। ਸ਼ਾਇਦ 2005 'ਚ 5ਵੀਂ 'ਚ ਪੜ੍ਹਦੀ ਸੀ। ਉਦੋਂ ਇੱਧਰ ਹੜ੍ਹ ਆਇਆ ਸੀ। ਲੋਕ ਮਾਲ ਡੰਗਰ ਤੇ ਮਾਲ ਅਸਬਾਬ ਲੈ ਸੁਰੱਖਿਅਤ ਥਾਵਾਂ ਤੇ ਜਾ ਬੈਠੇ ਸਨ। ਜਦੋਂ ਪਾਣੀ ਦੇ ਉਤਰ ਜਾਣ ਬਾਅਦ ਘਰੀਂ ਪਰਤੇ ਸਨ ਤਾਂ ਗੇਰੂਏ ਪਾਣੀ 'ਚ ਗਰਕ ਹੋਏ ਘਰੇਲੂ ਸਮਾਨ ਨੂੰ ਵੇਖ ਬੜਾ ਕਲਪੇ ਸਨ। ਦਮਦਮਾ ਸਾਹਿਬ ਦੇ ਮੇਲੇ ਤੋਂ ਲਿਆਂਦੇ ਬਾਵੀ ਦੇ ਮਿੱਟੀ ਦੇ ਘੁੱਗੂ ਘੋੜੇ ਵੀ ਗਾਰ 'ਚ ਖੁਰ ਗਏ ਸਨ। ਬਾਵੀ ਸਰਪੰਚ ਦੀ ਲਾਡਲੀ ਧੀ, ਪਰ ਉਹਨੂੰ ਸਮਝਾਉਣ ਦੇ ਬਾਵਜੂਦ ਉਹਨੇ ਉਹਦਾ ਵਿਆਹ ਬਾਲ ਅਵਸਥਾ 'ਚ ਕਰ ਦਿੱਤਾ ਸੀ। ਛੋਟੀ ਉਮਰ 'ਚ ਮਾਂ ਬਣਨ ਕਰਕੇ ਉਹਦੀ ਤੰਦਰੁਸਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਹੁਣ ਸੁੱਖੇ ਦਾ ਵਿਆਹ ਰੱਖ ਦਿੱਤਾ, ਜਿਹੜਾ ਅਜੇ ਮਸਾਂ 15 ਸਾਲ ਦਾ ਹੋਇਆ ਸੀ। ਸਤਿ ਸ੍ਰੀ ਅਕਾਲ ਮਾਸਟਰ ਜੀ, ਕਦੋਂ ਆਏ? ਸਰਪੰਚ ਨੇ ਮੇਰੇ ਨਾਲ ਬਗਲਗੀਰ ਹੁੰਦਿਆਂ ਪੁੱਛਿਆ। ਅਜੇ ਹੁਣੇ ਆਇਆ, ਵਿਆਹ ਦੀ ਫੁੱਲ ਤਿਆਰੀ ਲੱਗਦੀ ਆ, ਸਰਪੰਚਣੀ ਦੀ ਸੁਣਾ। ਮੈਂ ਰਸਮੀ ਜਿਹੀਆਂ ਗੱਲਾਂ ਕੀਤੀਆਂ। ਹੂੰ ਹਾਂ ਕਰਦਾ ਸਰਪੰਚ ਖਾਣ ਪੀਣ ਦੇ ਪ੍ਰਬੰਧ ਲਈ ਚਲਾ ਗਿਆ। ਅੱਡ ਹੋਏ ਮੁੰਡੇ ਦੇ ਵਿਹੜੇ 'ਚ ਵਿਆਹ ਦੀਆਂ ਪੂਰੀਆਂ ਰੌਣਕਾਂ ਸਨ। ਰਾਵੀ ਨਦੀ ਦੇ ਕੰਢੇ ਦੇ ਨਾਲ ਤੁਸੀਂ ਬੰਨ੍ਹ ਦੇ ਅੰਦਰ ਤੇ ਬਾਹਰ ਨਿੱਕੇ ਨਿੱਕੇ ਪਿੰਡਾਂ ਵਿੱਚ ਵੱਸੀ ਰਾਏ ਸਿੱਖ ਬਰਾਦਰੀ ਦੇ ਕਿਰਤੀ ਕਿਸਾਨਾਂ ਦੀ ਕਾਗਜ਼ਾਂ ਵਿੱਚ ਮਾਲਕੀ ਦੇ ਹੱਕ ਦਰਜ ਨਹੀਂ ਸਨ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਰਾਵੀ ਦਿਆਰ ਦੇ ਪਾਰ ਇਹ ਜ਼ਮੀਨਾਂ ਕੇਂਦਰ ਸਰਕਾਰ ਤੇ ਜੰਗਲਾਤ ਵਿਭਾਗ ਦੇ ਨਾਂ ਬੋਲਦੀਆਂ ਸਨ, ਜਿਨ੍ਹਾਂ ਨੂੰ ਇਹਨਾਂ ਦੇ ਵੱਡੇ ਵਡੇਰਿਆਂ ਨੇ ਆਪਣਾ ਲਹੂ ਮੁੜਕਾ ਇੱਕ ਕਰਕੇ ਦੱਬ ਸਰਕੜੇ ਮਲੇ ਝਾੜੀਆਂ ਨਾਲ ਭਰੇ ਜੰਗਲ ਬੇਲੇ ਨੂੰ ਪੁੱਟ-ਪੁੱਟ ਬੰਜਰ ਜ਼ਮੀਨਾਂ ਨੂੰ ਆਬਾਦ ਕਰ ਵਾਹੀਯੋਗ ਬਣਾਇਆ ਸੀ। ਇਹਨਾਂ ਦੇ ਪੁਰਖਿਆਂ ਨੇ ਬਰਸਾਤੀ ਪਾਣੀ ਦੀ ਮਾਰ ਤੋਂ ਡਰਦਿਆਂ ਉੱਚੇ ਧਿੜੇ ਵੇਖ ਉਹਨਾਂ ਉੱਤੇ ਮੋੜੇ ਗੱਡ ਨਿੱਕੇ ਨਿੱਕੇ ਪਿੰਡਾਂ ਦਾ ਮੁੱਢ ਬੰਨ੍ਹਿਆ ਸੀ। ਇਹ ਕੱਚੇ ਝੁੱਗੀਆਂ ਝੌਂਪੜੀਆਂ ਵਾਲੇ ਪਿੰਡ ਹੌਲੀ ਹੌਲੀ ਵੱਧਦੇ ਫੁੱਲਦੇ ਗਏ। ਜ਼ਮੀਨਾਂ ਵੰਡੀਆਂ ਗਈਆਂ, ਪਰਿਵਾਰ ਵੱਧਦੇ ਗਏ। ਦੂਸਰੀ ਪੀੜ੍ਹੀ ਨੇ ਵੀ ਵਾਹੀ ਖੇਤੀ ਤੋਂ ਇਲਾਵਾ ਵਿਰਾਸਤੀ ਮੁੰਜ ਕੁੱਟ, ਵਾਣ ਵੱਟਣ, ਮੱਛੀ ਫੜਨ, ਦੇਸੀ ਸ਼ਰਾਬ ਵੇਚਣ ਤੇ ਦਿਹਾੜੀ ਲਾਉਣ ਵਰਗੇ ਧੰਦੇ ਅਪਣਾਈ ਰੱਖੇ। ਸਰਪੰਚ ਹੋਰਾਂ ਵਾਲੀ ਪੀੜ੍ਹੀ ਠੇਕੇ ਤੇ ਬਾਗ ਲੈਣ, ਖੇਤ ਮਜ਼ਦੂਰੀ, ਜ਼ਿਮੀਂਦਾਰਾਂ ਨਾਲ ਆਥੜੀ ਕਰਨ ਤੇ ਜਲੰਧਰ ਵੱਲ ਆਲੂ ਪੁੱਟਣ ਵਰਗੇ ਕੰਮ ਕਰਕੇ ਪਰਿਵਾਰ ਪਾਲਣ ਦਾ ਜੁਗਾੜ ਕਰੀ ਰੱਖਿਆ। ਇਹਨਾਂ ਤੋਂ ਅਗਲੀ ਪੀੜ੍ਹੀ ਦੇ ਜ਼ਿਆਦਾਤਰ ਨੌਜਵਾਨਾਂ 5ਵੀਂ ਤੋਂ ਜਮ੍ਹਾਂ 2 ਤੱਕ ਵਿੱਦਿਆ ਪ੍ਰਾਪਤ ਕਰ ਲਈ, ਪਰ ਸਿੱਖਿਆ ਰੁਜ਼ਗਾਰ ਮੁਖੀ ਨਾ ਹੋਣ ਕਰਕੇ ਇਹਨਾਂ ਬੇਰੁਜ਼ਗਾਰਾਂ ਦੀ ਭੀੜ 'ਚ ਹੀ ਵਾਧਾ ਕੀਤਾ। ਮੋਬਾਈਲ, ਨੈੱਟ, ਡਿਸ਼ਾਂ, ਟੀਵੀ ਤੇ ਅਖਬਾਰਾਂ ਆਦਿ ਨੇ ਨਾ ਸਿਰਫ ਇਹਨਾਂ ਦੀ ਸੋਚ ਬਦਲ ਕੇ ਰੱਖ ਦਿੱਤੀ, ਸਗੋਂ ਸੰਚਾਰ ਸਾਧਨਾਂ ਨੇ ਇਹਨਾਂ ਅੰਦਰ ਗਿਆਨ ਵਿਗਿਆਨ ਦੇ ਜੁਗਨੂ ਜਗਾ ਦਿੱਤੇ। ਵਿਰਸੇ 'ਚ ਮਿਲੇ ਕਣਕ ਦੀ ਵਾਢੀ, ਝੋਨੇ ਲਾਉਣਾ, ਆਥੜੀ ਪੁਣਾ ਤੇ ਦਿਹਾੜੀ ਦੱਪਾ ਇਹਨਾਂ ਦੇ ਵੱਸ ਦਾ ਰੋਗ ਨਾ ਰਿਹਾ। ਇਸ ਨੌਜਵਾਨ ਪੀੜ੍ਹੀ ਦੇ ਅੱਧ ਪੜ੍ਹੇ ਚਾਹ ਹੋਟਲਾਂ, ਦੁਕਾਨਾਂ 'ਚ ਕੰਮ ਕਰਨ ਲੱਗੇ। ਕੁਝ ਮੈਰਿਜ ਪੈਲੇਸਾਂ ਦੇ ਵੇਟਰ ਦੀਆਂ ਟੀਮਾਂ 'ਚ ਫਿੱਟ ਹੋ ਗਏ। ਕੁਝ ਵੱਧ ਪੜ੍ਹਿਆਂ ਨੇ ਅੱਡਿਆਂ ਦੀਆਂ ਕੱਪੜੇ, ਬਿਜਲੀ, ਇਲੈਕਟ੍ਰੋਨਿਕਸ ਤੇ ਜਨਰਲ ਸਟੋਰਾਂ 'ਚ ਸੇਲਜ਼ਮੈਨ ਬਣ ਬੈਠੇ। ਅੱਡੇ ਦੀ ਕੜਕ ਚਾਹ ਦੇ ਚਸਕੇ ਨਾਲੇ ਨਿੱਕੇ ਮੋਟੇ ਨਸ਼ੇ ਵੀ ਕਰਨ ਲੱਗ ਪਏ। ਉਹ ਚੰਗੇ ਕੱਪੜੇ ਪਹਿਨਣ, ਕਿਸ਼ਤਾਂ ਤੇ ਮੋਟਰਸਾਈਕਲ ਤੇ ਚੰਗਾ ਜਿਹਾ ਮੋਬਾਈਲ ਰੱਖਣ ਦੀ ਰੀਝ ਵੀ ਪੂਰੀ ਕਰ ਲੈਂਦੇ। ਸਾਲ ਵਿੱਚ ਆਪਣਾ ਹੋਰ ਸ਼ੌਕ ਵੱਡਿਆਂ ਦੀ ਅਗਵਾਈ 'ਚ ਦੋਹਰੀਆਂ ਛੱਤਾਂ ਵਾਲੇ ਟਰੱਕਾਂ 'ਚ ਸਾਰੇ ਪਰਿਵਾਰ ਨਾਲ ਡੇਰੇ ਬਾਬੇ ਵਡਭਾਗ ਸਿੰਘ ਤੇ ਨੈਣਾ ਦੇਵੀ ਆਦਿ ਧਾਰਮਿਕ ਅਸਥਾਨਾਂ ਤੇ ਦਰਸ਼ਨ ਕਰ ਆਉਂਦੇ ਸਨ। ਆਸ-ਪਾਸ ਦੀਆਂ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਲੱਗਣ ਵਾਲੇ ਮੇਲੇ ਵੀ ਵੇਖ ਲੈਂਦੇ। ਮਾੜੇ ਚੰਗੇ ਇਸ ਰੁਜ਼ਗਾਰ ਦੀ ਬਦੌਲਤ ਇਹਨਾਂ ਦੇ ਘਰ ਦੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਹੀ ਆਪਣੇ ਪੁੱਤਰਾਂ ਦੀ ਛੋਟੀ ਉਮਰ 'ਚ ਸ਼ਾਦੀ ਕਰ ਦਿੰਦੇ। ਮਾਪਿਆਂ ਦੀ ਉਹ ਪੁਰਾਣੀ ਧਾਰਨਾ ਕਿ ਵਿਆਹ ਹੋਣ ਤੇ ਸਾਡੇ ਮੁੰਡੇ ਵਿਗੜਦੇ ਨਹੀਂ ਤੇ ਧੀਆਂ ਆਪੋ ਆਪਣੇ ਘਰੇ ਇੱਜ਼ਤ ਲੈ ਕੇ ਚਲੀਆਂ ਜਾਂਦੀਆਂ ਹਨ। ਸੁੱਖੇ ਦਾ ਵਿਆਹ ਵੀ ਉਸੇ ਕੜੀ ਦਾ ਹਿੱਸਾ ਸੀ, ਜਦੋਂ ਕਿ ਇਹ ਬਾਲ ਵਿਆਹ ਕਾਨੂੰਨਨ ਜੁਰਮ ਹਨ। ਸਰਪੰਚ ਨੇ ਮੇਜ਼ ਤੇ ਚਾਹ ਪਕੌੜੇ ਰੱਖਦਿਆਂ ਗਿਲਾ ਕੀਤਾ, ਤੁਸੀਂ ਤਾਂ ਮਾਸਟਰ ਜੀ ਮੁੜ ਆਏ ਹੀ ਨਹੀਂ। ਸਾਨੂੰ ਤਾਂ ਤੁਸੀਂ ਭੁੱਲ ਹੀ ਗਏ। ਸਗੋਂ ਮੈਡਮ, ਮੇਰੀ ਕੁਲੀਗ ਹਰਮਿੰਦਰ ਤਾਂ ਸਾਡੀ ਹਰ ਖੁਸ਼ੀ ਗਮੀ 'ਚ ਸ਼ਾਮਲ ਹੋਣ ਲਈ ਆਉਂਦੇ ਹੀ ਰਹਿੰਦੇ ਹਨ। ਨਹੀਂ ਸਰਪੰਚਾ, ਇਹ ਗੱਲ ਨਹੀਂ। ਕੁਝ ਰੁਝੇਵੇਂ ਹੀ ਅਜਿਹੇ ਰਹੇ ਕਿ ਚਾਹ ਕੇ ਵੀ ਆਉਣ ਨਹੀਂ ਹੋਇਆ। ਕਬੀਲਦਾਰੀਆਂ ਦੇ ਖਲਜਗਣਾ 'ਚ ਪਿਆ ਕਿੱਥੇ ਨਿਕਲ ਹੁੰਦਾ। ਹੋਰ ਸੁਣਾ, ਬਾਪੂ ਸਰਪੰਚ ਦੇ ਕੀ ਹਾਲੇ ਚਾਲੇ ਨੇ? ਉਦੋਂ ਦਾ ਮਿਲਿਆ ਜਦੋਂ ਤੁਸੀਂ ਉਹਦੀ ਅੱਖ ਦਾ ਆਪਰੇਸ਼ਨ ਕਰਵਾਉਣ ਲਈ ਸਾਡੇ ਕੋਲ ਸ਼ਹਿਰ ਆਏ ਸੀ। ਹੋਰ ਆਪਣੀ ਸਰਪੰਚਣੀ ਦੀ ਸੁਣਾ। ਸਰਪੰਚਣੀ ਉਹ ਵੇਖ ਫਿਰਦੀ ਘੋੜੇ ਵਰਗੀ, ਸਰਪੰਚ ਨੇ ਮਖੌਲ ਕੀਤਾ। ਸਤਿ ਸ੍ਰੀ ਅਕਾਲ ਮਾਸਟਰ ਜੀ। ਸਰਪੰਚਣੀ ਆਪਣੇ ਘਰ ਵਾਲੇ ਦੀ ਸੁਣ ਸਾਡੇ ਵੱਲ ਆ ਗਈ। ਮੈਂ ਉਹਨੂੰ ਉਹਦੇ ਪੋਤਰੇ ਦੇ ਵਿਆਹ ਦੀ ਵਧਾਈ ਦਿੱਤੀ। ਉਸ ਭੈਣ ਜੀ, ਮੇਰੇ ਘਰ ਵਾਲੇ ਤੇ ਸਾਡੇ ਬੱਚਿਆਂ ਦੀ ਸੁੱਖ ਸਾਂਦ ਬਾਰੇ ਪੁੱਛਿਆ।
ਉਹ ਸ਼ਹਿਰ ਸਾਡੇ ਘਰ ਆਪਣੇ ਦੋਵਾਂ ਮੁੰਡਿਆਂ ਵੱਲੋਂ ਦਰਿਆ ਬਿਆਸ ਕੰਢੇ ਠੇਕੇ ਤੇ ਜ਼ਮੀਨ ਲੈ ਰਿਹਾਇਸ਼ ਲਈ ਬਣਾਏ ਡੇਰੇ ਮਿਲਣ ਜਾਂਦੇ ਆਉਂਦੇ ਰਾਤ ਕੱਟ ਜਾਂਦੇ ਸਨ। ਸਰਪੰਚ ਸਰਪੰਚਣੀ ਨਵੇਂ ਆਏ ਪ੍ਰਾਹੁਣਿਆਂ ਵੱਲ ਚਲੇ ਗਏ ਤੇ ਮੈਂ ਆਪਣੇ ਪੁਰਾਣੇ ਵਿਦਿਆਰਥੀਆਂ ਬਲਵਿੰਦਰ ਦੇ ਆ ਜਾਣ ਤੇ ਉਹਨੂੰ ਲੈ ਪਿੰਡ ਦਾ ਗੇੜਾ ਮਾਰਨ ਨਿਕਲ ਪਿਆ। ਪਿੰਡ 'ਚ ਮਾਮੂਲੀ ਜਿਹੇ ਬਦਲਾਅ ਦੇ ਨਾਂ ਤੇ ਕੁਝ ਘਰਾਂ ਦੇ 1-2 ਕਮਰੇ ਪੱਕੇ ਹੋ ਗਏ ਸਨ। ਬਿੰਦੇ, ਇਹ ਘਰ ਤਾਂ ਖੋਲਾ ਬਣ ਗਿਆ, ਭਲਾ ਇਹ ਘਰ ਅਮਰੂ ਹੁੱਕੀ ਵਾਲੇ ਦਾ ਨਹੀਂ ਸੀ ਹੁੰਦਾ? ਮੈਂ ਸਰਪੰਚ ਦੇ ਭਣੇਵੇਂ ਬਲਵਿੰਦਰ ਨੂੰ ਪੁੱਛਿਆ, ਜਿਹੜਾ ਨਿੱਕਾ ਹੁੰਦਾ ਇੱਥੇ ਨਾਨਕੇ ਘਰ ਆ ਗਿਆ ਸੀ ਤੇ ਇਸੇ ਸਕੂਲ ਪੜ੍ਹਦਾ ਸੀ। ਹਾਂ ਮਾਸਟਰ ਜੀ, ਤਾਇਆ ਤਾਂ ਪੂਰਾ ਹੋ ਗਿਆ, ਬਾਕੀ ਪਰਿਵਾਰ ਖਿੰਡ ਪੁੰਡ ਗਿਆ। ਜਿੱਥੇ ਰੋਜ਼ੀ ਰੋਟੀ ਮਿਲੀ ਉੱਥੇ ਹੀ ਖਪ ਗਿਆ। ਮੱਛੀ ਵਾਲੇ ਜੀਤੂ ਦਾ ਮੁੰਡਾ ਬਿੱਟੂ ਮੈਂਬਰ ਪੰਚਾਇਤ ਆ, ਬਿੰਦੂ ਦੱਸ ਰਿਹਾ ਸੀ। ਇਹ ਖੰਡਰ ਤਾਂ ਉਸ ਈਸਾਈ ਮੁੰਡੇ ਦੇ ਘਰ ਦਾ ਲੱਗਦਾ ਜਿਹੜਾ ਕੁਝ ਚਿਰ ਸਰਪੰਚ ਵੀ ਰਿਹਾ ਸੀ। ਮੈਂ ਉਹਨੂੰ ਦੱਸਿਆ। ਹਾਂ ਮਾਸਟਰ ਜੀ, ਇਹ ਨਿਆਮਤ ਸਰਪੰਚ ਦੇ ਘਰ ਦੇ ਖੋਲੇ ਹਨ। ਉਹ ਪਰਿਵਾਰ ਨੂੰ ਲੈ ਕੇ ਡੇਰਾ ਬਾਬਾ ਨਾਨਕ ਵੱਲ ਕਿਸੇ ਰਿਸ਼ਤੇਦਾਰ ਦੇ ਜਾ ਬੈਠਾ। ਦੱਸਦੇ ਨੇ ਉਹਦਾ ਉੱਥੇ ਚੰਗਾ ਕੰਮ ਹੈ। ਉਹ ਸਾਹਮਣੇ ਸ਼ਰਾਬ ਵੇਚਣ ਵਾਲੀ ਪੂਰੋ ਤੇ ਉਹਦੇ ਨਾਲ ਲੱਗਦਾ ਘੁੱਕਦਾ ਹੁੰਦਾ ਸੀ। ਪੂਰੋ ਤਾਂ ਪੂਰੀ ਹੋ ਗਈ, ਉਹਦਾ ਘਰ ਵਾਲਾ ਗਿੰਦਾ ਹੈਗਾ, ਸਾਹਮਣੇ ਪਿੰਡ ਵਾਲੇ ਸ਼ਾਹਾਂ ਨਾਲ ਆਥੜੀ ਰਿਹਾ। ਉੱਥੇ ਹੀ ਰਹਿੰਦਾ। ਘੁੱਕ ਪਰਿਵਾਰ ਸਮੇਤ ਸ਼ਹਿਰ ਚਲਾ ਗਿਆ। ਉੱਥੇ ਰਿਕਸ਼ਾ ਵਾਹੁੰਦਾ ਹੈ ਤੇ ਉਹਦੀ ਘਰ ਵਾਲੀ ਛਾਉਣੀ 'ਚ ਸਫਾਈ ਆਦਿ ਦਾ ਕੰਮ ਕਰਦੀ ਹੈ। ਰਹਿਣ ਲਈ ਟਿਕਾਣਾ ਤੇ ਰੋਟੀ ਪਾਣੀ ਮਿਲ ਜਾਂਦਾ ਹੈ। ਅਗਲਾ ਘਰ ਬਾਬੇ ਸੁਦਾਗਰ ਦਾ ਹੈ, ਉਹ ਆਪ ਤਾਂ ਨਹੀਂ ਰਿਹਾ। ਉਹਦੇ ਦੋਵੇਂ ਮੁੰਡੇ ਇੱਥੇ ਰਹਿੰਦੇ ਹਨ। ਇੱਕ ਟਰੱਕ ਚਲਾਉਂਦਾ ਹੈ ਤੇ ਦੂਜਾ ਅੱਡੇ ਵਾਲੇ ਸੁੱਖੇ ਦੀ ਕਰਿਆਣੇ ਦੀ ਦੁਕਾਨ ਤੇ ਕੰਮੇ ਲੱਗਿਆ। ਬਿੰਦਾ ਮੇਰੇ ਪੁੱਛਣ ਤੇ ਦੱਸਦਾ ਰਿਹਾ ਸੀ, ਇਸ ਘਰ ਭੂਆ ਫੁੱਫੜ ਤੇ ਮੇਰੇ ਭੂਆ ਪੁੱਤ ਭਰਾ ਰਹਿੰਦੇ ਹਨ। ਪਰ ਪਿਛਲੀ ਪੰਚਾਇਤ ਚੋਣ 'ਚ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਹੋਏ ਝਗੜੇ ਸਦਕਾ ਉਹਨਾਂ ਦਾ ਸਾਡੇ ਨਾਲ ਬੋਲਚਾਲ ਬੰਦ ਹੈ। ਘਰ 'ਚ ਤਾਂ ਬਿਲਕੁਲ ਚੁੱਪਚਾਪ ਹੈ। ਬਾਲ ਬੱਚਿਆਂ ਦਾ ਚੀਕ ਚਿਹਾੜਾ ਨਹੀਂ। ਤੇਰੇ ਭੂਆ ਫੁੱਫੜ ਵੀ ਨਹੀਂ ਦਿਸਦੇ ਕਿਧਰੇ? ਮੈਂ ਪੁੱਛਿਆ। ਮਾਸਟਰ ਜੀ, ਫੁੱਫੜ ਹੋਰਾਂ ਨਾਲ 2 ਬੜੀਆਂ ਮਾੜੀਆਂ ਘਟਨਾਵਾਂ ਵਾਪਰੀਆਂ। ਇੱਕ ਉਹਨਾਂ ਦੇ ਨੂੰਹ ਮੇਰੀ ਵੱਡੀ ਭਰਜਾਈ ਦੇ ਬੱਚਾ ਹੋਣ ਵਾਲਾ ਸੀ। ਰਾਤ ਤਕਲੀਫ ਹੋਈ ਤਾਂ ਵੀਰ ਹੋਰਾਂ ਘਰ ਦੇ ਘੜੱਕੇ ਵਿੱਚ ਮੰਜਾ ਰੱਖ ਮੰਜੇ ਤੇ ਜੁੱਲਾ ਬਿਸਤਰਾ ਵਿਛਾ ਉੱਪਰ ਉਹਨੂੰ ਲਟਾ ਹਸਪਤਾਲ ਵੱਲ ਲੈ ਤੁਰੇ। ਖਸਤਾ ਹਾਲ ਸੜਕ 'ਚ ਟੋਇਆ ਟਿੱਬਿਆਂ ਤੇ ਵੱਜਦੇ ਰਹੇ। ਹੁਜਕਿਆਂ ਉਹਦਾ ਕੱਖ ਨਹੀਂ ਸੀ ਛੱਡਿਆ। 12 ਕਿਲੋਮੀਟਰ ਦੀ ਦੂਰੀ ਤੇ ਜਦੋਂ ਅਸੀਂ ਮਰੀਜ਼ ਨੂੰ ਲੈ ਕੇ ਸਰਕਾਰੀ ਹਸਪਤਾਲ ਪੁੱਜੇ, ਉੱਥੇ ਕੋਈ ਡਾਕਟਰ ਨਰਸ ਨਹੀਂ ਸੀ। ਇੱਕ ਦਰਜਾ 4 ਕਰਮਚਾਰੀ ਨੇ ਪਰਚੀ ਬਣਾ ਟੈਸਟ ਲਈ 300 ਰੁਪਇਆ ਲੈ ਲਿਆ। ਫਿਰ ਉਹ 10 ਮਿੰਟਾਂ ਬਾਅਦ ਇੱਕ ਡਾਕਟਰ ਨੂੰ ਉਠਾ ਲਿਆਇਆ, ਜਿਸ ਬਿਨਾਂ ਮਰੀਜ਼ ਵੱਲ ਝਾਤੀ ਮਾਰਿਆਂ ਸ਼ਹਿਰ ਦੇ ਵੱਡੇ ਹਸਪਤਾਲ ਲੈ ਜਾਣ ਦਾ ਹੁਕਮ ਝਾੜ ਦਿੱਤਾ। ਨੂੰਹ ਦੀ ਅਸਹਿ ਪੀੜ ਕਰਕੇ ਤੜਫਦਿਆਂ ਵੇਖ ਫੁੱਫੜ ਹੋਰੀ ਉਹਨੂੰ ਅੱਡੇ ਵਿੱਚ ਲਈ ਇੱਕ ਨਿੱਜੀ ਹਸਪਤਾਲ 'ਚ ਲੈ ਗਏ। ਉੱਥੇ ਡਾਕਟਰ ਸੀ ਕਿ ਨਰਸ ਉਸ ਮਰੀਜ਼ ਨੂੰ ਟੀਕੇ ਲਾ ਫਿਰ ਗਲੂਕੋਜ਼ ਚਾੜ ਇੱਕ ਹੋਰ ਨਰਸ ਨੂੰ ਉਸ ਕੋਲ ਬਿਠਾ ਕੇ ਆਪ ਸੌਣ ਚਲੀ ਗਈ। ਅਗਲੇ ਦਿਨ ਉਹਨਾਂ ਦੀ ਨੂੰਹ ਬੱਚੇ ਸਮੇਤ ਮਰ ਮੁੱਕ ਗਈ। ਬੇਬਸ ਫੁੱਫੜ ਹੋਰੀ ਨੂੰਹ ਬੱਚਾ ਗਵਾ 5-6 ਹਜ਼ਾਰ ਹਸਪਤਾਲ ਵਾਲਿਆਂ ਨੂੰ ਪੂਜ ਮ੍ਰਿਤਕ ਜੱਚਾ ਬੱਚਾ ਘਰ ਲੈ ਆਏ ਸਨ। ਬਿੰਦੇ ਦੀ ਦਰਦਨਾਕ ਗੱਲ ਸੁਣ ਮੈਂ ਅੰਦਰ ਤੱਕ ਝੰਜੋੜਿਆ ਗਿਆ। ਬਹੁਤ ਬੁਰਾ ਹਾਲ ਹੈ ਸਿਹਤ ਸੇਵਾਵਾਂ ਦਾ ਤੇ ਸੜਕਾਂ ਆਦਿ ਬੁਨਿਆਦੀ ਸਹੂਲਤਾਂ ਦਾ। ਕਿੱਥੇ ਹੈ ਪੇਂਡੂ ਕੌਮੀ ਸਿਹਤ ਮਿਸ਼ਨ? ਸਰਕਾਰੀ ਹਸਪਤਾਲ 'ਚ 24 ਘੰਟੇ ਡਿਲੀਵਰੀ ਦੇ ਪ੍ਰਬੰਧ, ਜੱਚਾ ਬੱਚਾ ਦੀ ਸਾਂਭ ਸੰਭਾਲ ਦੇ ਨਾਲ ਆਰਥਿਕ ਸਹਾਇਤਾ, ਆਸ਼ਾ ਵਰਕਰ ਸੇਵਾ 'ਚ, ਇਹ ਸਭ ਕਾਗਜ਼ਾਂ 'ਚ ਹੈ। ਮੈਂ ਬੜਾ ਕਲਪਿਆ ਸੀ। ਫੁੱਫੜ ਦੀ ਦੂਸਰੀ ਨੂੰਹ ਜਿਹੜੀ ਰਾਖਵੇਂਕਰਨ ਦੇ ਤਹਿਤ ਸਰਪੰਚ ਬਣ ਗਈ ਸੀ, ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹੁਕਮਰਾਨ ਪਾਰਟੀ ਦੇ ਉਮੀਦਵਾਰ ਵਿਰੁੱਧ ਸਰਪੰਚਣੀ ਦੇ ਘਰ ਵਾਲੇ ਨੂੰ ਵਿਰੋਧੀ ਧਿਰ ਦੇ ਉਮੀਦਵਾਰ ਗਲ ਹਾਰ ਪਾਉਣ ਦੀ ਸਜ਼ਾ ਹਾਰੇ ਆਗੂ ਨੇ ਆਪਣੀ ਪਾਰਟੀ ਦੀ ਸਰਕਾਰ ਬਣ ਜਾਣ ਕਰਕੇ ਸਰਪੰਚਣੀ ਖਿਲਾਫ ਝੂਠਾ ਗਬਨ ਦਾ ਕੇਸ ਪਵਾ ਜੇਲ੍ਹ ਭਜਵਾ ਕੇ ਦਿੱਤੀ ਸੀ। ਨੂੰਹ ਧੀ ਨੂੰ ਬਿਨਾਂ ਦੋਸ਼ ਦੇ ਜੇਲ੍ਹ ਭਜਵਾਉਣ ਦਾ ਬਰਾਦਰੀ ਨੇ ਬਹੁਤ ਬੁਰਾ ਮਨਾਇਆ ਤੇ ਇਸ ਵਾਰ ਉਹਨੂੰ ਹਰਾਉਣ 'ਚ ਬੜੀ ਅਹਿਮ ਭੂਮਿਕਾ ਨਿਭਾਈ। ਅੱਧਾ ਪਿੰਡ ਬਾਹਰਲੇ ਪਿੰਡਾਂ ਦੇ ਅੱਡਿਆਂ ਤੇ ਸ਼ਹਿਰਾਂ ਵੱਲ ਰੁਜ਼ਗਾਰ ਲਈ ਹਿਜਰਤ ਕਰ ਗਿਆ ਸੀ। ਖੰਡਰਾਤ ਤੇ ਖੋਲੇ ਉਹਨਾਂ ਦੀ ਬਰਬਾਦੀ ਦੀ ਦਾਸਤਾਨ ਸੁਣਾ ਰਹੇ ਸੀ। ਆਬਾਦ ਕੀਤੀ ਵੰਡੇ ਆਉਂਦੀ ਜ਼ਮੀਨ ਦੇ ਵਾਹੀਯੋਗ ਖੇਤਾਂ ਨੂੰ ਜੰਗਲਾਤ ਵਿਭਾਗ ਵੱਲੋਂ ਖਾਲੀ ਕਰਨ ਦੀਆਂ ਨਿੱਤ ਧਮਕੀਆਂ ਮਿਲ ਰਹੀਆਂ ਸੀ। ਮੇਰੇ ਅੱਗਿਓਂ ਇੱਕ ਬੱਚਾ ਖੇਤਾਂ ਵਿਚਲੀ ਬੰਬੀ ਤੋਂ ਪਾਣੀ ਦੀ ਕੈਨੀ ਤੇ ਬੋਤਲ 'ਚ ਪਾਣੀ ਭਰੀ ਆ ਰਿਹਾ ਸੀ। ਪੀਲੀ ਭਾਅ ਮਾਰਦਾ ਦੂਸ਼ਿਤ ਪਾਣੀ ਪੀਣ ਯੋਗ ਨਹੀਂ ਸੀ। ਪਾਣੀ ਦਾ ਪੱਧਰ ਨੀਵਾਂ ਹੋ ਜਾਣ ਕੇ ਨਲਕੇ ਉਂਝ ਸੁੱਕ ਗਏ ਹਨ। ਆਜ਼ਾਦੀ ਦੇ 7 ਦਹਾਕੇ ਬਾਅਦ ਵੀ ਮੇਰੇ ਭਾਰਤ ਮਹਾਨ ਦੇ ਨਾਗਰਿਕ ਗੰਦਾ ਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਸੋਚਦਾ ਮੈਂ ਉਦਾਸੀ ਦੇ ਆਲਮ 'ਚ ਪੁੱਜਾ ਹੀ ਸੀ ਕਿ ਮੇਰੇ 2 ਵਿਦਿਆਰਥੀ ਕੰਮ ਧੰਦੇ ਤੋਂ ਮੁੜਦੇ ਮਿਲ ਪੈਂਦੇ ਹਨ। ਉਹਨਾਂ 'ਚੋਂ ਇੱਕ ਉਹ ਵੀ ਸੀ ਜਿਹਨੇ ਸਾਡੇ ਵੇਲੇ ਪਿੰਡ
'ਚੋਂ ਪਹਿਲੇ ਨੇ ਜਮਾਂ 2 ਕੀਤੀ ਸੀ। ਉਸ ਦੱਸਿਆ, ਸਰ ਨੌਕਰੀ ਤਾਂ ਮਿਲੀ ਨਹੀਂ। ਬਾਪੂ ਦਾ ਕਨਾਲ ਕੁ ਥਾਂ ਗਹਿਣੇ ਪਾ ਅੱਡੇ 'ਚ ਟੈਲੀਕਾਮ ਦੀ ਦੁਕਾਨ ਚਲਾ ਰਿਹਾ। ਉਸ ਵੇਲੇ ਪਿੰਡ 'ਚ ਬਿਜਲੀ ਅਜੇ ਆਈ ਨਹੀਂ ਸੀ। ਉਸ ਵੇਲੇ ਦੋਵੇਂ ਬੱਚੇ ਦੱਸਦੇ ਹੁੰਦੇ ਸਨ ਕਿ 5ਵੀਂ ਦੀ ਪ੍ਰੀਖਿਆ ਦੀ ਤਿਆਰੀ, ਜੇ ਕਿਧਰੇ ਮਹਿੰਗਾ ਮਿੱਟੀ ਦਾ ਤੇਲ ਮਿਲ ਜਾਂਦਾ, ਡੀਪੂ ਵਾਲਾ ਤੇਲ ਵੰਡਦਾ ਹੀ ਨਹੀਂ ਸੀ। ਉਹ ਮਿੱਟੀ ਦੇ ਤੇਲ ਦਾ ਕੋਟਾ ਪਿਛਲੇ ਕਸਬੇ ਦੇ ਕਰਿਆਨੇ ਵਾਲੇ ਨੂੰ ਬਲੈਕ 'ਚ ਵੇਚ ਆਉਂਦਾ ਸੀ ਕਿ ਲੈਂਪ ਦੀ ਜਗ੍ਹਾ 'ਤੇ ਸਰੋਂ ਤੋਰੀਏ ਦੇ ਤੇਲ ਬੱਤੀ ਵਾਲੇ ਦੀਵੇ ਬਾਲ ਕੇ ਪੜ੍ਹਦੇ ਸੀ। ਮਾਸਟਰ ਜੀ, ਬਿਜਲੀ ਅੱਜ ਵੀ ਸਿਰਫ 5-6 ਘੰਟੇ, ਉਹ ਵੀ ਟੁੱਟਵੀਂ ਆਉਂਦੀ ਹੈ। ਅੱਤ ਦੀ ਗਰਮੀ ਤੇ ਹੁੱਸੜ 'ਚ ਮੱਛਰ ਮੱਖੀਆਂ ਦੇ ਰਹਿਮ ਤੇ ਜਿਉਣਾ ਕਿੰਨਾ ਜਾਨਲੇਵਾ ਹੁੰਦਾ ਹੋਏਗਾ, ਮੈਂ ਇਹਦੀ ਸਿਰਫ ਕਲਪਨਾ ਹੀ ਕਰ ਸਕਦਾ। ਇਹਨਾਂ ਦੀਆਂ ਬਦਦੁਆਵਾਂ ਸਰਕਾਰੀ ਦਰਬਾਰੇ ਕਿਉਂ ਨਹੀਂ ਪਹੁੰਚਦੀਆਂ? ਹੁਕਮਰਾਨ ਪਾਰਟੀ ਦੇ ਇੱਕ ਆਗੂ ਦਾ ਬਿਆਨ ਮੈਨੂੰ ਚੇਤੇ ਆ ਰਿਹਾ ਸੀ। ਇਹ ਲੋਕ ਦੋਵਾਂ ਵੱਡੀਆਂ ਪਾਰਟੀਆਂ ਤੋਂ ਵੋਟਾਂ ਬਦਲੇ ਪੈਸੇ ਲੈ ਲੈਂਦੇ ਹਨ, ਫਿਰ ਦੂਜੇ ਧੜੇ ਦੀਆਂ ਵੋਟਾਂ ਤੋੜਨ ਦੇ ਨਾਂ 'ਤੇ ਵੀ ਨੋਟ ਗਣਾ ਲੈਂਦੇ ਹਨ। ਸੋ ਅਸੀਂ ਵੀ ਸੋਚਦੇ ਹਾਂ, ਚੋਣਾਂ ਵੇਲੇ ਕਿਸੇ ਘਟੀਆ ਕਿਸਮ ਦੀ ਸ਼ਰਾਬ ਦੀਆਂ ਪੇਟੀਆਂ 'ਤੇ ਪੈਸਾ ਵੰਡ ਵੋਟਾਂ ਲੈ ਲਵਾਂਗੇ। ਫਿਰ ਇਹਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਖੱਬੀਆਂ ਪਾਰਟੀਆਂ ਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਉਣ 'ਚ ਅਸਫਲ ਰਹੇ ਹਨ। ਪਰ ਇਹਨਾਂ ਲੋਕਾਂ ਵਿੱਚੋਂ ਵੀ ਚਾਲਬਾਜ਼ ਤੇ ਸ਼ਾਤਰ ਕਿਸਮ ਦੇ ਘੜਮ ਚੌਧਰੀਆਂ ਨੇ ਵੋਟਾਂ ਦੀ ਦਲਾਲੀ 'ਚੋਂ ਆਪਾ ਸਵਾਰ ਲਿਆ। ਬੱਚੇ ਪੜ੍ਹਾ ਲਏ, ਨੌਕਰੀਆਂ ਤੇ ਲਵਾ ਲਏ, ਜ਼ਮੀਨ ਜਾਇਦਾਦਾਂ ਬਣਾ ਲਈਆਂ, ਝੁੱਗੀਆਂ ਦੀ ਥਾਂ ਕੋਠੀਆਂ ਤੇ ਦੁਕਾਨਾਂ ਪੈ ਗਈਆਂ। ਆਪਣੇ ਹੀ ਲੋਕਾਂ ਦੀ ਲੁੱਟ ਖਸੁੱਟ ਕਰਕੇ ਤੇ ਸਿਆਸੀ ਹਾਕਮਾਂ ਦੀਆਂ ਜੁੱਤੀਆਂ ਚੱਟ ਕੇ ਸਭ ਕੁਝ ਬਣਾ ਲਿਆ। ਉਹਦੇ ਵਿਚਾਰ ਸੁਣ ਮੈਂ ਸਿਰਫ ਇੰਨਾ ਹੀ ਕਹਿ ਸਕਿਆ ਕਿ ਬੇਟੇ, ਸਿਆਸੀ ਤੇ ਨੈਤਿਕ ਕਦਰਾਂ ਕੀਮਤਾਂ ਵਿੱਚ ਨਿਘਾਰ ਆ ਚੁੱਕਾ। ਅੱਗੋਂ ਸ਼ੀਰਾ ਬਾਬੇ ਵਾਲਾ ਮਿਲ ਪਿਆ। ਹਾਲ ਚਾਲ ਪੁੱਛਣ ਤੇ ਕਹਿਣ ਲੱਗਾ, ਮਾਸਟਰ ਜੀ, ਤੁਹਾਡੇ ਕੋਲ ਪੜ੍ਹਦੀ ਵੱਡੀ ਕੁੜੀ ਨਿੰਮੀ ਵਿਆਹ ਦਿੱਤੀ ਸੀ, ਸੁਖੀ ਵਸਦੀ ਹੈ, ਮੁੰਡਾ ਵੀ ਮੈਟਰੋ 'ਚ ਲੱਗਾ। ਅਸੀਂ ਦੋਵੇਂ ਜੀ ਸ਼ਹਿਰ ਹੁੰਦੇ ਆ ਵਿਆਹ ਆਏ ਸੀ। ਘਰ ਦੀ 3-4 ਕੋਠੀਆਂ ਦਾ ਝਾੜੂ ਪੋਚੇ ਦਾ ਕੰਮ ਕਰ ਲੈਂਦੀ ਆ ਤੇ ਮੈਂ ਫੈਕਟਰੀ ਤੇ ਚੌਕੀਦਾਰ ਦੀ ਡਿਊਟੀ ਕਰਦਾ। ਚੰਗਾ ਗੁਜ਼ਾਰਾ ਹੋਈ ਜਾਂਦਾ। ਇੱਥੇ ਤਾਂ ਮਾਸਟਰ ਜੀ ਹੁੜਦੂ ਲਾਹਨਤ ਸੀ। ਪੁਲਿਸ ਵਾਲੇ ਤੰਗ ਕਰਦੇ ਸੀ, ਜੇ ਸ਼ਰਾਬ ਵੇਚਣੀ ਤਾਂ ਮਹੀਨਾ ਬੰਨੋ। 5-7 ਬੋਤਲਾਂ ਮਸਾਂ ਵਿਕਦੀਆਂ ਸਨ, ਮਹੀਨਾ ਕੀ ਬਣਦਾ। ਸ਼ਹਿਰ ਸੌਖੇ ਆ, ਮਿਹਨਤ ਮਜ਼ਦੂਰੀ ਕਰੀਦੀ ਆ, ਦਿਨ ਲੰਘਦੇ ਜਾ ਰਹੇ ਆ। ਚੰਗਾ ਮਾਸਟਰ ਜੀ, ਸਤਿ ਸ੍ਰੀ ਅਕਾਲ। ਸ਼ੀਰਾ ਵਿਆਹ ਵਾਲੇ ਘਰ ਵੱਲ ਚਲਾ ਗਿਆ। ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ। ਅਸੀਂ ਵੀ ਸਰਪੰਚ ਦੇ ਘਰ ਵੱਲ ਤੁਰ ਪਏ। ਪਿੰਡ ਦੇ ਉੱਤੋਂ ਦੀ ਸਕੂਲ ਦੇ ਪਿਛਵਾੜੇ ਬੁੱਧੂ ਦਾ ਘਰ ਹੁੰਦਾ ਸੀ। ਇਸ ਤੋਂ ਅੱਗੇ ਭੋਲੇ ਦਾ ਘਰ ਹੁੰਦਾ ਸੀ, ਜਿਹੜਾ ਅਰੂੜ ਸ਼ਾਹ ਨਾਲ ਪੱਕਾ ਹੀ ਰਿਹਾ ਸੀ। ਮੈਂ ਚੇਤੇ ਕਰਦਿਆਂ ਬਿੰਦੇ ਨੂੰ ਕਿਹਾ, ਆਹੋ ਮਾਸਟਰ ਜੀ, ਬੁੱਧੂ ਹੋਰੀ ਦੋਵੇਂ ਜੀ ਅੱਡੇ ਤੇ ਚਾਹ ਦੀ ਦੁਕਾਨ ਕਰਦੇ ਆ ਤੇ ਉੱਥੇ ਹੀ ਰਹਿੰਦੇ ਆ। ਭੋਲੇ ਨੂੰ ਝੋਨੇ ਦੇ ਕੱਦੂ ਲਈ ਖੇਤ ਦਾ ਕੱਛਾ ਬੰਨਾ ਕੱਢਦਿਆਂ ਸੱਪ ਲੜ ਗਿਆ ਸੀ। ਭੋਲੇ ਦੇ ਘਰ ਦੀ ਵੀ ਉੱਥੇ ਹੀ ਗੋਹਾ ਕੂੜਾ ਕਰਦੀ ਸੀ। ਜਦੋਂ ਪੰਚਾਇਤ ਨੂੰ ਲੈ ਕੇ ਸ਼ਾਹਾਂ ਦੇ ਘਰ ਮਰ ਗਏ ਘਰ ਵਾਲੇ ਦਾ ਹਿਸਾਬ ਕਰਨ ਗਈ ਤਾਂ ਅੱਗੋਂ ਉਹਨਾਂ ਵਹੀ ਵਿਖਾ ਕੇ ਸਗੋਂ ਭੋਲੇ ਵੱਲ 47,000 ਬਕਾਇਆ ਕੱਢ ਮਾਰਿਆ। ਭੋਲੇ ਦੀ ਘਰਵਾਲੀ ਨੂੰ ਉਹਦੇ ਖੇਤੀ ਕਾਮੇ ਦੀ ਮੌਤ ਦਾ ਮੰਡੀ ਬੋਰਡ ਵੱਲੋਂ ਮਿਲਣ ਵਾਲਾ ਮੁਆਵਜ਼ਾ ਵੀ ਹੁਕਮਰਾਨ ਪਾਰਟੀ ਦੇ ਹਾਰੇ ਨੇਤਾ ਨੇ ਵੋਟਾਂ ਦੀ ਰੰਜਿਸ਼ ਕਰਕੇ ਕੇਸ ਪਾਸ ਨਾ ਹੋਣ ਦਿੱਤਾ। ਉਹ ਹੁਣ ਪਿੰਡ ਤੋਂ ਬਾਹਰਲੇ ਮਿੱਠੇ ਸ਼ਾਹ ਦੀ ਦਰਗਾਹ ਦੀ ਬੋਕਰ ਬੁਹਾਰੀ ਕਰਕੇ ਰੋਟੀ ਚਾਹ ਪਾਣੀ ਛੱਕ ਦਿਨ ਕੱਟੀ ਕਰੀ ਜਾ ਰਹੀ ਹੈ। ਬਿੰਦੇ ਨੇ ਬੜੇ ਰੋਹ ਨਾਲ ਧੱਕੇਸ਼ਾਹੀ ਬਾਰੇ ਦੱਸਿਆ ਸੀ। ਸਿਆਸੀ ਤਾਕਤ ਦੀ ਕਿੰਨੀ ਦੁਰਵਰਤੋਂ ਕਰਦੇ ਨੇ ਸਾਡੇ ਬਦਲਾਖੋਰ ਆਗੂ। ਮੈਂ ਸੋਚਿਆ 12-13 ਸਾਲ ਪਹਿਲਾਂ ਜਦੋਂ ਭੋਲੇ ਦੇ ਪਿਓ ਦੀ ਮੌਤ ਹੋਈ ਸੀ ਤਾਂ ਕਿਵੇਂ ਉਹਦਾ ਮੁਰਦਾ ਰੁਲਿਆ ਸੀ। ਉਹਦੇ ਸੰਸਕਾਰ ਦਾ ਉਹ ਬਦਨੁਮਾ ਦ੍ਰਿਸ਼ ਰੂਪਮਾਨ ਹੋ ਗਿਆ। ਉਸ ਦਿਨ ਸਵੇਰ ਤੋਂ ਬਾਰਿਸ਼ ਹੋ ਰਹੀ ਸੀ। ਬਾਅਦ ਦੁਪਹਿਰ ਕਿਤੇ ਜਾ ਕੇ ਫਰੱਕਾ ਲੱਗਾ ਤਾਂ ਮੁੰਡਿਆਂ ਨੇ ਬਰਸਾਤੀ ਸੱਕੀ ਨਾਲ ਕੰਢੇ ਹੋਈ ਕੋਈ ਉੱਚੀ ਤੇ ਪੱਧਰੀ ਥਾਂ ਬਾਲਣ ਸੁੱਟ ਦਿੱਤਾ। ਬਰਸਾਤ ਕਰਕੇ ਹੋਏ ਚਿੱਕੜ ਕੋਬੇ 'ਚ ਦੀ ਬੁਰੇ ਹਾਲੀ ਸੌਦਾਗਰ ਦੀ ਅਰਥੀ ਸਰਕਾਰੀ ਜਗ੍ਹਾ ਤੇ ਬਣਾਈ ਆਰਜ਼ੀ ਮੜੀ ਤੱਕ ਪਹੁੰਚਾਈ ਸੀ। ਬਾਲਣ ਵੀ ਸਿੱਲਾ ਹੋ ਜਾਣ ਕਰਕੇ ਅੱਗ ਨਹੀਂ ਸੀ ਫੜ ਰਿਹਾ। ਬੜੀ ਮੁਸ਼ਕਿਲ ਨਾਲ ਸੁੱਕੀ ਪਰਾਲੀ ਤੇ ਖੋਰੀ ਆਦਿ ਦਾ ਮੁਆਤਾ ਲਾਉਣ ਨਾਲ ਕਿਤੇ ਜਾ ਕੇ ਚਿਤਾ 'ਚੋਂ ਲਪਟਾਂ ਨਿਕਲੀਆਂ। ਇਹੋ ਸੋਚਦਾ ਮੈਂ ਬਿੰਦੇ ਨੂੰ ਪੁੱਛ ਬੈਠਾ, ਮੜੀਆਂ ਦਾ ਕੋਈ ਜੁਗਾੜ ਕੀਤਾ ਜੇ ਕਿ ਨਹੀਂ? ਕਿੱਥੇ ਮਾਸਟਰ ਜੀ, ਮੜੀਆਂ ਲਈ ਥਾਂ ਹੀ ਅਲਾਟ ਨਹੀਂ ਹੋਈ। ਕਾਗਜ਼ਾਂ 'ਚ ਕਹਿੰਦੇ ਕਬਰਿਸਤਾਨ ਸੀ, ਉਸ ਉੱਤੇ ਈਸਾਈਆਂ ਦਾ ਨਜਾਇਜ਼ ਕਬਜ਼ਾ ਹੈ, ਜਿਹੜਾ ਨਾਲ ਦੇ ਪਿੰਡ ਵਾਲਿਆਂ ਨੂੰ ਧੱਕੇ ਨਾਲ ਕਰਵਾਇਆ। ਵਿਧਾਨ ਸਭਾ ਚੋਣਾਂ ਵਿੱਚ ਫੇਰ ਸਿਰ ਤੇ ਹਨ। 5 ਸਾਲ ਬਾਅਦ ਫੇਰ ਉਹ ਭ੍ਰਿਸ਼ਟ ਸਿਆਸੀ ਆਗੂ ਰੰਗ ਰੂਪ ਬਦਲ ਕੇ ਨਵੇਂ ਵਾਅਦਿਆਂ ਲਾਰਿਆਂ ਨਾਲ ਆਉਣਗੇ। ਕੋਈ ਵਿਕਾਸ ਦਾ ਰਾਗ ਲਾਪੇਗਾ, ਕੋਈ ਵਿਕਾਸ ਨੂੰ ਚੋਣ ਮੁੱਦਾ ਬਣਾ ਇਹਨਾਂ ਸਰਹੱਦੀ ਪਿੰਡਾਂ ਦੀ ਨੁਹਾਰ ਬਦਲਣ ਦਾ ਨਾਅਰਾ ਦੇਏਗਾ। ਪਿਛਲੇ ਦਿਨ ਮੈਂ ਇਹਨਾਂ ਸਰਹੱਦੀ ਪਿੰਡਾਂ ਦੇ ਵਿਕਾਸ ਦੀਆਂ ਝਲਕਾਂ ਕਿਸੇ ਵੱਲੋਂ ਨੈੱਟ ਤੇ ਪਾਈਆਂ ਫੋਟੋਆਂ 'ਚੋਂ ਵੇਖੀਆਂ ਸਨ।
ਕਥਿਤ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਇਹਨਾਂ ਲੋਕਾਂ ਤੱਕ ਸਿਹਤ, ਸਿੱਖਿਆ, ਬਿਜਲੀ, ਸੜਕਾਂ, ਪੁਲ, ਸਾਫ਼ ਤੇ ਸਵੱਛ ਪਾਣੀ ਆਦਿ ਬੁਨਿਆਦੀ ਸਹੂਲਤਾਂ ਨਹੀਂ ਪਹੁੰਚੀਆਂ। ਇੱਕ ਫੋਟੋ 'ਚ ਇੱਕ ਵਰਾਂਡੇ ਨੁਮਾ ਕਮਰੇ 'ਚ 3 ਪਾਰਟ ਕੀਤੇ ਹੋਏ ਸਨ। ਪਹਿਲੇ 'ਚ ਰਸੋਈ, ਦੂਜੇ 'ਚ ਰਣ ਬਸੇਰਾ ਭਾਵ ਮੰਜੇ ਬਿਸਤਰੇ ਲੱਗੇ ਤੇ ਤੀਸਰੇ ਭਾਗ 'ਚ ਪਸ਼ੂਆਂ ਦਾ ਵਾੜਾ। ਬੋਤਲ 'ਚ ਨਲਕੇ ਦਾ ਪੀਲਾ ਪ੍ਰਦੂਸ਼ਿਤ ਪੀਣ ਵਾਲਾ ਪਾਣੀ ਲੈ ਕੇ ਬੈਠੀ ਔਰਤ। ਰਾਵੀ ਪਾਰਲੇ ਪਿੰਡ ਜਿਹੜੇ ਬਰਸਾਤਾਂ ਦੇ 2-3 ਮਹੀਨੇ ਦੇਸ਼ ਨਾਲੋਂ ਟੁੱਟ ਜਾਂਦੇ ਹਨ। ਬਾਕੀ ਸਮਾਂ ਪੈਂਟੂਨ ਪੁਲ, ਆਰਜ਼ੀ ਪੁਲ ਦੇ ਸਹਾਰੇ ਆਰ-ਪਾਰ ਜਾਣਾ ਪੈਂਦਾ। ਇਹਨਾਂ ਬਦਕਿਸਮਤ ਸਰਹੱਦੀ ਪਿੰਡਾਂ ਦੀ ਇੱਕਮਾਤਰ ਮੰਗ ਦਰਿਆ ਤੇ ਪੱਕਾ ਪੁਲ ਬਣਾਇਆ ਜਾਵੇ ਵੀ 70 ਸਾਲਾਂ 'ਚ ਪੂਰੀ ਨਹੀਂ ਸੀ ਹੋਈ। ਮਾਸਟਰ ਜੀ, ਉਹ ਸਾਹਮਣੇ ਬਰਸਾਤੀ ਸੱਕੀ ਨਾਲੇ ਤੇ ਪੁਲ ਲਈ ਇੱਟਾਂ ਆਈਆਂ। ਸਾਬਕਾ MLA ਨੇ ਨੀਂਹ ਪੱਥਰ ਤੋਂ ਪਰਦਾ ਹਟਾ ਕੰਮ ਸ਼ੁਰੂ ਕਰਨ ਦਾ ਉਦਘਾਟਨ ਵੀ ਕਰ ਦਿੱਤਾ, ਪਰ ਕੁਝ ਨਹੀਂ ਬਣਿਆ। ਇੱਟਾਂ ਆਦਿ ਉਹਦੇ ਹਮਾਇਤੀ ਸਰਪੰਚ ਤੇ ਚਹੇਤੇ ਲੈ ਗਏ। ਹੁਣ ਤਾਂ ਨੀਂਹ ਪੱਥਰ ਵੀ ਨਹੀਂ ਰਿਹਾ। ਬਿੰਦਾ ਦੱਸ ਰਿਹਾ ਸੀ, ਸਾਡੇ ਮੁੰਡੇ, ਨਵੀਂ ਪੀੜ੍ਹੀ ਇਸ ਨਰਕ 'ਚ ਰਹਿਣ ਲਈ ਤਿਆਰ ਨਹੀਂ। ਉਹ ਕਸਬਿਆਂ ਦੇ ਅੱਡਿਆਂ ਨੂੰ ਨਾਈ, ਦਰਜੀ, ਚਾਹ ਸਬਜ਼ੀ ਦੀ ਰੇਹੜੀ, ਛੋਟੀ-ਮੋਟੀ ਦੁਕਾਨਦਾਰੀ ਆਦਿ ਧੰਦਿਆਂ ਲਈ ਪਿੰਡ ਛੱਡੀ ਜਾ ਰਹੇ ਹਨ। ਵਿਆਹ ਵਾਲਾ ਘਰ ਆ ਗਿਆ ਸੀ, ਰੌਣਕ ਵੱਧ ਗਈ ਸੀ, ਖਾਣ ਪੀਣ ਚੱਲ ਰਿਹਾ ਸੀ। ਅਚਾਨਕ ਇੱਕ ਡਰਾਉਣੀ ਤੇ ਭਿਆਨਕ ਹੋਣੀ ਮੇਰੇ ਰੂਬਰੂ ਹੋਈ। ਜੇ ਸਰਕਾਰ ਨੇ ਜੰਗਲਾਤ ਲਈ ਇਹਨਾਂ ਦੇ ਵੱਡੇ ਵਡੇਰਿਆਂ ਵੱਲੋਂ ਬੇਲੇ ਤੇ ਬੰਜਰ ਪੁੱਟ-ਪੁੱਟ ਆਬਾਦ ਕੀਤੀਆਂ ਜ਼ਮੀਨਾਂ ਅਕਵਾਇਰ ਕਰ ਲਈਆਂ ਤਾਂ ਇਹਨਾਂ ਨਦੀ ਕਿਨਾਰੇ ਰੁੱਖੜੇ ਧਰਤੀ ਪੁੱਤਰਾਂ ਦਾ ਕੀ ਬਣੇਗਾ? ਮੇਰੀ ਕਹਾਣੀ ਸਰਾਪੇ ਗਰਾਂ ਦੀ ਕਥਾ ਨੂੰ ਫਿਰ ਕੌਣ ਪੜ੍ਹੇਗਾ, ਸੁਣੇਗਾ? ਧੰਨਵਾਦ। ਅਖੀਰਲੀ ਕਹਾਣੀ ਹੈ ਹੜ੍ਹ ਮਾਰ। 3 ਦਹਾਕੇ ਪਹਿਲਾਂ ਪਿੱਪਲ ਵਾਲਿਆਂ ਦਾ ਭਾ ਮੁਨਸ਼ਾ ਉੱਚੀ ਰੌਲਾ ਪਾਉਂਦਾ ਬਰਸਾਤੀ ਸੱਕੀ ਨਾਲੇ ਦੀ ਧੁੱਸੀ ਵੱਲ ਸੰਤੋੜ ਦੌੜਦਾ ਜਾ ਰਿਹਾ ਸੀ। ਉਹ ਲੋਕੋ, ਪਿੰਡ ਜਲ ਸਮਾਧੀ ਲੈ ਚੱਲਿਆ ਜੇ। ਇਸ ਭਿਆਨਕ ਆਫਤ ਤੋਂ ਆਪ ਵੀ ਬਚ ਜਾਓ ਤੇ ਆਪਣੇ ਭਰੇ ਭਰਾਏ ਘਰ ਪਰਿਵਾਰ ਨੂੰ ਵੀ ਬਚਾ ਲਓ। ਇਸ ਹੜ੍ਹ ਦੇ ਗੇਰੂਆ ਪਾਣੀ 'ਚ ਪਿੰਡ ਗਰਾਂ ਨੇ ਦਫਨ ਹੋ ਜਾਣਾ ਜੇ। ਮਾੜਾ ਮੋਟਾ ਜ਼ਰੂਰੀ ਤੇ ਮਾਲ ਅਸਬਾਬ ਤੇ ਢੋਰ ਡੰਗਰ ਪਿਛਲੇ ਉੱਚੇ ਪਿੰਡ ਲੈ ਜਾਓ, ਨਹੀਂ ਤਾਂ ਕੱਚੇ ਕੌਲਿਆਂ ਤੇ ਫਸਲਵਾੜੀ ਵਾਂਗ ਤੁਸੀਂ ਵੀ ਗਰਕ ਹੋ ਜਾਓਗੇ। ਭਾ ਮੁਨਸ਼ੇ ਨੇ ਇਸ ਤੋਂ ਪਹਿਲਾਂ 88 ਦੇ ਵੱਡੇ ਹੜ੍ਹ ਵੇਲੇ ਵੀ ਇਸੇ ਤਰ੍ਹਾਂ ਰੌਲਾ ਪਾ ਚੇਤਾਵਨੀ ਦਿੱਤੀ ਸੀ। ਉਸੇ ਦਿਨ ਉੱਚੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਪਿੱਛੇ ਪਹਾੜਾਂ ਤੇ ਬਹੁਤਾ ਮੀਂਹ ਪੈਣ ਤੇ ਮਾਧੋਪੁਰ ਤੋਂ ਰਾਵੀ ਨਦੀ ਦੀ ਝੀਲ ਤੇ ਵਾਧੂ ਪਾਣੀ ਨੂੰ ਛੱਡਣ ਲਈ ਗੇਟ ਖੋਲ੍ਹੇ ਜਾਣ ਕਰਕੇ ਹੜ੍ਹ ਦਾ ਖਤਰਾ ਪੈਦਾ ਹੋ ਗਿਆ। ਘਰ ਦਾ ਸਮਾਨ ਆਦਿ ਤੇ ਪਸ਼ੂ ਧਨ ਲੈ ਕਿਸੇ ਉੱਚੇ ਸੁਰੱਖਿਅਤ ਜਗ੍ਹਾ ਪਹੁੰਚ ਜਾਓ, ਬਾਰ-ਬਾਰ ਚੇਤਾਵਨੀ ਦਿੱਤੀ ਗਈ ਸੀ। ਠੀਕ ਉਸੇ ਅੱਧੀ ਰਾਤ ਤੋਂ ਬਾਅਦ ਪਾਣੀ ਚੜ੍ਹਨਾ ਸ਼ੁਰੂ ਹੋ ਗਿਆ ਸੀ। ਕੱਚੇ ਕੋਠੇ ਢਾਰਿਆਂ ਸਮੇਤ ਬਹੁਤ ਕੱਚੇ ਘਰ ਰੁੜ੍ਹ ਗਏ ਸਨ। ਫਸਲਾਂ 'ਚ ਹੜ੍ਹ ਦਾ ਪਾਣੀ ਭਰ ਚੁੱਕਾ ਸੀ। ਸਾਰੇ ਪਿੰਡ ਸਮੇਤ ਭਾ ਮੁਨਸ਼ੇ ਦਾ ਖਣਵਾਦਾ ਵੀ ਪਿਛਲੇ ਉੱਚੇ ਪਿੰਡ ਪਹੁੰਚ ਗਿਆ। ਅਗਲੇ ਦਿਨ ਉੱਚੇ ਪਿੰਡ ਵਿਖੇ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਲਈ ਸਾਂਝੀ ਥਾਂ ਤੇ ਆਰਜ਼ੀ ਰਾਹਤ ਕੈਂਪ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ ਹੋਰ ਵੀ ਪ੍ਰਭਾਵਿਤ ਪਿੰਡਾਂ ਦੇ ਪੀੜਤ ਆ ਚੁੱਕੇ ਸਨ। ਤੰਬੂਆਂ ਵਿੱਚ ਸਮਾਨ ਆਦਿ ਟਿਕਾ ਹੜ੍ਹ ਪੀੜਤਾਂ ਨੇ ਆਪਣੇ ਸਿਰ ਲੁਕਾਵੇ ਦਾ ਆਰ ਕਰ ਲਿਆ ਸੀ। ਸਿਹਤ ਵਿਭਾਗ ਦੀਆਂ ਡਾਕਟਰੀ ਟੀਮਾਂ ਪੁੱਜ ਗਈਆਂ ਸਨ। ਪਾਣੀ ਵਿੱਚ ਕਲੋਰੀਨ ਪਾ ਉਬਾਲ ਕੇ ਪਾਣੀ ਪੀਣ ਲਈ ਕਿਹਾ ਜਾ ਰਿਹਾ ਸੀ ਅਤੇ ਟੀਕੇ ਲਗਾਏ ਜਾ ਰਹੇ ਸਨ। ਪਸ਼ੂ ਹਸਪਤਾਲ ਵਿੱਚ ਵੈਟਰਨਰੀ ਡਾਕਟਰਾਂ ਦੀ ਡਿਊਟੀ ਲੱਗ ਗਈ ਸੀ। ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨ ਲੰਗਰ, ਕੰਬਲ, ਗੱਦੇ, ਗਰਮ ਕੱਪੜੇ ਆਦਿ ਵੰਡ ਰਹੇ ਸਨ। ਗੁਰਦੁਆਰਿਆਂ ਆਦਿ ਤੋਂ ਭੇਜਿਆ ਲੰਗਰ ਕੈਂਪ ਵਿੱਚ ਤੇ ਅੱਗੇ ਉੱਚੇ ਥਾਈਂ ਸਕੂਲਾਂ ਤੇ ਹੋਰ ਪੱਕੀਆਂ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉੱਤੇ ਬੈਠੇ ਹੜ੍ਹ ਪੀੜਤ ਪਰਿਵਾਰਾਂ ਨੂੰ ਫੌਜੀ ਮੋਟਰ ਬੋਟਾਂ ਰਾਹੀਂ ਪਹੁੰਚਾ ਰਹੇ ਸਨ। ਰੁੱਖਾਂ ਤੇ ਲਟਕਦੇ ਸੱਪਾਂ ਨਾਲ ਟਾਹਣਾਂ ਤੇ ਪੈ ਰਾਤਾਂ ਕੱਟਣ ਵਾਲਿਆਂ ਨੂੰ ਫੌਜ ਕੱਢ ਲਿਆਈ ਸੀ। ਭਾ ਮੁਨਸ਼ੇ ਦਾ ਸਾਰਾ ਪਿੰਡ ਜਲ ਸਮਾਧੀ ਲੈ ਗਿਆ ਸੀ। ਸਿਰਫ ਪ੍ਰਾਇਮਰੀ ਸਕੂਲ ਤੇ ਧਰਮਸ਼ਾਲਾ ਦੇ 2 ਕਮਰੇ ਬਚੇ ਸਨ। ਹੋਰ ਪਿੰਡ ਦੇ ਕੱਚੇ ਘਰਾਂ ਦੀਆਂ ਛੱਤਾਂ ਤੇ ਬਾਲੇ, ਸ਼ਤੀਰ, ਬੂਹੇ ਬਾਰੀਆਂ, ਸੰਦੂਕ ਆਦਿ ਸਭ ਮਲਬਾ ਰੁੜ੍ਹ ਗਿਆ ਸੀ। ਕੁਝ ਮਾਲ ਡੰਗਰ ਵੀ ਰੁੜ੍ਹਦਾ ਕੰਢੇ ਆ ਲੱਗਾ ਸੀ। ਗਰਕ ਹੋ ਗਏ ਪਿੰਡ ਦਾ ਨਾਂ ਪਿੰਡਰਾਹ ਸੀ, ਜਿਹਨੂੰ ਭਾ ਮੁਨਸ਼ੇ ਦੇ ਪਿਓ ਨੇ ਵਸਾਇਆ ਸੀ। ਬਟਵਾਰੇ ਤੋਂ ਬਾਅਦ ਬਾਬਾ ਬਲਕਾਰਾ ਪਰਿਵਾਰ ਸਮੇਤ ਰਾਵੀ ਦੇ ਪੁਰਾਣੇ ਵਹਿਣ ਬੁੱਢੇ ਦਰਿਆ ਕੰਢੇ ਇੱਕ ਥੇ ਜਿਹੇ ਉੱਤੇ ਆ ਬੈਠਾ ਸੀ। ਹੌਲੀ-ਹੌਲੀ ਉਹਦੇ ਰਿਸ਼ਤੇਦਾਰ ਤੇ ਬਰਾਦਰੀ ਦੇ ਹੋਰ ਵੀ ਟੱਬਰ ਆ ਵਸਦੇ ਗਏ। ਬਾਬੇ ਬਲਕਾਰੇ ਦੀ ਨਿਗਰਾਨੀ ਹੇਠ ਉਹਨਾਂ ਕੱਚੀਆਂ ਕੰਧਾਂ ਕੱਢ, ਰੁੱਖਾਂ ਦੇ ਮੋਟੇ ਟਾਹਣਿਆਂ ਦੀਆਂ ਸ਼ਤੀਰੀਆਂ ਟਕਾ, ਉੱਪਰ ਬੱਲੀਆਂ ਬਾਂਸ ਉੱਤੇ ਕਾਨਿਆਂ ਦੀਆਂ ਸਿਰਕੀਆਂ ਤੇ ਫਸਕਾ ਪਾ ਛੱਤ ਹੇਠ ਸਿਰ ਲੁਕਾਵਾ ਕਰ ਲਿਆ ਸੀ।
ਫਿਰ ਇਹਨਾਂ ਨੂੰ ਲਿਪ ਪੋਚ ਰਹਿਣ ਦਾ ਜੁਗਾੜ ਕੀਤਾ ਸੀ। ਇਸੇ ਤਰ੍ਹਾਂ ਮਾਲ ਡੰਗਰ ਲਈ ਢਾਰੇ ਤੇ ਚੁੱਲ੍ਹੇ ਚੌਂਕੇ ਲਈ ਸਬਾਤਾਂ ਬਣ ਗਈਆਂ। ਬਾਬੇ ਬਲਕਾਰੇ ਦਾ ਸਿਰੜੀ ਖਣਵਾਦਾ ਮਿਹਨਤੀ ਤੇ ਜਾਨ ਮਾਰ ਕੇ ਕੰਮ ਕਰਨ ਵਾਲਾ ਸੀ। ਉਹਨਾਂ ਥੋੜ੍ਹੀ ਕਰਕੇ ਜੰਗਲਾਤ ਕੇਂਦਰ ਤੇ ਵਕਫ ਬੋਰਡ ਦੀ ਜ਼ਮੀਨ ਆਬਾਦ ਕਰ ਗੁਜ਼ਾਰੇ ਜੋਗੀ ਫਸਲ ਦਾ ਪ੍ਰਬੰਧ ਕਰ ਲਿਆ ਸੀ। ਕੁਝ ਉਹਨਾਂ ਹਰ ਸਾਲ ਹੜ੍ਹ ਦੀ ਕਰੋਪੀ ਤੋਂ ਪਰੇਸ਼ਾਨ ਜੱਟਾਂ ਤੋਂ ਸਸਤੇ ਭਾਅ ਜ਼ਮੀਨ ਖਰੀਦ ਲਈ ਸੀ, ਜਿਹੜੇ ਪਿੱਛੇ ਯੂਪੀ ਆਦਿ ਵੱਲ ਸਸਤੀ ਤੇ ਲਾਲਚ ਵਸ ਤੁਰ ਗਏ ਸਨ। ਉਹਨਾਂ ਉੱਧਰ ਜਾ ਜ਼ਮੀਨਾਂ ਬਣਾਈਆਂ। ਰਾਵੀ ਨਦੀ ਨੇੜੇ ਹੋਣ ਕਰਕੇ ਇਹਨਾਂ ਜ਼ਮੀਨਾਂ ਤੇ 20-25 ਫੁੱਟ ਦੇ ਬੋਰ ਕਰਨ ਨਾਲ ਪਾਣੀ ਨਿਕਲ ਆਉਂਦਾ ਸੀ। ਨਲਕਾ 1 ਨਾਲ 20 ਫੁੱਟ, ਫਿਲਟਰ ਮਸ਼ੀਨ 5 ਫੁੱਟ ਲਗਾਉਣ ਨਾਲ ਸਾਫ਼ ਪਾਣੀ ਕੱਢਣ ਲੱਗ ਪੈਂਦਾ ਸੀ। ਬਿਜਲੀ ਅਜੇ ਇੱਧਰ ਆਈ ਨਹੀਂ ਸੀ। ਬਾਬੇ ਬਲਕਾਰੇ ਪੱਕੀ ਖੂਹੀ ਬਣਾਉਣ ਦਾ ਮਨ ਬਣਾਇਆ ਸੀ। ਉਹਨੇ 10 ਕੋਹਾਂ ਤੋਂ ਕਲਾਨੌਰ ਦੇ ਭੱਠੇ ਤੋਂ ਪੱਕੀਆਂ ਇੱਟਾਂ ਤੇ ਚੂਨਾ ਲਿਆਂਦਾ। ਫਿਰ ਖੂਹੀ ਦਾ ਮਣ ਬਣਵਾਉਣ ਵਾਲਾ ਮੰਨਿਆ ਪਰਮੰਨਿਆ ਮਿਸਤਰੀ ਲੱਭਿਆ। ਬਾਬੇ ਬਲਕਾਰੇ ਨੇ ਆਪਣੇ ਦੇਵੀ ਦੇਵਤਿਆਂ ਨੂੰ ਧਿਆ ਪ੍ਰਸ਼ਾਦ ਵੰਡ ਤੇਲ ਚੋਂ ਪਹਿਲਾ ਟੱਕ ਲਾਇਆ। ਭੌਣੀ, ਲੱਜ, ਮੋਟੇ ਲੋਹੇ ਦਾ ਭਾਰਾ ਡੋਲ ਆਦਿ ਖੂਹੀ ਚੋਂ ਪਾਣੀ ਭਰਨ ਲਈ ਲੈ ਆਉਂਦੇ। ਪਿੰਡ ਪਿੰਡਰਾ ਦਾ ਆਲਾ ਦੁਆਲਾ ਬੜਾ ਸੁਹਾਵਣਾ ਸੀ। ਹਰੇ ਭਰੇ ਰੁੱਖਾਂ 'ਚ ਘਿਰਿਆ ਸਰਕੜਾ, ਦੱਬ, ਕਾਨੇ, ਕਾਈ ਤੇ ਝਾੜੀਆਂ ਆਦਿ ਦਾ ਜੰਗਲ। ਜੰਗਲੀ ਕੁੱਕੜ, ਸੂਰ, ਗਿੱਦੜ, ਖਰਗੋਸ਼, ਜਲ ਕੁੱਕੜੀਆਂ, ਸ਼ੁੱਧ ਤੇ ਸਾਫ਼ ਹਵਾ ਪਾਣੀ। ਇਸ ਪਿੰਡ ਦੀ ਸਵੇਰ ਤਾਂ ਹੋਰ ਵੀ ਖੂਬਸੂਰਤ ਹੁੰਦੀ ਸੀ, ਜਦੋਂ ਰੰਗ ਬਿਰੰਗੇ ਵੰਨ ਸੁਵੰਨੇ ਪੰਛੀ ਅੰਬਰ ਵੱਲੋਂ ਡਾਣਾ ਭਰਦੇ ਮਨ ਮੋਹ ਲੈਂਦੇ ਸਨ। ਚਰਾਂਦਾਂ 'ਚੋਂ ਘਾਹ ਪੱਠਾ ਚਰ ਪਿੰਡ ਨੂੰ ਆ ਰਿਹਾ ਮਾਲ ਡੰਗਰ ਚੋਗ ਚੁਗਾਉਂਦੇ ਪੰਛੀ ਤਰਕਾਲਾਂ ਨੂੰ ਆਲ੍ਹਣਿਆਂ ਵੱਲ ਪਰਤ ਆਉਂਦੇ। ਪਿੰਡ ਪਿੰਡਰਾ ਸੰਬੰਧੀ ਪ੍ਰਚਲਿਤ ਕਥਾ ਅਨੁਸਾਰ ਹਿੰਦ ਪਾਕ ਬਟਵਾਰੇ ਤੋਂ 2-3 ਸਾਲ ਪਹਿਲਾਂ 18-20 ਵਰ੍ਹਿਆਂ ਦਾ ਮੁੱਚ-ਫੁੱਟ ਗੱਭਰੂ ਬਲਕਾਰਾ ਪਿੰਡ ਮਾਲੋਕੇ ਦੇ ਮੁਸਲਮਾਨ ਚੌਧਰੀਆਂ ਨਾਲ ਆਥੜੀ ਰਿਹਾ ਸੀ। ਬਲਕਾਰੇ ਦੇ ਸੇਪੀ ਚੌਧਰੀਆਂ ਦੀ ਬੜੀ ਸੋਹਣੀ ਮਨੁੱਖੀ ਲੰਮੀ ਮੁਟਿਆਰ ਧੀ ਪਰਿਵਾਰ ਨਾਲ ਹਵੇਲੀ ਉੱਪਰਲੀ ਮੰਜ਼ਿਲ ਤੇ ਰਹਿੰਦੀ ਸੀ। ਉਹ ਅਕਸਰ ਬਲਕਾਰੇ ਨੂੰ ਹੇਠਾਂ ਹਵੇਲੀ 'ਚ ਮਾਲ ਡੰਗਰ ਲਈ ਪੱਠੇ ਕੁਤਰਦਿਆਂ, ਖੁਰਲੀ 'ਚ ਸੁੱਟ ਮੱਝਾਂ ਲਈ ਗੁਤਾਵਾ ਕਰ ਡੰਗਰ ਚੋਂਦਿਆਂ ਵੇਖਦੀ। ਉਹ ਇੱਕ ਦੂਸਰੇ ਨੂੰ ਚੋਰੀ ਵੇਖਣ ਬਾਰੇ ਜਾਣਦੇ ਸਨ। ਪਰ ਉਸ ਅੱਧੀ ਕੁ ਰਾਤ ਨੂੰ ਤਾਂ ਹੱਦ ਹੀ ਹੋ ਗਈ, ਜਦੋਂ ਅੱਲੜ ਕੁੜੀ ਨੇ ਉਹਨੂੰ ਹਲੂਣ ਕੇ ਜਗਾ ਲਿਆ ਤੇ ਹਵੇਲੀ ਤੋਂ ਬਾਹਰ ਖੇਤਾਂ ਨੂੰ ਲੈ ਤੁਰੀ। ਉਹ ਪਿੰਡ ਤੋਂ ਬਾਰ-ਬਾਰ ਦਰਗਾਹ ਬਾਬਾ ਲੱਖ ਦਾਤਾ ਤੇ ਸਜਦਾ ਕਰ ਨਿੱਕੀਆਂ ਗੱਲਾਂ ਕਰਦੇ। ਮੁਗਲ ਬਾਦਸ਼ਾਹ ਜਹਾਂਗੀਰ ਦੀ ਉਜਾੜ ਆਰਾਮਗਾਹ ਸਾਹਮਣੇ ਨਾਨਕਸ਼ਾਹੀ ਇੱਟਾਂ ਦੇ ਬਣੇ ਤਲਾਬ ਦੇ ਪੌੜਾਂ ਤੇ ਜਾ ਬੈਠੇ। ਪ੍ਰੇਮੀ ਜੋੜਾ ਤੜਕੇ ਤੱਕ ਚੋਲ ਮੋਲ ਕਰਦਾ ਰਿਹਾ। ਕਦੇ ਉਹ ਉਹਦੇ ਪੱਟਾਂ ਤੇ ਸਿਰ ਰੱਖ ਕਲੋਲਾਂ ਕਰਦੀ, ਕਦੀ ਉਹਨੂੰ ਆਪਣੇ ਨਾਲ ਘੁੱਟ ਕੇ ਚੁੰਮ ਲੈਂਦਾ। ਇਹ ਸੁਣੀ ਸੁਣਾਈ ਪ੍ਰੇਮ ਕਥਾ ਦਾ ਦੁਖਾਂਤਕ ਅੰਤ 47 ਦੀ ਵੰਡ ਬਣੀ। ਭਾਵੇਂ ਉਹਦੇ ਜਿਗਰੀ ਯਾਰ ਦੀ ਬੋਲੀ ਵੀ ਘੱਟ ਪ੍ਰਚਲਿਤ ਨਹੀਂ ਸੀ। ਉਹ ਮਾਈ ਹੀਰ ਬਣੀ ਰਹੀ ਤੇ ਤੂੰ ਮੀਆਂ ਰਾਂਝਾ, ਜਿਹੜਾ ਮਾਲ ਡੰਗਰ ਤਾਂ ਸਾਂਭਦਾ ਰਿਹਾ ਪਰ ਉਹਨੂੰ ਚੂਰੀ ਨਸੀਬ ਨਾ ਹੋਈ। ਬਕੌਲ ਉਹਦੇ ਬੇਲੀ ਬਲਕਾਰਾ ਵੱਡਾ ਸਾਰਾ ਬਰਛਾ ਫੜੀ ਚੌਧਰੀਆਂ ਦੇ ਪਰਿਵਾਰ ਨੂੰ ਬੜੀ ਹਿਫਾਜ਼ਤ ਨਾਲ ਸਿਰ ਤਲੀ ਤੇ ਰੱਖ ਹੇਤਮ ਦੇ ਕਿਲੇ ਨੇੜਿਓਂ ਦੀ ਤੁਰਦਾ ਗਿੱਲਾਂ ਦੇ ਪਿੰਡਾਂ ਕੱਕੜਾਂ ਤੋਂ ਪਾਰ ਲੰਘਾ ਆਇਆ ਸੀ। ਦੱਸਦੇ ਉੱਥੇ ਇੱਚੋ ਗਿੱਲ ਵੱਲ ਤੁਰਨ ਤੋਂ ਪਹਿਲਾਂ ਉਹ ਭਲੇ ਜੇ ਨਾਂ ਵਾਲੀ ਮੁਟਿਆਰ ਪਿੰਡ ਬਲਕਾਰੇ ਦੇ ਗਲ ਆ ਲੱਗੀ ਸੀ, ਜਿਹਨੂੰ ਵੱਡੇ ਚੌਧਰੀ ਦੇ ਬੇਰਹਿਮ ਹੱਥਾਂ ਨੇ ਵੱਖ ਕੀਤਾ ਸੀ। ਬਸ ਉਹ ਤੋਂ ਬਾਅਦ ਬਲਕਾਰਾ ਬਾਬਾ ਹੋ ਗਿਆ, ਜੋ ਦੁੱਖਾਂ ਮਾਰੇ ਲੋਕਾਂ ਦੇ ਦਰਦ ਨੂੰ ਦੂਰ ਕਰਨ ਵਾਸਤੇ ਦਵਾ ਦਾਰੂ ਦੇਣ ਲੱਗ ਪਿਆ। ਬਾਬਾ ਬਲਕਾਰਾ 88 ਦੇ ਹੜ੍ਹ ਤੱਕ ਜਿਉਂਦਾ ਰਿਹਾ ਤੇ ਆਪਣੀ ਮਹਿਬੂਬ ਦੇ ਅੱਧੇ ਨਾਮ ਵਾਲੇ ਪਿੰਡ ਦੇ ਨਾਲ ਹੀ ਜਲ ਸਮਾਧੀ ਲੈ ਰੁੜਦਾ ਪਾਰ ਦੁਸ਼ਮਣ ਦੇਸ਼ ਆਪਣੇ ਪਿੰਡ ਕੋਲ ਪਹੁੰਚ ਗਿਆ ਸੀ। ਪਿੰਡ ਦੇ ਬਜ਼ੁਰਗਾਂ ਅਨੁਸਾਰ 88 ਦਾ ਭਿਆਨਕ ਹੜ੍ਹ 3.5 ਦਹਾਕਿਆਂ ਬਾਅਦ ਆਇਆ ਸੀ। 55 ਵਾਲੇ ਹੜ੍ਹ ਨੇ ਵੀ ਇਸੇ ਤਰ੍ਹਾਂ ਭੀਸ਼ਣ ਤਬਾਹੀ ਮਚਾਈ ਸੀ। 65 ਤੇ 71 ਦੀਆਂ ਜੰਗਾਂ ਨੇ ਵੀ ਉੱਜੜਨ ਤੇ ਵਸਣ ਦੀਆਂ ਕਹਾਣੀਆਂ ਸਿਰਜੀਆਂ ਸਨ। ਭਾਵੇਂ ਹਫ਼ਤੇ ਕੁ ਬਾਅਦ ਹੜ੍ਹ ਦਾ ਪਾਣੀ ਲੱਥ ਗਿਆ ਸੀ, ਪਰ ਬਰਬਾਦੀ ਦੇ ਕਈ ਨਿਸ਼ਾਨ ਜ਼ਰੂਰ ਛੱਡ ਗਿਆ ਸੀ। ਪਿੱਪਲ ਵਾਲਿਆਂ ਦਾ ਬਜ਼ੁਰਗ ਭਾ ਮੁਨਸ਼ਾ ਜੀ ਨੂੰ ਪਿੰਡ ਵਾਲਿਆਂ ਦੇ ਇੱਕ ਧੜੇ ਨੇ ਨੀਮ ਪਾਗਲ ਐਲਾਨਿਆ ਹੋਇਆ ਸੀ। ਉਹ ਇੱਕ ਧਿੜੇ ਜਿਹੇ ਉੱਤੇ ਖੜੋਤਾ ਬੋਲ ਰਿਹਾ ਸੀ, ਪੁੱਤਰ ਚਲੋ ਉੱਠੋ, ਸਿਰ ਲੁਕਾਵੇ ਲਈ ਕੋਈ ਆਹ ਕਰੀਏ। ਬੜੇ ਡੂੰਘੇ ਸੋਗ 'ਚ ਡੁੱਬੇ ਭਾ ਮੁਨਸ਼ੇ ਦੇ ਦਿਲੋਂ ਨਿਕਲੀ ਵੰਗਾਰ ਸੁਣ ਉਹਦੇ ਪੁੱਤਰ, ਨੂੰਹਾਂ, ਧੀਆਂ, ਭਤੀਜੇ, ਦੋਹਤੇ, ਭਣੇਵੇਂ ਆਦਿ ਅਤੇ ਪੋਤਰੇ ਆਦਿ ਲਾਣਾ ਬਚਿਆ ਖੁਚਿਆ ਮਲਬਾ ਇਕੱਠਾ ਕਰਨ ਲੱਗ ਪਏ ਸਨ। ਸਰਕਾਰੀ ਹੁਕਮਾਂ ਅਨੁਸਾਰ ਪਹਿਲਾਂ ਪਟਵਾਰੀ ਫਸਲਵਾੜੀ ਦੀ ਤਬਾਹੀ ਦੀ ਗਿਰਦਵਾਰੀ ਕਰ ਗਿਆ। ਫਿਰ ਖੇਤੀਬਾੜੀ ਵਿਭਾਗ ਦੇ ਖਰਾਬਾ ਲਿਖਣ ਵਾਲੇ ਅਧਿਕਾਰੀ ਆਏ।
ਮੁਆਵਜ਼ੇ ਦੇ ਚੈੱਕ ਆ ਗਏ। ਅਸਲ 'ਚ ਹੜ੍ਹ ਮਾਰੇ ਇਲਾਕੇ ਦੀ ਹੈਲੀਕਾਪਟਰ ਤੋਂ ਬਰਬਾਦੀ ਵੇਖ ਕੇ ਗਏ ਮੁੱਖ ਮੰਤਰੀ ਨੇ ਪਿੰਡ ਪਿੰਡਰਾ ਦੇ 40 ਪੱਕੇ ਮਕਾਨ, ਵਰਾਂਡਾ, ਰਸੋਈ, ਬਾਥਰੂਮ, 2 ਕਮਰੇ, 4 ਦੀਵਾਰੀ ਤੇ ਪਖਾਨੇ ਆਦਿ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਬਣਾਏ ਇੱਕ 2 ਕੱਚੇ ਕੋਠਿਆਂ ਤੇ ਮਾਲ ਡੰਗਰ ਲਈ ਬਣਾਈਆਂ ਕੁੜਾਂ ਢਾਰਿਆਂ ਦਾ ਨਿਰਮਾਣ ਕਰ ਲਿਆ ਸੀ, ਜਿਨ੍ਹਾਂ ਨੂੰ ਢਾਹ ਸਰਕਾਰੀ ਮਕਾਨ ਬਣਾਏ ਗਏ। ਇਹਨਾਂ ਤੋਂ ਇਲਾਵਾ ਪ੍ਰਾਇਮਰੀ ਸਕੂਲ ਦੇ 2 ਪੱਕੇ ਕਮਰੇ, ਦਫ਼ਤਰ, ਰਾਂਡਾ ਤੇ 4 ਦੀਵਾਰੀ ਗੇਟ ਆਦਿ ਬਣ ਗਏ। ਭਲਾਈ ਵਿਭਾਗ ਵੱਲੋਂ ਧਰਮਸ਼ਾਲਾ ਵੀ ਬਣਾ ਦਿੱਤੀ ਗਈ। ਸਰਕਾਰੀ ਮਕਾਨਾਂ ਲਈ ਆਏ ਸਮਾਨ ਵਿੱਚੋਂ ਠੇਕੇਦਾਰ ਤੋਂ ਲਈਆਂ ਇੱਟਾਂ, ਸੀਮੈਂਟ, 2 ਬਾਰੀਆਂ, ਦਰਵਾਜ਼ਾ, ਸਰੀਆ ਆਦਿ ਲੈ ਗੁਰਦੁਆਰਾ ਸਾਹਿਬ ਦਾ ਕਮਰਾ ਉਸਾਰ ਲਿਆ। ਫਿਰ ਇਸੇ ਤਰ੍ਹਾਂ ਹੌਲੀ-ਹੌਲੀ ਵਰਾਂਡਾ, ਗੇਟ ਤੇ 4 ਦੀਵਾਰੀ ਬਣ ਗਏ। ਬਾਬੇ ਬਲਕਾਰੇ ਦੀ ਤੀਸਰੀ ਪੀੜ੍ਹੀ ਦੇ ਜਗੀਰੇ ਨੇ 3 ਵਾਰ ਸਰਪੰਚੀ ਕਰ ਗਏ ਭਾ ਮੁਨਸ਼ੇ ਨੂੰ ਪਾਗਲ ਕਰਾਰ ਦਿੱਤਾ ਹੋਇਆ ਸੀ। ਪਿੰਡ ਵਾਲਿਆਂ ਦੇ ਇਸ ਧੜੇ ਨੇ ਤਾਂ ਪਿੰਡ ਦੇ ਬਾਨੀ ਬਾਬੇ ਬਲਕਾਰੇ ਨੂੰ ਵੀ ਨਹੀਂ ਸੀ ਬਖਸ਼ਿਆ। ਐਵੇਂ ਇਸ਼ਕ ਦੀ ਬੇਵਫਾਈ ਸੀਨੇ ਨਾਲ ਲਾ ਸਾਰੀ ਉਮਰ ਨਾ ਆਪਣਾ, ਨਾ ਘਰ ਦਾ ਤੇ ਨਾ ਹੀ ਪਿੰਡ ਦਾ ਕੁਝ ਬਣਾਇਆ। ਪੂਰਾ ਜਵਾਨ ਗੱਭਰੂ ਸੀ। ਬਾਬਾ ਬਣ ਦਵਾ ਦਾਰੂ ਦੀ ਥਾਂ ਕਿਸੇ ਸਮਗਲਰ ਦਾ ਪਾਂਡੀ ਬਣ 2-4 ਗੇੜੇ ਬਾਰਡਰ ਤੇ ਲਾ ਆਉਂਦਾ ਤਾਂ ਵਾਰੇ ਨਿਆਰੇ ਕਰ ਜਾਂਦਾ। ਬਾਬੇ ਬਲਕਾਰੇ ਦੀ ਤੀਸਰੀ ਪੀੜ੍ਹੀ ਬਦਦਿਮਾਗ, ਬਦਤਮੀਜ਼ ਤੇ ਬੜੀ ਗੁਸਤਾਖ ਹੋ ਗਈ ਸੀ। ਉਹ ਪਿਤਾ ਪੁਰਖੀ ਧੰਦੇ ਤੋਂ ਨਾਬਰ ਹੋ ਗਏ ਸਨ। ਉਹਨਾਂ ਦੇ ਵੱਡੇ ਵਡੇਰੇ ਮੁੰਜ ਕੁੱਟ, ਵਾਣ ਵੱਟਣ, ਮੱਛੀ ਫੜਨ, ਕਿੰਨੂ, ਸੰਤਰੇ, ਅਮਰੂਦ ਤੇ ਅੰਬਾਂ ਦੇ ਬਾਗ ਠੇਕੇ ਤੇ ਲੈਣ, ਝੋਨੇ ਦੀ ਲਵਾਈ, ਕਣਕ ਦੀ ਵਾਢੀ ਲੋੜ ਪੈਣ ਤੇ ਦਿਹਾੜੀ ਦੱਪਾ ਕਰ ਲੈਂਦੇ ਸਨ। ਦੂਸਰੀ ਪੀੜ੍ਹੀ ਵੀ ਆਪਣੀ ਛੋਟੀ-ਮੋਟੀ ਖੇਤੀ ਤੋਂ ਇਲਾਵਾ ਬਾਗਾਂ ਦੀ ਰਾਖੀ, ਫਸਲਾਂ ਦੀ ਬਿਜਾਈ ਤੇ ਵਢਾਈ, ਨਜਾਇਜ਼ ਦੇਸੀ ਸ਼ਰਾਬ ਕੱਢਣ ਤੇ ਵੇਚਣ, ਮੱਛੀ ਫੜਨ, ਸਬਜ਼ੀ ਆਦਿ ਦੀ ਫੇਰੀ ਲਾਉਣ ਆਦਿ ਛੋਟੇ-ਮੋਟੇ ਹੋਰ ਧੰਦਿਆਂ 'ਚ ਲੱਗੇ ਰਹੇ। ਸਾਲ 'ਚ 1 ਮਹੀਨਾ ਬਹੁਤੇ ਪਰਿਵਾਰ ਸਮੇਤ ਕਪੂਰਥਲੇ ਵੱਲ ਆਲੂ ਪੁੱਟਣ ਤੇ ਮਟਰ ਆਦਿ ਤੋੜਨ ਦੇ ਕੰਮ ਆਦਿ ਕਰ ਲੈਂਦੇ ਸਨ। ਫਿਰ ਵਾਣ ਦੀਆਂ ਮਸ਼ੀਨਾਂ ਦੀ ਥਾਂ ਠੇਕੇਦਾਰ ਹੱਥ ਖੱਡੀਆਂ ਲਾ ਗਏ। ਕੱਚਾ ਮਾਲ ਦੇ ਜਾਂਦੇ ਤੇ ਬੁਣੇ ਗਲੀਚੇ ਆਦਿ ਲੈ ਜਾਂਦੇ। ਕੁਝ ਨੇੜੇ ਬਣੇ ਭੱਠੇ ਤੇ ਕੁਝ ਸੜਕਾਂ ਦੀ ਲੇਬਰ 'ਚ ਸ਼ਾਮਲ ਹੋ ਕਿਰਤ ਕਰਨ ਲੱਗੇ। ਪਾਕਿਸਤਾਨ ਤੋਂ ਤਸਕਰੀ, ਨਜਾਇਜ਼ ਹਥਿਆਰ, ਨਸ਼ੀਲੇ ਪਦਾਰਥ ਤੇ ਘੁਸਪੈਠ ਰੋਕਣ ਲਈ ਸਰਕਾਰ ਵੱਲੋਂ ਸਰਹੱਦ ਤੇ ਕੰਡਿਆਲੀ ਵਾੜ ਲਾ ਦਿੱਤੀ ਗਈ, ਜਿਹਦੀ ਮਕਸਦ ਨਾਲੋਂ ਜ਼ਿਆਦਾ ਮਾਰ ਉਹਨਾਂ ਕਿਸਾਨਾਂ ਨੂੰ ਪਈ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰ ਚਲੀ ਗਈ ਸੀ। BSF ਵਾਲੇ ਮਰਜ਼ੀ ਨਾਲ ਗੇਟ ਖੋਲ੍ਹਦੇ। ਰੋਜ਼ ਤਲਾਸ਼ੀ, ਸ਼ਨਾਖਤੀ ਕਾਰਡਾਂ ਸੰਬੰਧੀ ਸਖਤੀ, ਉੱਚੀ ਫਸਲ ਬੀਜਣ ਦੀ ਮਨਾਹੀ, ਖੇਤੀ ਸੰਦ ਆਦਿ ਲੈ ਜਾਣ 'ਚ ਦਿੱਕਤ ਕਰਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਆਪਣੀ ਹੀ ਫਸਲ ਵਾਹੁਣ, ਬੀਜਣ ਤੇ ਸਾਂਭ ਸੰਭਾਲ ਜ਼ਿਆਦਾ ਹੀ ਮੁਸ਼ਕਿਲ ਹੋ ਗਈ ਸੀ। ਸੋ ਕਿਸਾਨਾਂ ਨੇ ਮਜਬੂਰੀ ਵਸ ਆਪਣੀ ਖੇਤੀ ਰੱਬ ਆਸਰੇ ਛੱਡ ਪਿਛਲੇ ਅੱਡਿਆਂ ਵਿਖੇ ਆੜ੍ਹਤ, ਖਾਦ, ਸੀਮੈਂਟ, ਸਰੀਏ, ਰੇਤੇ, ਬਜਰੀ ਆਦਿ ਦੀਆਂ ਦੁਕਾਨਾਂ ਪਾ ਲਈਆਂ। ਖੇਤੀ ਕੰਮ ਇਹਨਾਂ ਦੁਕਾਨਾਂ ਤੇ ਜਾ ਲੱਗੇ। ਕੁਝ ਇਹਨਾਂ ਦੇ ਮਾਲ ਡੰਗਰ ਨੂੰ ਪੱਠਾ ਦੱਥਾ ਪਾ ਆਪਣੇ ਤੇ ਪਰਿਵਾਰ ਦੇ ਗੁਜ਼ਾਰੇ ਜੋਗੀ ਦਿਹਾੜੀ ਬਣਾ ਲਿਆਉਂਦੇ। ਪਿੰਡ ਦੇ ਕੁਝ ਚਲਾਕ ਕਿਸਮ ਦੇ ਬੰਦੇ ਇੱਕ ਸਿਆਸੀ ਬੰਦੇ ਦੀ ਸ਼ਹਿ ਤੇ ਨਿਕਲਦੀ ਨਜਾਇਜ਼ ਸ਼ਰਾਬ ਦੀਆਂ 10-12 ਬੋਤਲਾਂ ਲਿਆ ਅੱਡਿਆਂ ਦੇ ਨਸ਼ਈਆਂ ਨੂੰ ਵੇਚ ਗੁਜ਼ਾਰਾ ਕਰਨ ਲੱਗੇ। ਜਿਨ੍ਹਾਂ ਤਿੰਨਾਂ ਰਿੜਖਿੜ ਮੈਟ੍ਰਿਕ ਜਾਂ ਜਮ੍ਹਾਂ 1-2 ਕਰ ਲਈ, ਉਹਨਾਂ ਮੈਡੀਕਲ ਸਟੋਰ ਖੋਲ੍ਹ ਲਏ। ਨਸ਼ੀਲੇ ਕੈਪਸੂਲ, ਪਾਊਡਰ ਤੇ ਟੀਕੇ ਆਦਿ ਵੇਚ ਕੇ ਆਸੇ-ਪਾਸੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਈ ਬਣਾਉਣ ਲੱਗੇ। ਬਾਬੇ ਦੇ ਪਿੰਡ ਦੇ 70% ਮੁੰਡੇ ਨਸ਼ੇ ਦੀ ਲਪੇਟ 'ਚ ਆ ਗਏ। ਸੋ ਪਿੰਡ 'ਚ ਲੜਾਈ ਝਗੜਾ ਵੱਧ ਗਿਆ। ਆਜ਼ਾਦੀ ਦੇ 70 ਸਾਲ ਬਾਅਦ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਸੀ। ਅਧਿਆਪਕ ਨਾ ਹੋਣ ਕਰਕੇ ਸਕੂਲ ਬੰਦ ਸੀ। ਪਾਣੀ ਹੇਠਾਂ ਜਾਣ ਕਰਕੇ ਦੂਸ਼ਿਤ ਹੋ ਗਿਆ। ਸਿਹਤ ਸਹੂਲਤਾਂ ਪਿੰਡ ਤੋਂ ਦੂਰ ਸਨ। ਪਿੰਡ ਨੂੰ ਅੱਡੇ, ਵੱਡੀ ਸੜਕ ਨਾਲ ਜੋੜਨ ਵਾਲੀ ਸੜਕ ਤੇ ਬਰਸਾਤੀ ਨਾਲੇ ਤੇ ਬਣਾਏ ਜਾਣ ਵਾਲੇ ਪੁਲ ਦਾ ਪਿਛਲੀ ਚੋਣ ਵੇਲੇ ਰੱਖਿਆ ਨੀਂਹ ਪੱਥਰ ਵੀ ਟੁੱਟ ਭੱਜ ਚੁੱਕਾ ਸੀ। ਚੋਣਾਂ ਵੇਲੇ ਹੁਕਮਰਾਨ ਪਾਰਟੀ ਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਵੋਟਾਂ ਲੈਣ ਲਈ ਪੈਸੇ, ਸ਼ਰਾਬ, ਹੋਰ ਨਸ਼ੀਲੇ ਪਦਾਰਥ ਤੇ ਵਾਅਦਿਆਂ ਦੀ ਹਨੇਰੀ ਲਿਆ ਦਿੰਦੇ ਸਨ। ਫਿਰ 5 ਸਾਲਾਂ ਤੱਕ ਕਿਸ ਮੂੰਹ ਵਿਖਾਉਣਾ ਸੀ। ਬਾਬੇ ਦੇ ਪਿੰਡ ਨੇ ਨਸ਼ਈ ਨੌਜਵਾਨਾਂ ਲਈ ਹੁਣ ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਕੋਈ ਅਰਥ ਨਹੀਂ ਸੀ ਰਿਹਾ, ਸਗੋਂ ਉਹਨਾਂ ਨੇ ਤਾਂ ਖੂਨ ਦੇ ਰਿਸ਼ਤੇ ਵੀ ਤਾਰ-ਤਾਰ ਕਰ ਛੱਡੇ ਸਨ। ਸ਼ਰਮ ਹਿਆ ਤਾਂ ਤਲੀ ਤੇ ਮਲੇ ਮਸਾਲੇ ਵਾਂਗ ਉੱਡ-ਪੁੱਡ ਗਈ ਸੀ। ਪਿੰਡ ਦੀ ਧੀ ਹੁਣ ਨਸ਼ਈਆਂ ਦੀ ਧੀ ਭੈਣ ਨਹੀਂ ਸੀ ਰਹੀ। ਬਿਰਾਦਰਾਨਾ ਸਾਂਝ, ਸੰਵੇਦਨਾ ਤੇ ਸਹਿਣਸ਼ੀਲਤਾ ਨਾ ਰਹਿਣ ਕਰਕੇ ਮਾਮੂਲੀ ਤਕਰਾਰ ਕਤਲਾਂ ਤੱਕ ਪੁੱਜ ਜਾਂਦਾ ਸੀ। ਇਹਨਾਂ ਨੌਜਵਾਨਾਂ ਨਸ਼ੇ ਲਈ ਘਰਾਂ ਦੀ ਚੀਜ਼ ਵਸਤ ਚੋਰੀ ਕਰ ਵੇਚਣ ਤੋਂ ਸ਼ੁਰੂ ਕਰਕੇ ਫਿਰ ਬਾਹਰ ਰਾਹ ਜਾਂਦਿਆਂ ਨੂੰ ਆਪਣੀਆਂ ਲੁੱਟਾਂ ਖੋਹਾਂ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
ਪੁਲਿਸ ਮਹੀਨਾ ਵਸੂਲਦੀ ਤੇ ਨਾ ਭਰਨ ਵਾਲਿਆਂ ਦਾ ਚਲਾਨ ਕਰ ਆਪਣੇ ਕਾਗਜ਼ਾਂ ਦਾ ਢਿੱਡ ਵੀ ਭਰੀ ਜਾਂਦੀ ਸੀ। ਪਰ ਨਸ਼ੇ ਸਪਲਾਈ ਕਰਨ ਵਾਲੇ ਸੌਦਾਗਰਾਂ ਨੂੰ ਸਿਆਸੀ ਪਹੁੰਚ ਕਰਕੇ ਕੋਈ ਹੱਥ ਨਹੀਂ ਸੀ ਪਾਉਂਦਾ। ਸਰਕਾਰ ਵੀ ਪਿੱਛੇ ਨਾ ਰਹੀ। ਉਹਨੇ ਵੀ ਮਾਨਵਤਾ ਦੇ ਕਾਤਲਾਂ ਵਾਂਗ ਹਰ ਗਲੀ, ਹਰ ਮੁਹੱਲੇ ਦੇ ਮੋੜ 'ਤੇ ਸ਼ਰਾਬ ਦੇ ਠੇਕੇ ਖੁਲਵਾ ਦਿੱਤੇ। ਪੂਰੀ ਤਰ੍ਹਾਂ ਚੜ੍ਹ ਚੁੱਕਾ ਨਸ਼ੇ ਦਾ 6ਵਾਂ ਦਰਿਆ ਉਛਲਣ ਲੱਗਾ। ਇਸ ਭਿਆਨਕ ਨਸ਼ੇ ਦੀ ਹੜ੍ਹ ਮਾਰ ਤੋਂ ਡਰਦੇ ਪਿੱਪਲ ਵਾਲਿਆਂ ਦੇ ਬਾਬੇ ਮੁਨਸ਼ੀ ਨੇ ਰੌਲਾ ਪਾਇਆ, ਲੋਕੋ ਨਸ਼ੇ ਦੇ 6ਵੇਂ ਦਰਿਆ ਦੇ ਹੜ੍ਹ 'ਚ ਪਿੰਡ ਸਮਾਧੀ ਲੈ ਚੱਲਿਆ ਜੇ। ਹੁਣ ਇਹਨੂੰ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਜਿਹੜੇ ਹੜ੍ਹ ਮਾਰ ਤੋਂ ਬਚ ਸਕਦੇ ਜੇ ਬਚ ਜਾਓ, ਉੱਚੀ ਉੱਚੀ ਬੋਲਦਾ ਬਾਬਾ ਮੁਨਸ਼ਾ ਪਿੰਡਰਾ ਪਿੰਡ ਤੋਂ ਬਾਹਰ ਨੂੰ ਦੌੜਨ ਲੱਗਾ। ਧੰਨਵਾਦ।